ਜੀ ਦੋਸਤੋ, ਤੁਹਾਨੂੰ ਦੱਸ ਰਿਹਾ ਸੀ ਉਹ ਜਿਹੜੀ ਜਗ੍ਹਾ ਨਾ ਉੱਥੋਂ ਅਸੀਂ ਸਾਰੇ ਨਮਾਜ਼ਾਂ ਪੜ੍ਹਦੇ ਰਹੇ ਹਾਂ, ਅੱਲਾ ਦਾ ਸ਼ੁਕਰ ਕਰਦੇ ਰਹੇ ਜਾਂ ਅੱਲਾ ਸਾਨੂੰ ਮਾफ़ ਕਰ ਦੇ ਤੇ ਕਿ ਇੱਥੋਂ ਕੋਈ ਨਿਕਲਣ ਦਾ ਜ਼ਰੀਆ ਬਣਾ ਦਿਓ। ਅੱਲਾ ਤਾਲਾ ਦੀ ਜ਼ਾਤ ਸੀ ਬਿਹਤਰ ਕਰਨ ਵਾਲੀ। ਅਸੀਂ ਤੇ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਇਹ ਰਸਲਾ ਦਿੱਤੀ ਸੀ। ਉੱਥੋਂ ਦੋਸਤੋ ਬਣਿਆ ਕੀ ਹੈ, ਅਸੀਂ ਉਹ ਜਗ੍ਹਾ ਤੋਂ ਜਿਹੜਾ ਨਾ ਸਾਨੂੰ ਉੱਥੇ ਉਦੋਂ ਨਾ ਕੋਈ 15ਵਾਂ 16ਵਾਂ ਦਿਨ ਹੋ ਗਿਆ ਤੇ ਨਾਲ ਦਿਆਂ ਨੂੰ ਮਾਰ ਕੇ ਜਿਹੜੇ ਸੀ ਨਾ 4 ਮੁੰਡੇ, ਬਾਕੀ ਤੇ ਪਹਿਲਿਆਂ ਨੂੰ ਵੀ ਮਾਰ ਪੈਣੇ ਸੀ। ਜਿਹੜੇ ਸਾਡੇ ਜੁੱਟ ਚ ਗਏ ਸੀ ਨਾ 4 ਇੱਕ ਏਜੰਟ ਦੇ, ਉਹ ਬੱਟ ਜਿਹੜਾ ਮੁੰਡਾ ਸੀ ਤੇ ਉਹਦੇ ਨਾਲ ਦੇ 3 ਹੋਰ ਸੀ, ਬਹੁਤ ਮਾਰ ਉਹਨਾਂ ਨੂੰ ਪਈ ਹੈ ਦੋਸਤੋ। ਠੀਕ ਹੈ, ਉੱਥੋਂ ਕਰ ਕਰਾ ਕੇ ਇੱਕ ਉਹਨਾਂ ਨੇ ਐਸਾ ਕੰਮ ਕੀਤਾ ਕਿ ਇੱਕ ਬੰਦਾ ਸੀ ਉਹਦੇ ਮਾਰ ਕੇ ਉਹਦੇ ਘਰ ਦੇ ਪੈਸੇ ਨਾ ਭੇਜਣ ਤੇ ਉਹਨੇ ਕੀ ਕੀਤਾ, ਪਲਾਸ ਫੜ ਕੇ ਨਾ ਪਲਾਸ ਉਹਦੇ ਹੱਥਾਂ ਪੈਰਾਂ ਦੇ ਨਹੁੰ ਖਿੱਚਦੇ ਸੀ, ਲਾਤੇ ਸੀ ਹੱਥਾਂ ਦੇ ਵੀ ਪੈਰਾਂ ਦੇ ਨਹੁੰ ਲਾਤੇ ਸੀ। ਯਕੀਨ ਕਰੋ ਬੰਦਾ ਤੜਫਦਾ ਸੀ ਉੱਥੇ, ਜਿਵੇਂ ਨਹੀਂ ਕਿਸੇ ਨੂੰ ਛੁਰੀ ਫੇਰੀ ਦੀ ਤੜਫਦਾ, ਬਹੁਤ ਬੁਰਾ ਹਾਲ ਕਿ ਉਹਦੇ ਵੱਲ ਵੇਖਿਆ ਨਹੀਂ ਸੀ ਜਾਂਦਾ। ਅਸੀਂ ਦੋਸਤੋ ਉੱਥੋਂ ਜਿਹੜਾ ਨਾ ਸਲਾਹ ਬਣਾਈ ਯਾਰ ਕਿ ਇੱਥੇ ਤੇ ਮਰਨਾ ਹੀ ਹੈ ਤੇ ਕਿਸੇ ਤਰੀਕੇ ਨਿਕਲ ਗਏ ਇੱਥੋਂ। ਬੜਾ ਅਸੀਂ ਕੋਸ਼ਿਸ਼ ਕੀਤੀ, ਕਿਤੇ ਸੰਨ ਲਾਈਏ, ਕਿਸੇ ਸਾਈਡ ਤੋਂ ਨਿਕਲੀਏ, ਕਿਤੋਂ ਨਾ ਕੋਈ ਨਿਕਲਣ ਨੂੰ ਰਾਹ ਮਿਲੇ। ਉਹ ਕਰ ਕਰਾ ਕੇ ਨਾ ਅਸੀਂ ਜਿੱਧਰ ਸੰਨ ਲਾਈ ਅੱਗੇ ਆਲੇ ਦੁਆਲੇ ਪਹਾੜਾਂ ਦੇ ਵਿੱਚ ਸੀ, ਉਹ ਕਿਤੋਂ ਨਿਕਲ ਸਕਦੇ ਨਹੀਂ ਅਸੀਂ ਉੱਥੋਂ। ਦੋਸਤੋ ਕਰਦਿਆਂ ਕਰਾਂਦਿਆਂ ਸਾਨੂੰ ਉੱਥੇ ਨਾ ਕਾਫੀ ਦਿਨ ਹੋ ਗਏ, ਲੇਕਿਨ ਸਾਡੇ ਨਾਲ ਦੇ ਜਿਹੜੇ ਹੋਰ ਏਜੰਟਾਂ ਦੇ ਉਹਨਾਂ ਨੂੰ ਮਾਰ ਪੈਂਦੀ ਸੀ, ਸਾਨੂੰ ਹਜੇ ਤੱਕ ਮਾਰ ਨਹੀਂ ਸੀ ਪਈ। ਬਾਕੀ ਉੱਥੇ ਭੁੱਖ ਕੱਟੀ ਹੈ, 10-10 ਦਿਨ ਭੁੱਖੇ ਰਹੇ ਆ, ਕੱਲਾ ਪਾਣੀ ਪੀਤਾ, ਕੱਲਾ ਪਾਣੀ। ਜੈਨੂਨ ਗੱਲ ਦੱਸਣ ਤੁਹਾਨੂੰ, ਕੱਲਾ ਪਾਣੀ ਪੀ ਕੇ ਗੁਜ਼ਾਰਾ ਕੀਤਾ, 10-10 ਦਿਨ ਭੁੱਖੇ ਰਹੇ ਆ ਉੱਥੇ ਅਸੀਂ। ਉੱਥੋਂ ਜਿਹੜਾ ਨਾ ਉਦੋਂ ਸਾਨੂੰ ਉੱਥੇ ਤਕਰੀਬਨ 17-18 ਦਿਨ ਹੋ ਗਏ ਸੀ। ਸਾਡੇ ਪਾਕਿਸਤਾਨ ਵਿੱਚ ਉਦੋਂ ਚਾਂਦਰਾ ਸੀ, ਉੱਥੇ ਉਦੋਂ ਨਾ ਈਦ ਸੀ। ਜੈਸ ਦਿਨ ਦੀ ਇਹ ਗੱਲ ਹੈ, ਮੈਂ ਤੁਹਾਨੂੰ ਦੱਸਣ ਲੱਗਾ। ਠੀਕ ਹੈ, ਰੋਜ਼ ਅਸੀਂ ਸਲਾਹ ਬਣਾਉਣੀ, ਆਪਣੇ ਬੈਗ ਜਿਹੜੇ ਨਾ ਉਹ ਪੈਕ ਪੂਕ ਕੀਤੇ, ਸਲਾਹ ਬਣਾਈ ਕਿ ਨੱਸੀਏ। ਜਦੋਂ ਉਹਨੇ ਆਉਣਾ ਨਾ, ਉਹ ਆਣ ਕੇ ਸਲਾਹ ਬਣਾਣੀ ਕਿ ਲੈ ਵੀ ਅੰਦਰ ਵੜੇਗਾ ਤੇ ਉਹਨੂੰ ਨਾ ਮਾਰ ਕੇ ਤੇ ਨੱਸ ਜਾਗੇ। ਲੇਕਿਨ ਜਦੋਂ ਅੰਦਰ ਵੜਨਾ, ਕਿਸੇ 'ਚ ਇੰਨੀ ਜਾਨ ਹੀ ਨਾ, ਹਿੰਮਤ ਹੀ ਨਾ ਹੋਣੀ ਲੈ ਵੀ ਅੱਗੇ ਵੱਧ ਕੇ ਉਹਨੂੰ ਮਾਰ ਸਕਣ। ਇੱਕ ਮੇਨ ਪਿੱਛੇ ਬੰਦਾ ਹੋਣਾ, ਦੋਵਾਂ ਨੇ ਆਉਣਾ, ਇੱਕ ਨੇ ਅੰਦਰ ਸਾਡੇ ਵੱਲ ਵੜਨਾ, ਇੱਕ ਨੇ ਬਾਹਰ ਖਲੋ ਜਾਣਾ। ਭੁੱਖੇ ਰਹਿ ਕੇ ਨਾਲ ਦਿਆਂ ਨੇ ਵੀ ਮਾਰਾਂ ਖਾਧੀਆਂ ਤੇ ਉੱਥੇ ਨਾ ਜਾਨ ਸਾਡੇ 'ਚ, ਨਾ ਗੱਲ ਨਾ ਬਾਤ। ਅਸੀਂ ਉੱਥੋਂ ਜਿਹੜਾ ਨਾ ਬੜੀਆਂ ਸਲਾਹਾਂ ਬਣਾਈਆਂ ਤੇ ਬੜੀਆਂ ਨਾਕਾਮ ਹੋਈਆਂ। ਉਹ ਜਿਵੇਂ ਕਹਿੰਦੇ ਨਾ, ਕਈ ਬੰਦੇ ਰਾਤ ਨੂੰ ਸੌਣ ਲੱਗਿਆ ਬੜੇ ਬੰਦੇ ਮਾਰ ਕੇ ਸੌਂਦੇ ਜਾਂ ਰਾਤ ਨੂੰ ਕਈ ਉਹਨਾਂ ਨੇ ਖਾ ਵੇਖਣਾ, ਜਦੋਂ ਦਿਨ ਚੜ੍ਹਦਾ ਫਿਰ ਉੱਥੇ ਦੇ ਉੱਥੇ ਕਰਕੇ ਅਸੀਂ ਬੜੀ ਸਲਾਹ ਲੈ ਵੀ ਅੱਜ ਉਹ ਬੰਦਾ ਆਇਆ ਨਾ ਤੇ ਅੱਜ ਅਸੀਂ ਉਹਨੂੰ ਅੱਗੋਂ ਨਾ ਫੜ ਹੀ ਲੈਣਾ, ਉਵੇਂ ਹੀ ਮਰੇ ਪਏ ਆ, ਫੜ ਲੈਣਾ। ਜਦੋਂ ਉਹਨੇ ਆਉਣਾ ਫਿਰ ਨਾ ਕਿਸੇ 'ਚ ਹਿੰਮਤ ਹੋਣੀ, ਫਿਰ ਨਾ ਕਿਸੇ ਨੇ ਨੇੜੇ ਹੁੰਦੇ ਲੱਗਣਾ। ਐਵੇਂ ਹੀ ਕਰਦੇ ਆ ਉੱਥੇ ਟਾਈਮ ਗੁਜ਼ਾਰਦੇ ਗਏ। ਅੱਲਾ ਦਾ ਕਰਨਾ ਹੋਇਆ, ਅੱਲਾ ਤਾਲਾ ਵਸੀਲਾ ਕਰਨ ਵਾਲਾ ਹੁੰਦਾ ਵੇ। ਉੱਥੇ ਈਦ ਸੀ ਤੁਰਕੀ, ਉਹ ਜਿਹੜਾ ਉਹ ਜਗ੍ਹਾ ਯਾਨੀ ਕਿ ਉਹ ਏਰੀਆ ਸੀ ਤੁਰਕੀ ਦੀ ਹਦੂਦ, ਯਾਨੀ ਕਿ ਨਹਿਰ ਦੇ ਉੱਤੇ ਅਸੀਂ ਇੱਧਰ ਯੂਨਾਨ, ਇੱਧਰ ਤੁਰਕੀ, ਅਸੀਂ ਤੇ ਅੱਧ ਵਿੱਚ ਉਹ ਖਲੋਤੇ ਆ, ਨਾ ਉੱਧਰ ਦੇ ਨਾ ਇੱਧਰ ਦੇ। ਸਾਡੇ ਜਿਹੜਾ ਨਾ ਪਾਕਿਸਤਾਨ 'ਚ ਚਾਂਦਾ ਸੀ ਤੇ ਉੱਥੇ ਉਸ ਦਿਨ ਈਦ। ਉਹ ਜਿਹੜਾ ਬੰਦਾ ਸੀ ਨਾ, ਜਿਹੜੇ ਏਜੰਟ ਹੁੰਦੇ ਸੀ ਪਾਕਿਸਤਾਨੀ, ਸਾਨੂੰ ਮਾਰਨ ਨਾਲ ਦਿਆਂ ਬੰਦਿਆਂ ਨੂੰ ਮਾਰਦੇ ਸੀ, ਉਹ ਏਜੰਟ ਦੋਸਤੋ ਈਦ ਦਾ ਦਿਨ ਸੀ ਤੇ ਉਹ ਏਜੰਟ ਆਪ ਨਹੀਂ ਆਇਆ। ਜਿਹੜੀ ਜਗ੍ਹਾ ਤੇ ਉਹ ਰਹਿੰਦਾ ਸੀ ਨਾ, ਉਹ ਕਿਰਾਏ ਤੇ ਸੀ, ਵੱਲਾ ਆਲਮ ਜੋ ਸੀ, ਉਹ ਕਿਸੇ ਤੁਰਕੇ ਦੀ ਜਗ੍ਹਾ ਸੀ, ਡਾਕਟਰ ਸੀ ਉਹ ਬੰਦਾ, ਜਿੰਦੇ ਜਗ੍ਹਾ ਸੀ ਉਹ ਜਗ੍ਹਾ ਤੇ ਨਾ ਉਹਨੇ ਉਦੋਂ ਉਹਨੂੰ ਫੋਨ ਕਰਤਾ ਲੈ ਵੀ ਕਿ ਈਦ ਦਾ ਦਿਨ ਉਹਨੇ ਕੀਤਾ ਜਾਂ ਜੋ ਵੀ ਵੱਲਾ ਆਲਮ ਕਿ ਇਹਨਾਂ ਨੂੰ ਇੱਕ ਵਾਰੀ ਚੱਕਰ ਮਾਰ ਲਈ, ਇਹਨਾਂ ਦਾ ਪਤਾ ਸ਼ਤਾ ਕਰੇ। ਸਾਡੇ ਕੋਲ ਨਾ ਉਹ ਬੰਦਾ ਆਇਆ ਈਦ ਵਾਲੇ ਦਿਨ, ਉਹ ਤੁਰਕਾ ਆਇਆ। ਉਹ ਅੱਗੇ ਵੀ ਇੱਕ ਦੋ ਵਾਰ ਨਾ ਉਹਦੇ ਨਾਲ ਆਉਣਾ ਤੇ ਉਹਨੇ ਕੰਨਾਂ ਨੂੰ ਹੱਥ ਲਾਣੇ, ਤੋਬਾ ਕਰਨੀ ਤੇ ਗੱਲਾਂ ਬਾਤਾਂ ਐਵੇਂ ਕਰਨੀਆਂ ਉਹਨੇ ਆਪਣੀ ਜ਼ੁਬਾਨ ਦੇ ਵਿੱਚ। ਸਾਨੂੰ ਉਹਨੇ ਨਾ ਯਾਨੀ ਕਿ ਕਹਿਣਾ
कि वेख ला मुसलमान तुहाडे पाकिस्तानी हो भी ते तुहाडे नाल आ ज़्यादती करदे ने। नाले उन्हें कन्नां नूं हत्थ लाने वो जेह्ड़े तुर गए। करना आ होया दोस्तों कि ईद वाले दिन ना वो कल्ला आया, सलाह असीं रोज़ बनाई दी सी, बैग साडे पैक ही रहिंदे सी, उत्ते कल्ला ट्राउज़र पाया उत्ते बैठिया रहना सारा दिन रात, बेहोश होए करी कुछ वो कर करा के ना सानू कोई भी टाइम ना लगे ना सानू डर जाइए जदों आए करे। ईद वाले दिन वो आप नहीं आया, तुरके नूं भेजिया, साडे कोल पहुंचा, उन्हें ना आन के सानू सारिਆਂ ਨੂੰ ਚਾਕਲੇਟ ਦੇ ਡੱਬੇ ਲਿਆ ਕੇ ਦਿੱਤੇ। ਚਾਕਲੇਟ ਦੇ ਡੱਬੇ ਨਾ ਏਡੇ ਏਡੇ ਸੀ, ਉਹਨਾਂ ਲਿਆ ਕੇ ਦਿੱਤੇ ਸੀ। ਜੇ 16-17 ਬੰਦੇ ਆ ਨਾ ਤੇ ਸਾਨੂੰ ਉਹਨੇ 4 ਕੇ 5 ਡੱਬੇ ਲਿਆ ਕੇ ਦਿੱਤੇ। ਲੈ 2-2 3-3 ਬੰਦੇ ਉਹ ਖਾ ਲਓ। ਤੇ ਏਡਾ ਏਡਾ ਡੱਬਾ ਕਿਲੋ ਵਾਲਾ ਹੋਣਾ ਚਾਕਲੇਟ ਦਾ। ਨਾਲੇ ਹੁੰਦਿਆਂ ਸਾਰ ਸਾਨੂੰ ਨਹੀਂ ਪਤਾ ਬਾਹਰ ਈਦ ਹੈ ਜਾਂ ਕੀ ਹੈ ਕੀ ਨਹੀਂ। ਅਸੀਂ ਆਖਿਆ ਲੈ ਵੀ ਅੱਜ ਉਹ ਏਜੰਟ ਨਹੀਂ ਆਇਆ ਤੇ ਆ ਤੁਰਕੇ ਨੂੰ ਭੇਜਿਆ। ਤੁਰਕੇ ਦੀ ਜਗ੍ਹਾ ਅਸੀਂ ਕਿਰਾਏ ਤੇ ਉਹਨੇ ਲਈ ਤੇ ਉਹ ਡਾਕਟਰ ਸੀ ਤੁਰਕਾ, ਚੰਗਾ ਕੱਦ ਉਹਨਾਂ ਕੋਈ 6 ਫੁੱਟ ਹੋਣਾ ਵੇ। ਉਹਨੇ ਨਾ ਆਣ ਕੇ ਸਾਨੂੰ ਨਾ ਮਿਲਿਆ, ਈਦ ਮੁਬਾਰਕ, ਸਿਰ ਦੇ ਨਾਲ ਇੱਧਰੋਂ ਸਿਰ ਮਿਲਾਇਆ ਇੱਧਰੋਂ ਮਿਲਾਇਆ, ਸਾਰਿਆਂ ਨੂੰ ਮਿਲਿਆ। ਨਾਲੇ ਨਾ ਸਾਡੇ ਅੱਗੇ ਹੱਥ ਵੀ ਬੰਨੇ ਤੇ ਰੋਏ ਵੀ, ਆਖੇ ਲੈ ਵੀ ਕਿ ਮੈਂ ਵੀ ਮੁਸਲਮਾਨ ਆ ਲੇਕਿਨ ਮੇਰੀ ਜਗ੍ਹਾ ਮੈਂ ਕੁਛ ਕਰ ਨਹੀਂ ਸਕਦਾ, ਪਾਕਿਸਤਾਨੀ ਆ ਵੀ ਮੁਸਲਮਾਨ ਹੈ, ਤੁਹਾਡੇ ਨਾਲ ਜ਼ਿਆਦਤੀ ਕਰਦੇ, ਤੋਬਾ ਤੋਬਾ, ਅੱਲਾ ਮਾਫੀ ਦੇ। ਐਵੇਂ ਨਾ ਬੜਾ ਕੰਨਾਂ ਨੂੰ ਹੱਥ ਲਾਇਆ, ਅੱਲਾ ਅੱਲਾ ਐਵੇਂ ਕਰੇ। ਸਾਨੂੰ ਚਾਕਲੇਟਾਂ ਜਦੋਂ ਉਹਨੇ ਦਿੱਤੀਆਂ ਨਾ, ਅਸੀਂ ਇੱਕ ਦੂਸਰੇ ਨੂੰ ਅੱਖਾਂ ਉੱਖਾਂ ਮਾਰੀਆਂ, ਸਲਾਹ ਬਣਾਈ। ਅਸੀਂ ਉਹਨੂੰ ਨਾ ਪੈਸੇ ਕੱਢ ਕੇ ਦਿੱਤੇ। ਅਸੀਂ ਆਖਿਆ ਲੈ ਵੀ ਸਾਨੂੰ ਅੱਜ 10-12 ਦਿਨ ਹੋ ਗਏ। ਜੈਨੂਨ ਹਕੀਕਤ 'ਚ ਕਿ ਅਸੀਂ ਪਾਣੀ ਪੀ ਕੇ 10-12 ਦਿਨ ਕੱਢੇ। ਅਸੀਂ ਆਖਿਆ ਲੈ ਭੁੱਖੇ ਹਾਂ ਤੇ ਮਿਹਰਬਾਨੀ ਹੈ, ਸਾਨੂੰ ਨਾ ਖਾਣ ਨੂੰ ਉੱਥੋਂ ਬਾਹਰੋਂ ਕੋਈ ਮੁਰਗੀ ਕੋਈ ਆ ਇੱਕ ਰੋਟੀ ਨੂੰ ਇੱਕ ਕਹਿੰਦੇ ਉਹ ਡਬਲ ਰੋਟੀ ਜੀ ਹੁੰਦੀ ਹੈ, ਸਾਨੂੰ ਨਾ ਲਿਆ ਦੇ ਕੋਈ ਖਾਣ ਨੂੰ। ਉਹ ਦੋਸਤੋ ਅਸੀਂ ਜਿਹੜਾ ਨਾ ਉਹਨੂੰ ਪਤਾ ਨਹੀਂ 20 ਕਿ 30 ਲੀਰੇ ਦਿੱਤੇ। ਉਹ ਤੁਰਕਾ ਤੇ ਉਹਨਾਂ ਨਾਲ ਨਾ ਉਹਦਾ ਬੱਚਾ ਹੋਣਾ ਕੋਈ 7-8 ਸਾਲ ਦਾ ਨਾ ਬੱਚਾ ਸੀ, ਛੋਟਾ ਜੀ। ਉਹ ਦੋਵੇਂ ਆਏ ਸੀ, ਕੱਪੜੇ ਛਪੜੇ ਪਾਈ, ਈਦ ਸੀ ਨਾ ਉਦੋਂ ਈਦ ਮਿਲਣ ਆਏ ਸਾਨੂੰ। ਕਿ ਉਹ ਜਿਹੜੇ ਪਾਕਿਸਤਾਨੀ ਏਜੰਟ ਉਹ ਆਪ ਨਹੀਂ ਆਏ ਆ, ਉਹਨਾਂ ਨੇ ਉਹਨਾਂ ਨੂੰ ਆਖਿਆ ਜਾਂ ਜੋ ਵੀ ਕਿ ਲੈ ਵੀ ਉਹਨਾਂ ਨੂੰ ਅੱਜ ਖਾਣਾ ਦੇ ਦਿਓ ਜਾਂ ਚਾਕਲੇਟ ਖਵਾ ਦਿਓ ਜਾਂ ਉਹਨਾਂ ਦਾ ਅੱਜ ਧਿਆਨ ਇੱਕ ਵਾਰੀ ਮਾਰ ਕੇ ਆਈ ਉੱਥੇ ਹੀ ਹੈ। ਬਾਪ ਅੱਲਾ ਤਾਲਾ ਦੀ ਰਾਤ ਲਾਉਣ ਵਾਲੀ ਹੁੰਦੀ ਹੈ, ਉਹ ਅਸੀਂ ਉਹਨੂੰ ਦੇ ਦਿੱਤੇ। ਤੇ ਮਗਰੋਂ ਨਾ ਅਸੀਂ ਸਲਾਹ ਬਣਾਈ। ਹਿੰਮਤ ਕਿਸੇ 'ਚ ਨਹੀਂ, ਨਾ ਮੇਰੇ 'ਚ ਨਾ ਦੂਸਰੇ ਨਾ ਤੀਸਰੇ 'ਚ, ਕਿਸੇ 'ਚ ਹਿੰਮਤ ਨਹੀਂ ਸੀ ਹੈ। ਮੇਰਾ ਦੋਸਤ ਜਿਹੜਾ ਬਣਿਆ ਨਾ ਇਸ ਟਾਈਮ ਬਹਿਰੀਨ ਹੁੰਦਾ ਵੇ, ਸਿਆਲਕੋਟ ਦਾ, ਸੰਭੜਿਆਲ ਦਾ, ਫਰਿਆਦ ਉਹਦਾ ਨਾਂ ਸੀ ਲੜਕੇ ਦਾ। ਇੱਕ ਮੈਂ ਲੜਕਾ, ਇੱਕ ਸਾਡੇ ਨਾਲ ਸੀ ਸ਼ੇਖੂਪੁਰੇ ਦੇ ਨਾਲ ਜਿਹੜਾ ਨਾ ਪਿੰਡ ਇੱਕ ਹੁੰਦਾ ਵੇ ਲਾਹੌਰ ਤੋਂ ਪਿੱਛੇ, ਸ਼ੇਖੂਪੁਰੇ ਵਾਲੀ ਸਾਈਡ ਤੋਂ ਨਾ ਪਿੰਡ, ਉੱਥੇ ਦਾ ਮੁੰਡਾ ਸੀ ਸਾਜਦ, ਕੱਦ ਕੁੱਦ ਵਾਵਾ ਤੇ ਅੰਦਰੋਂ ਨਾ ਜਿਵੇਂ ਬੁਜ਼ਦਿਲ ਲੜਕਾ ਹੁੰਦਾ ਉਸ ਟਾਈਪ ਸੀ। ਅਸੀਂ ਉਹਨੂੰ ਹਲਾ ਸ਼ੇਰੀ ਦਿੱਤੀ ਕਿ ਲੈ ਵੀ ਤੇਰਾ ਕੱਦ ਕੁੱਦ ਵਾਵਾ ਹੈ। ਤੋ ਤੁਰਕਾ 6 ਫੁੱਟ ਦਾ ਸੀ, ਪੂਰਾ ਬਾਡੀ ਬਿਲਡਰ ਸੀ, ਇੱਕ ਚੰਗਾ ਭਲਾ ਜਿਸਮ ਵਾਲਾ ਬੰਦਾ ਸੀ। ਅਸੀਂ ਆਖਿਆ ਲੈ ਵੀ ਕਿ ਸਾਜਦ ਅੱਜ ਮੌਕਾ ਹੀ, ਅੱਜ ਇੱਥੋਂ ਯਾਨੀ ਕਿ ਰਲ, ਅਸੀਂ ਵੀ ਤੇਰੇ ਨਾਲ ਰਲਦੇ ਹਾਂ ਤੇ ਵਰਨਾ ਇੱਥੋਂ ਕੋਈ ਖਾਤਾ ਨਹੀਂ, ਇੱਥੇ ਨਹੀਂ ਤੇ ਮਰ ਮੁਰ ਜਾਣਾ ਮੈਂ। ਤੇ ਬਾਕੀਆਂ ਨੇ ਵੀ ਸਾਰਿਆਂ ਨੂੰ ਬਣਾਈ ਸਲਾਹ। ਉਹ ਜਿਹੜੇ ਨਾਲ ਸਿਆਲਕੋਟ ਦੇ ਸੀ ਨਾ, ਸੰਭੜਿਆਲ ਦੇ 4 ਜਿਨ੍ਹਾਂ ਨੂੰ ਮਾਰ ਰੋਜ਼ ਪੈਂਦੀ ਸੀ, ਉਹ ਕਹਿੰਦੇ ਸੀ ਜੇ ਤੁਸੀਂ ਨੱਸੇ ਅਸੀਂ ਉਹ ਏਜੰਟ ਨੂੰ ਦੱਸ ਦੇਣਾ। ਹੁਣ ਏਜੰਟ ਨੇ ਉਹਨਾਂ ਅਸੀਂ ਉਹਨੂੰ ਪਹਿਲੋਂ ਦੱਸ ਦੇਣਾ ਲੈ ਵੀ ਆ ਨੱਸਣ ਲੱਗੇ। ਉਹ ਡਰੇ ਅਸੀਂ ਲੈ ਵੀ ਕਿ ਨੱਸਿਆ ਤੇ ਜਾਣਾ ਨਹੀਂ, ਨੱਸਿਆ ਵੀ ਤੇ ਮਾਰ ਸਾਨੂੰ ਵੀ ਨਾਲ ਹੀ ਪੈ ਜਾਣਾ। ਅਸੀਂ ਉਹਨਾਂ ਬਥੇਰਾ ਆਖਿਆ ਸੀ, ਸਾਰਿਆਂ ਨੇ ਆਖਿਆ ਲੈ ਵੀ ਤੁਸੀਂ ਦੱਸੋ ਏਜੰਟ ਤੇ ਤੁਹਾਨੂੰ ਜਿਹੜਾ ਮਾਰਦਾ ਅਸੀਂ ਵੀ ਤੁਹਾਨੂੰ ਫਿਰ ਮਾਰਨਾ ਵਾ, ਕਿ ਅਸੀਂ ਤੁਹਾਡਾ ਸਾਹਸ ਕਰੀਦਾ ਕਿ ਅਸੀਂ ਕਿਹੜਾ ਇਕੱਲੇ ਦਾ, ਸਾਰੇ ਹੀ ਕਹਿੰਦੇ ਸਾਰੇ ਹੀ ਨੱਸੀਏ, ਇੱਥੇ ਹੀ ਮਰੇ ਪਏ, ਇੱਥੇ ਭਾਵੇਂ ਮਰ ਜਾਈਏ ਅਸੀਂ, ਲੇਕਿਨ ਨੱਸਣ ਲੱਗਿਆ ਸਾਰੇ ਡਰਦੇ ਸੀ। ਉਹ ਸਿਆਣਿਆਂ ਦੀ ਮਿਸਾਲ ਹੈ ਕਿ ਉਹ ਬਾਂਦਰੀ ਦੇ ਪੈਰ ਸੜਨ ਲੱਗੇ, ਉਹਨੇ ਆਪਣੇ ਬੱਚੇ ਪੈਰਾਂ ਥੱਲੇ ਲੈ ਲਏ। ਸਾਨੂੰ ਹਰਬਾ ਇਸਤੇਮਾਲ ਕਰਨਾ ਪਿਆ ਸੀ ਜਿਹੜਾ ਨਾ, ਉਹ ਤੁਰਕਾ ਜਿਹੜਾ ਨਾ ਜਦੋਂ ਲੈ ਕੇ ਆਇਆ ਨਾ ਦੋਵਾਂ ਛਾਪਰਾਂ ਵਿੱਚ, ਉਹਨੇ ਨਾ ਵਾਹ ਕੋਈ ਚਿਕਨ ਚੁਕਨ ਤੇ ਉਹ ਇੱਕ ਮੇਕ ਦਵਰਾਂ ਪਰਾਂ ਖਾਣ ਪੀਣ ਵਾਲੇ ਨਾ 2 ਛਾਪਰ ਭਰੇ। ਤੇ ਸਾਨੂੰ ਪਤਾ ਲੱਗ ਗਿਆ ਜਾਨੀ ਵਾਰ ਬਾਹਰੋਂ ਇੱਕੋ ਕੁੰਡੀ ਮਾਰ ਕੇ ਗਿਆ, ਕੋਈ ਤਾਲਾ ਨਹੀਂ ਉਹਨੇ ਮਾਰਿਆ। ਅਸੀਂ ਮਗਰੋਂ ਨਾ ਬੈਗ ਮੈਂ ਆਪਣਾ ਵੀ ਪੈਕਿੰਗ ਕਰਕੇ ਨਾ ਸਾਰਾ ਸਮਾਨ, ਬੂਟ ਵੀ ਵਿੱਚ, ਬੈਗ ਦੇ ਕੱਪੜੇ ਵੀ ਆਪ, ਸਿਰਫ ਇੱਕ ਟਰਾਊਜ਼ਰ ਪਾਇਆ ਤੇ ਇੱਕ ਸ਼ਰਟ ਪਾਈ ਤੇ ਬੈਗ ਦਰਵਾਜ਼ੇ ਦੇ ਨਾਲ ਰੱਖਤਾ।
ਬਾਕੀਆਂ ਨੂੰ ਮੈਂ ਸਾਰਿਆਂ ਨੂੰ ਨਾ ਅਸੀਂ ਇੱਕ ਦੂਸਰੇ ਨੂੰ ਗਾਲਾਂ ਪਾਉਣ ਲੱਗ ਪਏ, ਲੈ ਵੀ ਆਖਰੀ ਮੌਕਾ ਨਿਕਲ ਜਾਓ ਇੱਥੋਂ। ਉੱਥੋਂ ਦੋਸਤੋ ਅਸੀਂ ਜਿਹੜਾ ਨਾ ਉਹਨੇ ਦਰਵਾਜ਼ਾ ਖੋਲਿਆ ਵੇ, ਜਿਵੇਂ ਖੋਲਿਆ ਸਾਜਨ ਨੂੰ ਪਹਿਲੋਂ ਅਸੀਂ ਹਲਾਸ਼ੇਰੀ ਦਿੱਤੀ, ਉਹ ਟੁੱਟ ਕੇ ਪਿਆ ਤੁਰ ਕੇ ਨੂੰ ਉੱਤੇ। ਮੈਂ ਤੇ ਫਰਿਆਦ ਜਿਹੜਾ ਲੜਕਾ ਨਾ ਸਾਡੇ ਨਾਲ ਮੁੰਡਾ ਦੋਸਤ ਬਹਿਰੀਨ ਮੇਰੇ ਨਾਲ ਫੇਸਬੁੱਕ ਤੇ ਫਰੈਂਡ ਹੈ, ਫੇਸਬੁੱਕ ਮੇਰੀ ਆਈਡੀ ਹੈ ਜ਼ਾਹਰ ਢਿੱਲੋਂ ਦੇ ਨਾਮ ਤੋਂ, ਜ਼ਾਹਰ ਢਿੱਲੋਂ 162 facebook.com/ਜ਼ਾਹਰ ਢਿੱਲੋਂ 162 ਫੇਸਬੁੱਕ ਮੇਰੀ ਆਈਡੀ ਹੈ। ਮੇਰਾ ਪੇਜ ਵੀ ਇੱਥੇ YouTube ਚੈਨਲ ਦੇ ਜਿਹੜਾ ਨਾ ਲਿੰਕ ਦੇ ਵਿੱਚ ਅਬਾਊਟ ਵਿੱਚ ਜਾਓ, ਉੱਥੋਂ ਵੀ ਤੁਹਾਨੂੰ ਪੇਜ ਮਿਲ ਜਾਏਗਾ। ਵੈਬਸਾਈਟ ਵੀ ਮੇਰੀ ਹੈ, ਠੀਕ ਹੈ। WhatsApp ਜਿਹੜਾ ਨਾ ਗਰੁੱਪ ਲਿੰਕ ਵੀ ਹੈਗਾ ਉੱਥੇ ਜ਼ਾਹਰ ਕੰਪਿਊਟਰ ਮੋਬਾਈਲ ਦਾ। ਫੇਸਬੁੱਕ ਤੇ ਮੇਰਾ ਫਰੈਂਡ ਵੇ, ਉਹਨੂੰ ਪੁੱਛ ਸਕਦੇ ਹੋ ਬੇਸ਼ੱਕ। ਅਸੀਂ ਉਹ ਜਿਹੜਾ ਤੁਰਕਾ ਨਾ ਉਹਨੂੰ ਟੁੱਟ ਕੇ ਅੱਗੋਂ ਪੈ ਗਏ ਆ, ਸਾਜਨ ਨੇ ਉਹਨੂੰ ਢਾਇਆ। ਅਸੀਂ ਆਵਾਜ਼ਾਂ ਦਿੱਤੀਆਂ, ਜਿਹੜੇ ਬੰਦੇ ਸੀ ਉਹਨਾਂ ਨੇ ਆਪਣੀਆਂ ਜੁੱਤੀਆਂ ਵੀ ਨਹੀਂ ਪਾਈਆਂ, ਆਪਣੇ ਬੈਗ ਵੀ ਨਹੀਂ ਫੜੇ। ਉੱਥੋਂ ਨਾ ਜਿਹੜਾ ਸਾਰਿਆਂ ਨੇ ਨੱਸਣਾ ਸ਼ੁਰੂ ਕਰ ਦਿੱਤਾ। ਸੋਰੀ ਦੋਸਤੋ, ਮੈਂ ਥੋੜੀ ਜਿਹੀ ਵਿੱਚ ਗੱਲ ਭੁੱਲ ਗਿਆ ਸੀ। ਜਿਹੜਾ ਸਾਡੇ ਨਾਲ ਗਿਆ ਸੀ ਨਾ, ਸਾਡੇ ਇਲਾਕੇ ਦੇ ਇੱਥੋਂ ਭਾਈ ਗਿਆ ਸੀ ਮੌਲਵੀ, ਜਿੰਨੀ ਅਬਦੁਲ ਰਊਫ ਨੇ ਦੱਸਿਆ ਸੀ ਕਿ ਉਹਨਾਂ ਨੇ ਦਾੜੀ ਦੂੜੀ ਮੁੰਨੀ ਸੀ। ਉਹ ਜਿਹੜੀ ਜਗ੍ਹਾ ਤੇ ਅਸੀਂ ਕਹਿ ਸੀ ਨਾ, ਜਿੱਦਣ ਅਸੀਂ ਨੱਸਿਆ ਉਸ ਤੋਂ ਇੱਕ ਰਾਤ ਪਹਿਲੋਂ ਸਾਡੇ ਕੋਲ ਪਹੁੰਚ ਜਾਂਦਾ। ਇੱਥੇ ਸਾਡੇ ਕੋਲ ਜਦੋਂ ਪਹੁੰਚਦਾ ਨਾ ਉਹ ਬੰਦਾ, ਤੇ ਅਸੀਂ ਉਹਨੂੰ ਸਾਰੀ ਸਟੋਰੀ ਦੱਸਦੇ ਹਾਂ, ਲੈ ਵੀ ਕਿ ਇਹ ਸਾਰਾ ਕੁਝ ਜਿਹੜਾ ਨਾ ਸਿਸਟਮ ਹੈ, ਤੇ ਸਾਨੂੰ ਇੱਥੇ 16-17 ਦਿਨ ਹੋ ਗਏ ਵੇ, ਤੇ ਬਹੁਤ ਭੈੜਾ ਹਾਲ ਹੈ, ਤੇ ਇਹ ਕੁਛ ਕਰਦੇ। ਉਹਨੇ ਪਤਾ ਕੀ ਕਿਹਾ ਸਾਨੂੰ, ਉਹ ਦਿਨ ਹਜੇ ਪਹਿਲੇ ਦਿਨ ਆਇਆ ਸੀ, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ, ਅਸੀਂ ਵੀ ਇਹੋ ਹੀ ਸਮਝਿਆ ਜਿਵੇਂ ਅਸੀਂ ਪਿੱਛੂ ਆ ਰਹੇ ਹਾਂ ਚੈਨ ਇੱਕ ਚੱਲਣ ਦੀ, ਉਹ ਹਿਸਾਬ ਨਾਲ ਕਿ ਨਾ ਲੈ ਵੀ ਉਹ ਤਲਤ, ਉਹ ਜਿਹੜਾ ਜੈਂਟ ਸੀ ਨਾ, ਜਿਹੜਾ ਜਿਹਨੇ ਅੱਗੇ ਮੁੰਡਾ ਸੀ ਜਿਹਨੇ ਜੈਂਟ ਕੀਤਾ, ਜਿਹਨੇ ਕਰਨਾ, ਮੇਰਾ ਗੁਆਂਢੀ ਹੈ, ਕੋਈ ਟੈਨਸ਼ਨ ਨਹੀਂ, ਲੈ ਐਵੇਂ ਹੀ ਹੋਣਾ ਤਲਤ ਦੀ ਐਸੀ ਟੈਸੀ, ਐਵੇਂ ਨਾ ਬੜੀਆਂ ਗੱਲਾਂ ਸੁਣਾਈ। ਉਹ ਮੌਲਵੀ ਨੇ ਸਾਨੂੰ ਆਣ ਕੇ ਦੱਸਿਆ ਸੀ ਕਿ ਕਾਸਮ ਤੇ ਜਿਹੜਾ ਨਾ ਰਊਫ, ਇਹ ਜਿਹੜੇ ਵੇ ਇਹ ਸਮਝੋ ਕਿ ਉੱਥੇ ਬਾਰਡਰ ਤੇ ਫੜੇ ਗਏ ਸੀ। ਅਸੀਂ ਉਹਨੂੰ ਜਦ ਦੱਸਿਆ ਨਾ, ਤੇ ਉਹਨੇ ਹੀ ਆਖਿਆ, ਉਹਨੇ ਕਿਹਾ ਕੋਈ ਰੌਲਾ ਨਹੀਂ। ਅਗਲੇ ਦਿਨ ਜਦੋਂ ਅਸੀਂ ਉਹਨੂੰ ਮਾਰਿਆ ਨਾ, ਨੱਸਣ ਲੱਗਿਆ, ਤੇ ਮੌਲਵੀ ਜਿਹੜਾ ਨਾ, ਉਹ ਸਿਆਲਕੋਟ ਦੇ ਜਿਹੜੇ 4 ਮੁੰਡੇ ਸੀ, ਉਹਨਾਂ 'ਚ ਇੱਕ ਮੁੰਡਾ ਜਿਹੜਾ ਜਿਹਨੂੰ ਜ਼ਿਆਦਾ ਮਾਰ ਪਈ ਸੀ ਉਹ ਨਹੀਂ ਨੱਸਿਆ, ਤੇ ਇੱਕ ਮੌਲਵੀ ਸਾਡਾ ਨਹੀਂ ਨੱਸਿਆ, ਤੇ ਇੱਕ ਉਹ ਚਾਚਾ ਰਜਬ ਜਿਹੜਾ ਫੈਸਲਾਬਾਦ ਦਾ ਸਿੱਧੂਪੁਰੇ ਵਾਲਾ, ਉਹ ਨਹੀਂ, ਤੇ ਇੱਕ ਲੜਕਾ ਹੋਰ ਸੀ, ਉਹ ਯਾਨੀ ਕਿ ਸਾਡਾ ਦੋਸਤ ਨੇ ਸੀ ਪੈਸੇ ਸੀ। ਇਹ 4 ਬੰਦੇ ਨਹੀਂ ਨੱਸੇ। ਇਹਨਾਂ ਨੂੰ ਬੜਾ ਆਖਿਆ ਲੈ, ਮੌਲਵੀ ਨੱਸਿਆ, ਨੇ ਕਿਹਾ ਨਹੀਂ ਕੋਈ ਰੌਲਾ ਨਹੀਂ, ਕੋਈ ਟੈਨਸ਼ਨ ਨਹੀਂ ਹੈਗੀ। ਉਹ ਸਫਦਰ ਜਿਹੜਾ ਮੇਰੇ ਨਾਲ ਦਾ, ਉਹ ਤਾਂ ਸਮਝੋ ਉੱਥੇ ਬੇਹੋਸ਼ ਐਵੇਂ ਪਿਆ ਜਿਵੇਂ ਮੁਰਦਾ ਹੁੰਦਾ ਵੇ। ਸਾਰੇ ਲੋਕਾਂ ਨੇ ਐਵੇਂ ਯਾਨੀ ਕਿ ਭੱਜੋ ਭੱਜ, ਉਹਨਾਂ ਨੇ ਵੇਖਿਆ ਦਰਵਾਜ਼ਾ ਖੁੱਲ੍ਹਾ ਤੇ ਸ਼ੂਟਾਂ ਲਾਤੀਆਂ, ਕਿਸੇ ਨੇ ਪੈਰੀ ਜੁੱਤੀ ਨਹੀਂ ਪਾਈ, ਕਿਸੇ ਨੇ ਆਪਣੇ ਕੱਪੜੇ ਨਹੀਂ ਪਾਏ, ਕਿਸੇ ਨੇ ਆਪਣੇ ਬੈਗ ਬੂਗ ਨਹੀਂ ਫੜੇ। ਜਿਵੇਂ ਹੈ ਸੀ ਨਾ ਦੋਸਤੋ, ਉਵੇਂ ਸਾਰਿਆਂ ਨੇ ਆਪਣਾ ਨਾ ਨੱਸਣ ਦੀ ਕੀਤੀ ਹੈ ਕਿ ਦਵਾ ਦਵਾ ਅਸੀਂ ਇੱਥੋਂ ਨੱਸੀਏ। ਮੈਂ ਜਿਹੜਾ ਨਾ ਸਫਦਰ ਥੱਲੇ ਸਮਝੋ ਸੁੱਤਾ ਸੀ, ਪਿਆ ਸੀ, ਯਾਨੀ ਕਿ ਉਹਨੂੰ ਹੋਸ਼ ਹੀ ਨਹੀਂ ਸੀ ਹੈਗੇ, ਕੋਈ ਪਤਾ ਹੀ ਨਹੀਂ ਸੀ। ਮੈਂ ਯਾਨੀ ਕਿ ਦਰਵਾਜ਼ਾ ਖੁੱਲ੍ਹਾ ਸੀ, ਉਹ ਨਾਲ ਜਿਹੜਾ ਫਰਿਆਦ ਮੇਰਾ ਦੋਸਤ ਸੀ ਨਾ, ਉਹਨੂੰ ਮੈਂ ਆਖਿਆ ਲੈ ਵੀ ਆ ਫਰਿਆਦ ਯਾਰ, ਮੈਂ ਨਾ ਥੱਲੋਂ ਸਫਦਰ ਨੂੰ ਲੈ ਆਵਾਂ, ਬੈਗ ਮੇਰਾ ਵੀ ਥੱਲੇ ਸੀ। ਅਸੀਂ ਤੇ ਉਹਨੂੰ ਮਾਰਦੇ ਕੁੱਟਦੇ ਹੀ ਉੱਤੇ ਨੂੰ ਗਏ ਨਾ, ਅਸੀਂ ਤਿੰਨਾਂ ਜਾ ਕੇ ਦਰਵਾਜ਼ਾ ਬਾਹਰਲਾ ਖੁੱਲ੍ਹਾ ਰਹਿਣ ਦਿੱਤਾ, ਤੇ ਫਿਰ ਮਗਰੋਂ ਆਵਾਮ ਨੂੰ ਆਵਾਜ਼ ਦਿੱਤੀ ਆ ਜਾਓ, ਤੇ ਹਰ ਇੱਕ ਨੂੰ ਆਪੋ ਆਪਣੀ ਪਈ ਹੈ, ਭੱਜੇ ਹੋਏ ਆਪੋ ਆਪਣੇ। ਉੱਥੇ ਕੋਈ ਜਿਵੇਂ ਦਾ ਮੰਜ਼ਰ ਹੈ ਜਗ੍ਹਾ, ਯਕੀਨ ਕਰੋ ਉੱਥੇ ਭਰਾ ਨੂੰ ਨਹੀਂ ਸਮਝਦਾ, ਉੱਥੇ ਹਰ ਇੱਕ ਨੂੰ ਆਪਣੀ ਜਾਨ ਦੀ ਫਿਕਰ ਹੁੰਦੀ ਹੈ। ਮੈਂ ਨਾ ਉੱਤੋਂ ਵਾਪਸ ਥੱਲੇ ਨੂੰ ਨੱਸਿਆ, ਸੀੜੀਆਂ ਮੈਂ 2 ਵਾਰੀ ਘੁੰਮਦੀਆਂ ਵੇ ਥੱਲੇ ਜਾ ਕੇ, ਉਹ ਕਮਰਾ ਵੇ ਤਹਿਖਾਨੇ 'ਚ ਜਿੱਥੇ ਸਾਨੂੰ ਡੱਕਿਆ ਸੀ। ਮੈਂ ਉੱਥੇ ਨੱਸਦਾ ਵਾਂ, ਨੱਸ ਕੇ ਨਾ ਉਹ ਸਫਦਰ ਨੂੰ ਮੈਂ ਨਾਲੇ ਠੁੱਡਾ ਮਾਰ ਕੇ ਕਹਿੰਦਾ ਉੱਠ ਨੱਸ। ਮੈਂ ਆਪਣਾ ਬੈਗ ਮੋਢੇ ਤੇ ਪਾਉਂਦਾ, ਉਹਨੂੰ ਬਾਂਹ ਤੋਂ ਧਰੋਂਦਾ ਵਾਂ, ਤੇ ਉਹਨੂੰ ਮੈਂ ਨਾ ਰੇੜ ਰਾ ਕੇ ਨਾ ਉਹਨੂੰ ਬਾਹਰ ਨੂੰ ਕੱਢਦਾ ਵਾਂ। ਮਗਰਬ ਦਾ ਟਾਈਮ ਹੁੰਦਾ ਜਦੋਂ ਅਸੀਂ ਬਾਹਰ ਉੱਥੋਂ ਨਿਕਲਦੇ ਆ ਨਾ, ਉਹ ਸੁਰੰਗ 'ਚੋਂ ਬਾਹਰ 4 ਬੰਦੇ ਨਹੀਂ ਨਿਕਲਦੇ। ਇੱਕ ਫੈਸਲਾਬਾਦ ਦਾ ਚਾਚਾ ਰਜਬ ਸ਼ਾਇਦ ਹੁਣ ਆ ਗਿਆ ਹੋਇਆ, ਜਾਂ ਸਾਨੂੰ ਉਹਦੀ ਹਿਸਟਰੀ ਦਾ ਨਹੀਂ ਪਤਾ। ਇੱਕ ਸਾਡੇ ਨਾਲ ਦਾ ਮੌਲਵੀ ਜਿਹੜਾ ਇੱਥੋਂ ਫੈਸਲਾਬਾਦ ਭਾਈ ਵਾਲੇ ਦਾ ਸੀ, ਜਿਹੜਾ ਸਾਡੇ ਜੈਂਟ ਦਾ ਗਵਾਂਢੀ ਸੀ। ਜੈਂਟ ਕੀ ਜਿਹੜਾ ਉਹ ਬੰਦਾ ਬਾਹਰ ਸੀ ਸਾਡੇ ਵਾਸਤੇ, ਤੇ ਉਹੀ ਜੈਂਟ ਹੀ ਸੀ ਨਾ, ਉਹਦਾ ਗਵਾਂਢੀ ਸੀ ਜਿਹੜਾ, ਉਹ ਇੱਕ ਨਹੀਂ ਨੱਸਿਆ। ਤੇ ਇੱਕ ਉਹ ਸਿਆਲਕੋਟ ਦੇ ਜਿਹੜੇ 4 ਮੁੰਡੇ, ਇੱਕ ਉਹਨਾਂ 'ਚੋਂ ਨਹੀਂ ਨੱਸਿਆ, ਤੇ ਇੱਕ ਮੁੰਡਾ ਹੋਰ ਨਹੀਂ, 4 ਨਹੀਂ ਨੱਸੇ, ਬਾਕੀ ਅਸੀਂ ਮੁੰਡੇ ਨੱਸ ਗਏ।
ਜਦੋਂ ਉੱਥੋਂ ਬਾਹਰ ਨਿਕਲੇ ਆ ਨਾ, ਇੱਕ ਸਾਈਡ ਤੇ ਸਮੁੰਦਰ, ਇੱਕ ਸਾਈਡ ਤੇ ਜੰਗਲ, ਆਏ ਤੇ ਅਸੀਂ ਗੱਡੀਆਂ 'ਚ ਸੀ। ਹੁਣ ਜਿਹੜੇ ਅਸੀਂ 12-13 ਬੰਦੇ ਨੱਸੇ ਆ ਨਾ, ਉਥੋਂ ਨੱਸਿਆ ਕਿਸੇ ਨੂੰ ਨਹੀਂ ਪਤਾ, 2 ਐ ਨੂੰ ਸ਼ੂਟਾਂ ਲੱਗ ਗਏ, 2 ਇੱਧਰ ਨੂੰ, 2 ਪਿੱਛੇ ਨੂੰ, 2 ਇੱਧਰ ਨੂੰ, ਜਿੱਧਰ ਨੂੰ ਕਿਸੇ ਦਾ ਮੂੰਹ ਹੁੰਦਾ ਨਾ। ਮੈਂ ਥੱਲੋਂ ਗਿਆ ਸੀ, ਮੈਂ ਆਪਣਾ ਬੈਗ ਚੁੱਕ ਲਿਆਂਦਾ ਸੀ। ਬਾਹਰ ਨਿਕਲਿਆ ਸੀ, 6 ਕੁ ਮੁੰਡੇ ਰਹਿ ਗਏ ਸੀ, ਬਾਕੀ ਦਾ ਪਤਾ ਨਹੀਂ ਉਹ ਹੁਣ ਇੱਧਰ ਨੂੰ ਗਏ ਜਾਂ ਇੱਧਰ ਨੂੰ ਗਏ ਜੰਗਲ ਵਾਲੇ ਸਾਰੇ। ਅਸੀਂ ਟੁਰ ਪਏ, ਲੇਕਿਨ ਉਹ ਅਸੀਂ ਹੋਰ ਸੜਕ ਨੂੰ ਪਏ, ਯਾਨੀ ਕਿ ਹੋਰ ਰਾਹ ਨੂੰ ਪਏ ਸੀ। ਕਰ ਕਰਾ ਕੇ ਜੀ ਉਹਨਾਂ ਨੇ ਜਿਹੜਾ ਨਾ ਸਾਨੂੰ ਵਾਹ ਅਸੀਂ ਨੱਸਿਆ। ਜਦੋਂ ਬਾਹਰ ਨਿਕਲਿਆ ਸੀ ਨਾ, ਯਕੀਨ ਕਰੋ ਬਾਹਰ ਦੀ ਹਵਾ ਐਵੇਂ ਸੀ, ਸਮਝ ਲਓ ਕਿ ਇੱਕ ਜੈਨੂਅਨ ਗੱਲ ਹੈ, ਹਕੀਕਤ ਨਾਲ, ਜਿਵੇਂ ਇੱਕ ਬੰਦਾ ਮਰ ਕੇ ਦੁਬਾਰਾ ਨਹੀਂ ਪੈਦਾ ਹੁੰਦਾ, ਅਸੀਂ ਐਵੇਂ ਹੀ ਸੇਮ। ਬੜਾ ਅੱਲਾ ਦਾ ਸ਼ੁਕਰ ਕਰੀਏ। ਤੇ ਉੱਥੋਂ ਨੱਸ ਨੰਗੀ ਪੈਰੀ ਸਾਰੇ ਵਾਹ ਜੰਗਲ 'ਚ ਅੱਗੇ ਆਣ ਕੇ ਨਾ, ਜੰਗਲ 'ਚ ਕੰਡੇ ਬਥੇਰੇ, ਮੱਛਰ ਬੜਾ ਉੱਥੇ ਜੰਗਲ ਦੇ ਵਿੱਚ। ਅਸੀਂ ਜਿਹੜਾ ਨਾ ਅੱਗੇ ਆਣ ਕੇ ਨੱਸ ਕੇ ਮੈਂ ਕੀ ਕੀਤਾ, ਮੈਂ ਆਪਣੀ ਯਾਨੀ ਕਿ ਨਾ ਉਹਦੇ 'ਚੋਂ ਕੱਢੇ ਬੈਗ ਦੇ ਵਿੱਚੋਂ ਆਪਣੇ ਬੂਟ ਕੱਢੇ ਵੇ, ਉਹ ਪਾਏ ਵੇ, ਤੇ ਬੈਗ ਫਿਰ ਮੋਢੇ ਤੇ ਪਾਇਆ। ਫਿਰ ਨੱਸਦੇ ਨੱਸ ਜੰਗਲ 'ਚ ਟੁਰ ਬੜਾ ਫਿਰੇ ਆ ਜੰਗਲ 'ਚ। ਅਸੀਂ ਸਮਝੋ ਯੂਨਾਨ ਦੇ ਕਿਨਾਰੇ ਦੇ ਉੱਤੇ ਸਾਂ। ਉੱਥੋਂ ਫਿਰ ਵਾਪਸੀ ਅਸੀਂ ਜੰਗਲ ਵੱਲ ਨੂੰ, ਤੁਰਕੀ ਵੱਲ ਨੂੰ ਟੁਰੇ ਆ। ਉਹ ਦੋਸਤੋ, ਅਸੀਂ ਸਫ਼ਰ ਕੀਤਾ ਵੇ, ਰਾਤ ਸਾਰੀ ਐਵੇਂ ਟੁਰ ਕੇ ਰਾਤ ਵੀ ਜੰਗਲ 'ਚ ਟੁਰਦੇ ਹੀ ਰਹੇ। ਲੱਭਦੇ ਰਹੇ ਨਾਲ ਦੇ ਜਿਹੜੇ ਮੁੰਡੇ ਨੱਸੇ, ਉਹ ਪਤਾ ਨਹੀਂ ਕਿਹੜੇ ਸਾਈਡ ਨੂੰ ਨਿਕਲ ਗਏ। ਅਸੀਂ 6 ਰਹਿ ਗਏ, ਉਹ 7 ਜਿਹੜੇ ਮੁੰਡੇ ਹੁਣ ਪਤਾ ਨਹੀਂ 7 ਇਕੱਠੇ ਹੋਏ ਜਾਂ ਉਹਨਾਂ 'ਚ ਕੋਈ ਨਿਕੜੇ ਵੇ, ਕਿੱਧਰ ਹੈ ਕੋਈ ਪਤਾ ਨਾ ਲੱਗੇ। ਅਸੀਂ ਦੋਸਤੋ ਕੀ ਕੀਤਾ, ਅਸੀਂ ਜਿਹੜਾ ਨਾ ਟੁਰ ਕੇ ਜਿਹੜਾ ਨਾ ਅਗਲਾ ਦਿਨ ਆ ਗਿਆ, ਜ਼ਾਨਾ ਹੋਣ ਲੱਗ ਪਈਆਂ ਜੰਗਲ ਦੇ ਵਿੱਚ ਹੀ। ਅਸੀਂ ਜੰਗਲ ਦੇ ਵਿੱਚ ਹੀ ਰਾਤ ਕੱਢੀ ਹੈ। ਇੱਕ ਜਗ੍ਹਾ ਮਿਲੀ ਜਦੋਂ ਅਸੀਂ ਸਾਨੂੰ ऑडियो म्यूट बाई जाहिर ढिल्लू, ऑडियो म्यूट बाई जाहिर ढिल्लू। ਐਵੇਂ ਬੰਦਾ ਆਖਿਆ, ਅਸੀਂ ਨਾ ਨੇੜੇ ਰੁਕੀਏ ਵੀ ਨਾ, ਕੋਸ਼ਿਸ਼ ਕਰੀਏ ਟੁਰੀ ਜਾਈਏ ਕਿ ਇੱਥੋਂ ਜਿੰਨਾ ਹੋ ਸਕੇ ਦੂਰ ਹੀ ਪਹੁੰਚ ਕੇ ਲੈ ਵੀ ਸਾਡੇ ਮਗਰ ਬੰਦੇ ਨਾ ਰਲ। ਅੱਲਾਹ ਤਾਲਾ ਨੇ ਸਬੱਬ ਲਾਇਆ, ਅਸੀਂ ਤੇ ਆਪਣੀ ਉਮੀਦ ਲਾਤੇ ਸੀ ਲੈ ਵੀ ਇੱਥੋਂ ਨੱਸਣ ਵਾਲੀ। ਅੱਲਾਹ ਤਾਲਾ ਜੋ ਚਾहे वो करवा सकता। ऑडियो म्यूट बाई जाहिर ढिल्लू। मेरी वीडियो अगर अच्छी लगे इसे लाइक कीजिए, शेयर कीजिए, कमेंट कीजिए और मेरे चैनल को सब्सक्राइब कीजिए। और अच्छी इस तरह की वीडियो देखने के लिए मेरा चैनल जरूर सब्सक्राइब कीजिए। थैंक यू फॉर वॉचिंग। अल्लाह हाफिज़। ऑडियो म्यूट बाई जाहिर ढिल्लू। मेरी वीडियो अगर अच्छी लगे इसे लाइक कीजिए, शेयर कीजिए, कमेंट कीजिए और मेरे चैनल को सब्सक्राइब कीजिए। और अच्छी इस तरह की वीडियो देखने के लिए मेरा चैनल जरूर सब्सक्राइब कीजिए। थैंक यू फॉर वॉचिंग। अल्लाह हाफिज़। अगला दिन भी जंगल च गुजारिया ते बड़ा हथ जोड़िए अल्लाह ताला शुक्र करिए, तान समान वाल मूँह करिए सारे बंदे, बड़ा अल्लाह का शुक्र करिए। या अल्लाह तेरा शुक्र है, या अल्लाह तेरा शुक्र है कि जिन्ना करिए उन्ना ही घट सी। करद्या करांद्या दोस्तों उत्थों जिहड़ा ना सानू अगला दिन भी असी जंगल दे विच रहे। करद्या करांद्या उत्थे ही फिरदे टुरदे सफ़र ढेर से थोड़ा नहीं सी, पता नहीं किन्ना सफ़र। लेकिन है कि जदों मौत बंदे नूं नज़र आउंदी है ना, समझो कि एक उंगल दा पोटा तुसीं किसी शै नूं उड़ाता ना, तो मौत दा इन्ना खौफ है कि आ पोटा ही समझ लो एवें कि वैल्ड हो जाता। वैल्ड भी टुट सकदा लेकिन ऐ नहीं ठुखड़ सकदा। इन्ना पावरफुल बंदे नूं कर दिंदा वे कि डर मौत दा बहुत ज़्यादा हुंदा है। बड़ा असीं टुरे आ, थके भी आ, फिर भी टुरी गए आ। कोई उत्थों कैच रिहाई होने की खुशी च टुरे गए आ, तो कोई वैसे असी यानी कि टुरे गए हैं लै भी के हुण ना रुकना नहीं, कोई बंदा ना पिछू दोबारा फड़ ले सन। करद्या करांद्या ना असी यानी कि ना वाहवा असी जड़ा ना जंगल क्रॉस कर लिया। अगे जाके ना एक ना जिवें एक कोठी जी कोई बनांदी सी, बिल्डिंग जी, खाली ढांचा खड़ा सी। असी तुर्की की हदूद दे विच नेड़े गए सां। वो ढांचा जिहा खड़ा सी। असी जड़ा ना की कीता, असी ना वो
ਉਧਰ ਨੂੰ ਗਏ ਆ ਢਾਂਚਿਆਂ, ਅਗਲੇ ਦਿਨ ਸ਼ਾਮ ਪੈ ਗਈ ਤੇ ਉਧਰ ਨੂੰ ਗਏ ਆ। ਉੱਥੇ ਜਾ ਕੇ ਵੇਖਿਆ ਕੋਈ ਸ਼ੈ ਨਾ, ਆਲੇ ਦੁਆਲੇ ਜੰਗਲ ਹੀ ਜੰਗਲ ਸਾਈਡਾਂ ਤੇ ਕੋਈ ਸ਼ੈ ਨਾ, ਤੇ ਉਹ ਕੱਲਾ ਢਾਂਚਾ ਜਿਹਾ ਸੀ। ਇੱਕ ਦੋ ਬੰਦਾ ਗਏ ਅੰਦਰ, ਵੜਿਆ ਵੇਖਿਆ ਅੰਦਰ ਵੀ ਕੋਈ ਸ਼ੈ ਨਾ। ਅਸੀਂ ਸਾਰਿਆਂ ਨੂੰ ਕਿਹਾ ਆ ਜਾਓ ਇੱਥੇ ਝੱਟ ਆਰਾਮ ਕਰਦੇ ਹਾਂ। ਅਸੀਂ ਉਹ ਰਾਤ ਜਿਹੜੀ ਉੱਥੇ ਗੁਜ਼ਾਰੀ, ਸਭ ਤੋਂ ਅਸੀਂ ਘੁੰਮਦੇ ਘੁੰਮਦੇ ਉਤਲੀ ਬਿਲਡਿੰਗ ਦੇ ਉੱਤੇ ਚੱਲ ਗਏ ਹਾਂ। ਜਦੋਂ ਉੱਤੇ ਗਏ ਆ ਸਾਨੂੰ ਐਵੇਂ ਨਾ ਦੂਰੋਂ ਰੋਸ਼ਨੀਆਂ ਆਉਣ, ਇਸਤੰਬੁਲ ਸ਼ਹਿਰ ਦੀਆਂ ਨਜ਼ਰ ਆਉਣ। ਮੈਂ ਆਪਣੇ ਬੈਗ 'ਚੋਂ ਚਾਦਰ ਸੀ ਉਹ ਕੱਢੀ ਹੈ, ਵਿਛਾਈ ਹੈ, ਵਿਛਾ ਕੇ ਅਸੀਂ ਸਾਰੇ ਉਹਦੇ 'ਤੇ ਲੰਮਿਆਂ ਪੈ ਗਏ ਹਾਂ ਥੱਲੇ ਵਿਛਾ ਕੇ। ਜਿਹੜੇ ਅਸੀਂ 5-6 ਬੰਦੇ ਸੀ, ਉਹ ਬੈਗ ਦੇ ਵਿੱਚ ਮੇਰੇ ਕੋਲ ਚਨੇ ਜਿਹੜੇ ਸਲਾਬੇ ਹੋਏ ਸੀ ਉਹਨਾਂ ਨੂੰ ਨਾ ਬਾਹਰ ਕੱਢਿਆ ਰੱਖਿਆ। ਬਾਹਰ ਕੱਢ ਕੇ ਉਹਨਾਂ ਨੂੰ ਰੱਖਿਆ ਤੇ ਉਹਨਾਂ ਨੂੰ ਹਵਾ ਹੋ ਫਿਰੀ ਕੋਈ ਅੱਧਾ ਘੰਟਾ। ਤੇ ਅਸੀਂ ਕੀ ਕੀਤਾ, ਅਸੀਂ ਜਿਹੜਾ ਨਾ ਉਹਨੂੰ ਖਾਧਾ ਸਾਰਿਆਂ ਨੇ। ਭੁੱਖ ਲੱਗੀ ਸੀ, ਉਹ ਖਾ ਗੁਜ਼ਾਰਾ ਕੀਤਾ ਕਰਕੇ ਗੁਜ਼ਾਰਾ। ਅਸੀਂ ਉੱਥੋਂ ਦੋਸਤੋਂ ਦਿਨ ਚੜਿਆ ਤੇ ਮੈਂ ਨਾ ਇਹਨਾਂ ਨੂੰ ਆਖਿਆ ਲੈ ਵੀ ਮੈਂ ਨਾ ਤੁਸੀਂ ਇੱਥੇ ਰਹੋ ਤੇ ਮੈਂ ਨਾ ਕਿ ਤੂੰ ਮੋਬਾਈਲ ਲੱਭ ਕੇ ਲਿਓ, ਉਹ ਸਿਮ ਲੱਭ ਕੇ ਲਿਆਉਣਾ ਵਾ, ਨਾਲੇ ਮੋਬਾਈਲ ਚਾਰਜ ਕਰੀਏ, ਨਾਲੇ ਕੁਛ ਖਾਣ ਨੂੰ ਲੱਭ ਕੇ ਲਿਆਈਏ, ਭੁੱਖੇ ਆ ਸਾਰੇ। ਮੈਂ ਉੱਥੋਂ ਸਾਰਿਆਂ ਦੋਸਤਾਂ ਨੂੰ ਇਕੱਠਿਆਂ ਕੀਤਾ, ਯਾਨੀ ਕਿ ਸਾਰਿਆਂ ਨੂੰ ਕਿਹਾ ਜਿੰਨੇ ਕੋਲ ਜਿੰਨੇ ਪੈਸੇ ਹੈ ਲਿਆਓ। ਉਹ ਕਿਸੇ ਕੋਲ ਕੋਈ 20 ਯੂਰੋ ਨਿਕਲੇ, ਕਿਸੇ ਕੋਲ 10 ਲੀਰੇ, ਕਿਸੇ ਕੋਲ ਪਾਕਿਸਤਾਨੀ ਸੀ ਪੈਸੇ, ਐਵੇਂ ਕਰ ਦੇਣਾ ਕਾਫੀ ਪੈਸੇ ਮੈਂ ਸਾਰੇ ਇਕੱਠੇ ਕੀਤੇ ਵੇ। ਮੈਂ ਉੱਥੋਂ ਜਿਹੜਾ ਨਾ ਪੈਂਟ ਸ਼ਰਟ ਪਾਈ, ਟਰੋਜ਼ਰ ਲਾਇਆ, ਪੈਂਟ ਸ਼ਰਟ ਪਾਈ, ਬੂਟ ਪਾਏ, ਪਾਗ ਨਾ ਉਹ ਸਾਰੇ ਉੱਥੇ ਹੀ ਬੰਦੇ। ਤੇ ਮੈਂ ਨਾ ਉੱਥੋਂ ਨਿਕਲ ਗਿਆ ਪੈਦਲ ਹੀ ਸ਼ਹਿਰ ਲੱਭਣ। ਟੁਰ ਕੇ ਸੁਬਾਹ ਜਾਨਾ ਟਾਈਮ ਦਾ ਟੁਰਨ ਡਿਆ ਵਾਂ, ਮੈਨੂੰ 2-3 ਵੱਜ ਗਏ ਤੇ ਮੈਂ ਪਹੁੰਚਿਆ ਵਾਂ ਉੱਥੇ ਇਸਤੰਬੁਲ ਸ਼ਹਿਰ ਦੇ ਵਿੱਚ ਪਹੁੰਚਿਆ ਵਾਂ। ਪਹੁੰਚ ਕੇ ਮੈਂ ਉੱਥੇ ਨਾ ਇੱਕ ਦੁਕਾਨ ਸੀ ਕਰਿਆਨੇ ਵਾਲੀ, ਉੱਥੋਂ ਜਾ ਕੇ ਮੈਂ ਕੋਈ ਪਾਣੀ ਬੋਤਲਾਂ ਲੈਂਦੇ ਹਾਂ, ਨਾਲੇ ਕੋਈ ਆ ਜੂਸ ਜਾਂ ਕੋਈ ਕੇਕ ਕੂਕ ਲੈ ਕੇ ਖਾਣੇ ਪੀਣੇ, ਭੁੱਖ ਲੱਗੀ ਹੈ। ਮੈਂ ਉੱਥੋਂ ਜਿਹੜਾ ਨਾ ਉਹਨਾਂ ਨੂੰ ਉਹ ਦੁਕਾਨਦਾਰ ਕੋਲ ਗਿਆ ਤੇ ਜਦੋਂ ਮੈਂ ਗਿਆ ਨਾ ਉਹਨੂੰ ਮੈਂ ਪੈਸੇ ਦਿੱਤੇ ਉਹ ਯੂਰੋ, ਤੇ ਉਹਨੇ ਕਿਹਾ ਨਹੀਂ ਚੇਂਜ ਕਰਕੇ ਲਿਆ, ਮਨੀ ਚੇਂਜ ਕਰਾ ਕੇ ਲਿਆ। ਮੈਂ ਉਹਨੂੰ ਆਖਿਆ ਲੈ ਵੀ ਕਿੱਥੋਂ ਹੋਏਗੀ, ਉਹਨੇ ਦੱਸਿਆ ਲੈ ਵੀ ਐਵੇਂ ਨਾ ਉੱਥੇ ਜਾ, ਉੱਥੇ ਬੈਂਕ ਵੀ ਹੈ ਉਹ ਸਾਹਮਣੇ ਜਾਵੇਂ ਸਾਡੇ ਨਹੀਂ ਇੱਧਰ ਮਨੀ ਐਕਸਚੇਂਜ ਵਾਲੇ ਬੈਠੇ ਹੁੰਦੇ ਐਵੇਂ ਦਫ਼ਤਰ ਹੈ। ਮੈਂ ਉੱਧਰ ਨੂੰ ਜਦੋਂ ਗਿਆ ਨਾ ਤੇ ਮੈਂ ਵੇਖਿਆ ਪਰਾਂ ਇੱਕ ਬੈਂਕ ਕੋਲ ਸਿਕਿਉਰਟੀ ਗਾਰਡ ਖਲੋਤਾ, ਤੇ ਮੈਂ ਡਰਾਂ, ਮੈਂ ਲੈ ਵੀ ਆ ਨਾ ਹੋਏ ਮੈਂ ਜਾਵਾਂ ਤੇ ਉੱਥੇ ਫਸ ਜਾਣ ਤੇ ਮੈਨੂੰ ਫੜ ਲੈਣ, ਲੈ ਵੀ ਕੌਣ ਹੈ ਤੂੰ, ਕਿੱਥੋਂ ਆਇਆ, ਕੀ ਗੱਲਬਾਤ ਹੈ। ਖੈਰ ਮੈਂ ਡਰਦਾ ਨਾ ਬੈਂਕ ਵੱਲ ਨਾ ਗਿਆ, ਮੈਂ ਜਿਹੜੇ ਉਹ ਮਨੀ ਐਕਸਚੇਂਜ ਵਾਲੀਆਂ ਸੀ ਨਾ ਦੁਕਾਨਾਂ ਜੀਆਂ ਦਫ਼ਤਰ, ਉੱਧਰ ਗਿਆ ਤੇ ਮੈਂ ਮੂੰਹ ਨੀਵਾਂ ਜਿਹਾ ਕਰਕੇ ਨਾ ਪੈਸੇ ਫੜੇ ਵੇ। ਮੈਨੂੰ ਸ਼ੱਕ ਪੈਂਦੀ ਹੈ 60-70 ਮੇਰੇ ਕੋਲ ਨਾ ਯੂਰੋ ਸੀ, ਉਹ ਮੈਂ ਨਾ ਉਹਨੂੰ ਦਿੱਤੇ, ਮੈਂ ਮਨੀ ਚੇਂਜ, ਯਾਨੀ ਕਿ ਇੰਨਾ ਕੁ ਮੈਂ ਸਿਰਫ ਲਫ਼ਜ਼ ਬੋਲਿਆ। ਉਹਨੇ ਨਾ ਕੰਪਿਊਟਰ ਜੇ ਤੇ ਇੰਟਰ ਮਾਰਿਆ, ਉਹ ਇੱਕ ਸਲਿੱਪ ਜੀ ਐਡੀ ਕੋ ਕੱਢੀ, ਜਿਵੇਂ ਅਸੀਂ ATM ਤੋਂ ਪੈਸੇ ਕੱਢੀ ਦੇ ਉਹ ਸਲਿੱਪ ਨਿਕਲਦੀ ਨਾ, ਉਵੇਂ ਸਲਿੱਪ ਕੱਢੀ, ਉਹਦੇ ਤੇ ਲਿਖਿਆ ਇੰਨੇ ਤੂੰ ਯੂਰੋ ਦਿੱਤੇ ਵੇ, ਇਹਦੇ ਮੁਤਬਾਦਲ ਇੰਨੀ ਲੀਰੇ ਤੈਨੂੰ ਮਿਲਣਾ ਤੁਰਕੀ ਪੈਸੇ। ਉਹਨੇ ਮੈਨੂੰ ਉਹ ਸਲਿੱਪ ਜੀ ਤੋਂ ਪੈਸੇ ਹੀ ਦਿੱਤੇ, ਮੈਂ ਉਵੇਂ ਫੜੇ ਤਾਂ ਨਿਕਲਿਆ। ਆਣ ਕੇ ਮੈਂ ਉਹਦੀ ਦੁਕਾਨ ਤੇ ਆਇਆ, ਉਹ ਜਿਹੜਾ ਬੰਦਾ ਸੀ ਉਹਦੀ ਤੇ, ਉੱਥੋਂ ਆਣ ਕੇ ਨਾ ਮੈਂ ਬੋਤਲ ਨੈਸਲੇ ਦੀ ਦੂਸਰੀ ਬੋਤਲ ਜੂਸ, ਆ ਕੇਕ, ਸੌਫਟ ਕੇਕ, ਉਰਾਂ ਪਰਾਂ ਐਵੇਂ ਕਰਕੇ ਬਰਗਰ, ਐਵੇਂ ਨਾ ਕਾਫੀ ਸ਼ਾਵਾਂ ਮੈਂ ਖਾਧੀਆਂ, ਚੰਗਾ ਰੱਜਿਆ, ਤਸੱਲਾ ਕੀਤੀ। ਮੈਂ ਆਖਿਆ ਲੈ ਵੀ ਰੱਜ ਲਈਏ ਇੱਕ ਵਾਰੀ, ਚੰਗਾ ਖਾ ਪੀ ਕੇ ਨਾ ਮੈਂ ਮੁੜ ਕੇ ਨਾ ਦੋਵਾਂ ਛਾਪਰਾਂ 'ਚ ਜਿਹੜਾ ਨਾ ਉਹਨਾਂ ਵਾਸਤੇ ਕੋਈ 4-4 ਜਿਹੜੀਆਂ 2.25 ਲੀਟਰ ਵਾਲੀਆਂ ਕੋਕ ਦੀਆਂ ਬੋਤਲਾਂ, ਕੋਈ 4-4 ਨੈਸਲੇ ਦੀਆਂ, ਕੋਈ ਸਾਰਿਆਂ ਵਾਸਤੇ ਇੱਕ ਬਰਗਰ, ਕੋਈ ਕੇਕ ਵਗੈਰਾ, ਬਿਸਕੁਟ, ਐਵੇਂ ਚੀਜ਼ਾਂ ਨਾ ਵਾਹਵਾ ਲੈ ਕੇ 2 ਛਾਪਰ ਭਰੇ। ਮੈਂ ਫਿਰ ਵਾਪਸ ਆਇਆ, ਆਣ ਕੇ ਸਾਰਿਆਂ ਨੂੰ ਖਵਾਏ। ਜਦੋਂ ਸਾਰਿਆਂ ਨੂੰ ਖਵਾਏ ਖੋਏ ਤੇ ਫਿਰ ਸਾਰੇ ਕਹਿਣ ਯਾਰ ਹੁਣ ਘਰਾਂ 'ਚ ਗੱਲ ਹੋਏ, ਕਿ ਕੋਈ ਆਖੇ ਮੇਰੇ ਘਰ 'ਚ ਗੱਲ ਹੋਇਆ ਨੂੰ 3 ਮਹੀਨੇ ਹੋਏ, ਕੋਈ ਆਖੇ 2, ਕੋਈ ਆਖੇ 6 ਮਹੀਨੇ ਹੋਏ ਵੇ। ਘਰ ਵਾਲਿਆਂ ਨੇ ਤਾਂ ਸ਼ਾਇਦ ਸਾਨੂੰ ਮਾਰ ਹੀ ਦਿੱਤਾ ਹੋਏ, ਜਿਵੇਂ ਪਿਛਲੀ ਸਟੋਰੀ 'ਚ ਭਾਈ ਰਊਫ ਨੇ ਦੱਸਿਆ ਸੀ ਕਿ ਜਦੋਂ ਅਸੀਂ ਜੇਲ੍ਹ 'ਚ ਗਏ ਕਿ ਘਰ ਦਾ ਨਾਲ ਰਾਬਤਾ ਹੀ ਨਹੀਂ। ਖੈਰ ਅਸੀਂ ਜੇਲ੍ਹ 'ਚ ਤਾਂ ਨਹੀਂ ਗਏ, ਤੇ ਉਹ ਕਰਦਿਆਂ ਕਰਾਉਂਦਿਆਂ ਸਾਨੂੰ ਜੀ ਮੈਂ ਕਿਹਾ ਚਲੋ ਉਹ ਸਾਰਿਆਂ ਨੇ ਖਾਧਾ ਪੀਤਾ, ਕੋਈ ਆਸਰਾ ਹੋਇਆ ਹੋਏ, ਵਾਵਾ ਰੱਜ ਕੇ ਰੋਟੀ ਖਾਧੀ, ਬਾਹਰ ਦੀ ਹਵਾ ਵੀ ਮਿਲੀ,
ਸਾਰਾ ਕੁਝ ਹੈ ਉੱਥੇ। ਤੇ ਜਿੱਥੇ ਕੈਦ 'ਚ ਅਸੀਂ ਉੱਥੇ ਅਸੀਂ ਐਵੇਂ ਹੋ ਗਏ ਸੀ ਰੰਗ ਪੀਲੇ, ਜਿਸ ਸਮੇਂ ਐਵੇਂ ਕੱਚੇ ਕਿ ਜਿਵੇਂ ਗੋਸ਼ਤ ਤੇ ਕੋਈ ਫੜ ਕੇ ਖਿੱਚੇ ਤਾਂ ਦਿਲ 'ਚ ਚਾਹੇ ਬੋਟੀ ਲੈ ਜੇ, ਕਿ ਭੁੱਖ ਨਾਲ ਪੀਲੇ ਰੰਗ, ਭੈੜੇ ਹਾਲ ਤੇ ਬੌਂਕੇ ਦਿਹਾੜੇ। ਦੋਸਤੋ ਕਰ ਕਰਾ ਕੇ ਉੱਥੋਂ ਮੈਂ ਦੁਬਾਰਾ ਉਹਨਾਂ ਨੂੰ ਉੱਥੇ ਹੀ ਬਿਠਾਇਆ, ਉਹਨਾਂ ਨੂੰ ਕਿਹਾ ਖਾਓ ਪੀਓ। ਮੈਂ ਫਿਰ ਦੁਬਾਰਾ ਸ਼ਹਿਰ ਆਇਆ। ਪਹਿਲੂ ਤੇ ਆਸਤਾ ਆਸਤਾ ਯਾਨੀ ਕਿ ਜਿੰਨੀ ਕੁ ਜਾਨ, ਫਿਰ ਖਾ ਪੀ ਵੀ ਲਿਆ, ਥੋੜਾ ਜਿਹਾ ਰਾਹ ਦਾ ਹੀ ਪਤਾ ਲੱਗ ਗਿਆ। ਫਿਰ ਦੁਬਾਰਾ ਮੈਂ ਟੁਰਦਾ ਆਇਆ। ਮੈਂ ਉਹ ਬੰਦੇ ਜਿਹੜੇ ਉਹਨਾਂ ਨੂੰ ਉੱਥੇ ਹੀ ਬਿਠਾਈ ਰੱਖਿਆ, ਬੰਦੇ ਉੱਥੇ ਹੀ ਬੈਠੇ ਰਹੇ। ਮੈਂ ਆਇਆ ਵਾਪਸ। ਮੈਂ ਆਣ ਕੇ ਜਿਹੜਾ ਨਾ ਇੱਥੋਂ ਖੜੇ ਸਿਮ ਮੈਂ ਲੱਭਦਾ। ਉਹ ਮੈਂ ਜਿਹੜੀ ਦੁਕਾਨ ਤੇ ਜਾਵਾਂ, ਮੈਂ ਆਖਿਆ ਜਿਵੇਂ ਸਾਡੇ ਹੁੰਦਾ ਇੱਧਰ, ਮੈਂ ਜਿਹੜੀ ਦੁਕਾਨ ਤੇ ਜਾਵਾਂ ਪੁੱਛਾਂ ਲੈ ਵੀ ਸਿਮ, ਉਹ ਮੈਨੂੰ ਆ ਕਾਰਡ ਨਹੀਂ ਫੀਲਡ ਕਰਨ ਵਾਲਾ ਹੁੰਦਾ, ਕਾਰਡ ਦੇ ਦੇ। ਮੈਂ ਕਿਹਾ ਨਹੀਂ ਸਿਮ ਕਾਰਡ ਤੇ ਸਿਮ ਦੋ ਮੈਂ ਮੋਬਾਈਲ ਦੇ ਵਿੱਚ। ਕਿਸੇ ਕੋਲ ਨਾ ਲੱਭੇ, ਜ਼ਿਆਦਾ ਨੂੰ ਇੰਗਲਿਸ਼ ਨਾ ਆਏ, ਉਹ ਆਪਣੀ ਤੁਰਕੀ ਬੋਲੀ ਬੋਲਣ, ਉਹਨਾਂ ਦੀ ਸਮਝ ਨਾ ਆਏ। ਉਹ ਕਰ ਕਰਾ ਕੇ ਨਾ ਕਾਫੀ ਟਾਈਮ ਮੇਰਾ ਐਵੇਂ ਜ਼ਾਇਆ ਹੋਇਆ। ਮੈਂ ਦੋਸਤੋ ਉੱਥੋਂ ਜਿਹੜਾ ਨਾ ਟੁਰਦਾ ਕਾਫੀ ਸਫ਼ਰ ਕੀਤਾ ਵੇ। ਕਰਦਿਆਂ ਅਸਾਂ ਦਾ ਟਾਈਮ ਹੋ ਗਿਆ। ਤੇ ਮੈਂ ਨਾ ਇੱਕ ਸਬਜ਼ੀ ਵਾਲੀ ਦੁਕਾਨ ਹੈ, ਉਹਦੇ ਕੋਲ ਗਿਆ। ਮੈਂ ਉਹਨੂੰ ਪੁੱਛਿਆ, ਉਹ ਫਿਰ ਯਾਨੀ ਕਿ ਪਤਾ ਲੱਗ ਗਿਆ ਨਾ ਲੈ ਵੀ ਜ਼ਿਆਦਾ ਨੂੰ ਇੱਥੇ ਇੰਗਲਿਸ਼ ਨਹੀਂ ਆਉਂਦੀ, ਜ਼ਿਆਦਾ ਤੁਰਕੀ ਬੋਲੀ ਜਾਂ ਫਾਰਸੀ ਬੋਲਦੇ। ਮੈਂ ਉਹਨਾਂ 'ਚ ਨਾ ਜਿਹੜੇ ਬੰਦੇ ਕੋਲ ਜਾਣਾ ਉਹਨੂੰ ਪਹਿਲਾਂ ਪੁੱਛ ਲੈਣਾ ਕਿ ਇੰਗਲਿਸ਼ ਆਉਂਦੀ ਤੈਨੂੰ ਕਿ ਨਹੀਂ। ਉਹ ਕਰਦਿਆਂ ਕਰਾਨਿਆਂ ਨਾਲ ਉੱਥੇ ਉਹਨਾਂ ਨਾਲ ਮੈਂ ਉਹ ਸਬਜ਼ੀ ਵਾਲਿਆਂ ਨੂੰ ਪੁੱਛਿਆ, ਮੈਂ ਲੈ ਵੀ ਐਵੇਂ ਨਾ ਸਿਮ ਚਾਹੀਦੀ। ਉਹਨੇ ਦੱਸਿਆ ਉਹ ਐਵੇਂ ਨਾ ਐਵੇਂ ਹੱਥ ਕਰਦਾ ਗਿਆ, ਉਹ ਅੱਗੇ ਜਾ, ਅੱਗੇ ਨਾ ਦਫ਼ਤਰ ਇੱਕ ਆਏਗਾ ਸਿਮਾਂ ਵਾਲਾ, ਤੇ ਉੱਥੋਂ ਸਿਮ ਮਿਲ ਜਾਏਗੀ। ਮੈਂ ਕਿਹਾ ਅੱਛਾ। ਮੈਂ ਦਫ਼ਤਰ ਵੱਲ ਗਿਆ ਤੇ ਜਿਵੇਂ ਸਾਡੇ ਫੈਸਲਾਬਾਦ 'ਚ ਵੀ ਇੱਕ ਮੈਟਰੋ ਬਣੀ ਹੈ, ਮੈਟਰੋ ਬੱਸ ਨਹੀਂ, ਮੈਟਰੋ ਸਟੋਰ ਬਣਿਆ ਮੈਂ ਬਾਹਰ ਦੀ ਕੰਪਨੀ ਦਾ। ਲਾਹੌਰ ਦੇ ਵਿੱਚ ਵੀ ਹੈਗੀ ਹੈ, ਮੁਲਤਾਨ ਦੇ ਵਿੱਚ ਵੀ ਉਹ ਮੈਟਰੋ ਐਵੇਂ ਦੀ ਸੇਮ ਹੈ ਹੀ ਮੈਟਰੋ, ਐਵੇਂ ਹੀ ਲੋਗੋ ਇਸ ਕਲਰ ਦਾ, ਐਵੇਂ ਦੀ ਮੈਟਰੋ ਉੱਥੇ ਮੈਂ ਦੇਖੀ। ਉਹਦੇ ਨਜ਼ਦੀਕ ਆਫਿਸ ਸੀ, ਲੇਕਿਨ ਉਹ ਨਾ ਬੰਦ ਹੋ ਗਿਆ। ਜਿੰਨੀ ਦੇਰ ਨੂੰ ਮੈਂ ਗਿਆ ਅਸਰ ਉੱਤੇ ਟਾਈਮ ਹੋ ਗਿਆ ਮਗਰਬ ਦੇ ਨੇੜੇ, ਲੇਕਿਨ ਹਜੇ ਮਗਰਬ ਨਹੀਂ ਸੀ ਹੋਈ। ਉੱਥੋਂ ਹੀ ਕੋਈ ਨਾ ਮਿਲੀ। ਮੈਂ ਫਿਰ ਉੱਥੋਂ ਟੁਰਦਾ ਇੱਕ ਹੋਰ ਦੁਕਾਨਦਾਰ ਨੂੰ ਪੁੱਛਿਆ। ਉਹਨੇ ਕਿਹਾ ਜੀ ਅੱਗੇ ਉਹ ਦੁਕਾਨ ਹੈ, ਜਿਵੇਂ ਸਾਡੇ ਇੱਧਰ ਹੁਣ ਮੇਰੀ ਦੁਕਾਨ ਬਣੀ ਹੈ ਕਿ ਈਜ਼ੀ ਲੋਡ ਵਾਲੀਆਂ ਦੁਕਾਨਾਂ ਸਿਮਾਂ ਵਗੈਰਾ ਸੇਲ ਕਰਦੇ ਜਾਂ ਈਜ਼ੀ ਲੋਡ ਕਰਦੇ ਐਵੇਂ ਦੀ ਦੁਕਾਨ। ਮੈਂ ਨਾ ਉਹਦੀ ਦੁਕਾਨ ਤੇ ਗਿਆ ਤੇ ਉਹ ਬੰਦਾ ਬੈਠਾ, ਤੇ ਮੈਂ ਉਹਨਾਂ ਨੂੰ ਆਖਿਆ ਸਿਮ, ਉਹਨੇ ਕਿਹਾ ਮਿਲ ਜਾਏਗੀ। ਮੈਂ ਅੱਛਾ। ਮੈਂ ਉਹਨੂੰ ਕਿਹਾ ਇੱਕ ਸਿਮ ਜਿਹੜੀ ਹੈ ਨਾ, ਸਿਮ ਮੈਨੂੰ ਦੇ ਦਿਓ। ਉਹਨੇ ਦੋਸਤੋ ਕੀ ਕੀਤਾ, ਉਹਨੇ ਜਿਹੜਾ ਨਾ ਮੈਨੂੰ ਕਹਿੰਦਾ ਪਾਸਪੋਰਟ ਲਿਆ ਕੇ, ਆਪਣਾ ਪਾਸਪੋਰਟ ਲਿਆ। ਮੈਂ ਕਿਹਾ ਉਹ ਤਾਂ ਨਹੀਂ ਹੈ। ਕਹਿੰਦਾ ਨਹੀਂ ਫਿਰ ਨਹੀਂ ਸਿਮ ਮਿਲਣੀ। ਜਾਂ ਸਾਡੇ ਪਾਕਿਸਤਾਨ 'ਚ ਬਾਇਓਮੈਟ੍ਰਿਕ ਹੋ ਗਿਆ ਕਿ ਜਿੰਨੀ ਦੇਰ ਅਸੀਂ ਅੰਗੂਠਾ ਨਹੀਂ ਲਾਣਾ ਸਿਮ ਸਾਡੇ ਨਾਂ ਨਹੀਂ ਹੁੰਦੀ। ਉੱਥੇ ਉਹਨੇ ਕਿਹਾ ਜੀ ਪਾਸਪੋਰਟ ਆਪਣਾ ਲਿਆ ਫਿਰ ਸਿਮ ਨਾ ਹੋਣੀ। ਮੈਂ ਕਿਹਾ ਉਹ ਤੇ ਮੇਰੇ ਕੋਲ ਨਹੀਂ ਹੈਗਾ। ਕਹਿੰਦਾ ਫਿਰ ਨਹੀਂ ਮਿਲਣੀ। ਮੈਂ ਉਹਨੂੰ ਇੰਨਾ ਦੱਸਿਆ ਯਾਨੀ ਕਿ ਥੋੜ੍ਹਾ ਜਿਹਾ ਮੈਂ ਕਿਹਾ ਯਾਰ ਕਿ ਅਸੀਂ ਮੁਸਲਮਾਨ ਆ, ਪਾਕਿਸਤਾਨੀ ਆ, ਐਵੇਂ ਏਜੰਟਾਂ ਨੇ ਸਾਡੇ ਨਾਲ ਆਹ ਧੋਖਾ ਕੀਤਾ ਹੋਵੇ। ਪਾਸਪੋਰਟ ਵੀ ਖੋਲੇ, ਸਾਡੇ ਪੈਸੇ ਹੀ ਖੋਲੇ, ਸਾਰਾ ਕੁਝ ਖੋਲਿਆ, ਤੇਰੀ ਮਿਹਰਬਾਨੀ ਹੈ। ਮੈਂ ਉਹਨੂੰ ਵਾਸਤੇ ਪਾਏ। ਖੈਰ ਉਹਨੇ ਨਾ ਕਿਹਾ ਅੱਛਾ। ਉਹਨੇ ਨਾ ਮੈਨੂੰ ਇੱਕ ਸਿਮ ਚਲਦੀ ਸਿਮ ਦੇ ਦਿੱਤੀ, ਤੁਰਕਸੈਲ ਸਿਮ ਦਿੱਤੀ ਉਹਨੇ ਚਲਦੀ। ਪਤਾ ਨਹੀਂ ਕਿਸੇ ਦਾ ਨਾਂ ਸੀ ਕੀ ਨਹੀਂ। ਉਹਨੇ ਨਾ ਪੁਰਾਣੀ ਸਿਮ ਇੱਕ ਮੈਨੂੰ ਦਿੱਤੀ। ਉਹ ਮੈਂ ਨਾ ਮੋਬਾਇਲ 'ਚ ਪਾਈ ਤੇ ਮੋਬਾਇਲ ਬੈਟਰੀ ਲੋ। ਮੈਂ ਉਹਨੂੰ ਕਿਹਾ ਇੱਥੇ ਚਾਰੇ ਹੀ ਲਾ ਦੇ ਝੱਟ। ਉਹਨੇ ਨਾ ਉੱਥੇ ਮੋਬਾਇਲ ਚਾਰੇ ਹੀ ਮੇਰਾ ਲਾ ਦਿੱਤਾ। ਮੈਂ ਕੋਈ ਅੱਧਾ ਘੰਟਾ ਉਹਦੇ ਬੰਦੇ ਕੋਲ ਹੀ ਬੈਠਾ ਰਿਹਾ। ਉਹਨੂੰ ਦੱਸਦਾ ਰਿਹਾ ਨਾਲੇ ਐਵੇਂ ਸਾਡੇ ਨਾਲ ਬੀਤੀ ਹੈ, ਐਵੇਂ ਕੈਦ ਵਿੱਚ ਰਹੇ ਆ, ਭੁੱਖ ਕੱਟੀ ਹੈ, ਸਾਰਾ ਕੁਛ। ਉਹਨੇ ਮੈਨੂੰ ਪਾਣੀ ਸ਼ਾਨੀ ਪਿਆਇਆ। ਮੋਬਾਇਲ ਚਾਰਜ ਹੋਇਆ ਤੇ ਮੈਂ ਨਾ ਉਹਦੇ ਤੋਂ ਮਿਸ ਕਾਲ ਦਿੱਤੀ ਆਪਣੇ ਭਾਈ ਨੂੰ। ਮੈਂ ਫੋਨ ਕਰਕੇ ਤੇ ਵੇਖਿਆ ਜੋ ਕਾਫੀ ਦਿਨ ਹੁੰਦੇ ਪਏ, ਮਹੀਨੇ ਤੋਂ ਉੱਤੇ ਟਾਈਮ ਹੁੰਦਾ ਪਿਆ ਕਿ ਰਾਬਤਾ ਹੀ ਨਹੀਂ ਹੋਇਆ ਉਹਨਾਂ ਨਾਲ। ਉਹਨਾਂ ਨੇ ਪਤਾ ਨਹੀਂ ਕੀ ਸਮਝਦੇ ਹੋਣੇ ਜਾਂ ਕੀ ਗੱਲਬਾਤ ਹੈ। ਉਹ ਵਿੱਚ ਨਾ ਬੈਲੈਂਸ ਨਹੀਂ। ਮੈਂ ਉਹਨੂੰ ਕਿਹਾ ਕਾਲ ਹੀ ਨਹੀਂ ਹੋ ਰਹੀ। ਉਹਨੇ ਕਿਹਾ ਇਹਦੇ ਵਿੱਚ ਲੋਡ ਕਰਾ। ਮੈਂ ਕਿਹਾ ਅੱਛਾ। ਪਹਿਲੋਂ ਮੈਂ ਉਹਨੂੰ 40 ਲੀਰੇ ਦਿੱਤੇ ਸਿਮ ਦੇ। ਫਿਰ ਉਹਨੇ ਕਿਹਾ ਫਿਰ ਮੈਂ 10 ਲੀਰੇ ਹੋਰ ਦਿੱਤੇ ਤੇ ਉਹਨੇ ਵਿੱਚ ਲੋਡ ਕੀਤਾ। ਉਹ ਲੋਡ ਇੰਨਾ ਕੁ ਆਇਆ ਸਮਝੋ ਕਿ ਹੁਣ ਸਾਨੂੰ ਤਾਂ ਨਹੀਂ ਪਤਾ, ਜਿਵੇਂ ਸਾਡੇ 100 ਦਾ ਲੋਡ ਕਰਾਇਆ ਇੰਨੇ ਪੈਸੇ ਹੁੰਦੇ, ਉਹ ਪਤਾ ਨਹੀਂ ਹੁਣ ਕਿੰਨੇ ਹੁੰਦੇ ਕੀ ਨਹੀਂ। ਪਹਿਲੀ ਦਫਾ ਅਣਜਾਣ ਬੰਨੇ ਆ ਅਸੀਂ। ਉਹ ਜੀ ਅਸੀਂ ਨਾ ਉਹਦੇ 'ਚ ਇੰਨੇ ਕੁ ਪੈਸੇ ਹੀ ਹੈ ਕਿ ਮਸਾਂ ਮਿਸ ਕਾਲ ਹੀ ਜਾਣੀ ਸੀ। ਮੈਂ ਉੱਥੋਂ ਨਾ
भाई अपने ने मिस कॉल दी है बड़े भाई ने, उन्हें वापस फोन किया। मैं उत्थों दुकान तो निकल गया, बैटरी भी चार ही हो गई, तो मैं ना मिस कॉल दी तो मैं उत्थों निकल गया, वापस टुर पिया। मैं हलाई मगरब का टाइम होंगे, मैं उत्थों निकल आया वा। जदों थोड़ा अगे आया तो मिस कॉल मैं दे दी सी, भाई का फोन आ गया वापस। मैं गल की, उन्होंने दसिया लाई मैं अपना कि मैं ज़ाहिर बोलन दिया, तो यह वाकया बनया साढ़े नाल। वो तो उन्होंने मैं जो कैद होया जिदन उदन भी दसती सी स्टोरी। ऑडियो म्यूट बाई जाहिर ढिल्लू। हाँ स्टोरी बनी है, वो कह लै जी इतने पिछे ने रोले पे लै जी मुंडे तुहाडे मार गए वे, अभी जो दत्त नूं फोन करी दा जेड़ा वो भी नहीं फोन चुकदा, कोई रौला नहीं गलबात नहीं। तो मैं लै जी ऑडियो म्यूट बाई जाहिर ढिल्लू। बोल भी ਜਿਹੜਾ ਸੀ ਉਹ ਨਹੀਂ ਦੱਸਿਆ, ਤੇ ਮੈਂ ਤੇ ਸ਼ਬਦਾਂ ਨੂੰ ਵੀ ਨਸਾ ਲਿਆ ਤੇ ਅਸੀਂ ਆ ਗਏ ਆ। ਤੇ ਕਾਸਮ ਉਹਨਾਂ ਦਾ ਸੁਣਾ, ਉਹਨੇ ਕਿਹਾ ਜੀ ਉਹ ਉਹਨਾਂ ਦਾ ਫੋਨ ਆਇਆ ਕਿ ਉਹ ਜਿਹੜਾ ਨਾ ਉਹ ਉੱਥੋਂ ਫੜੇ ਗਏ ਸੀ, ਉਹ ਬਾਈ ਰੋਡ ਨਾ ਉੱਥੋਂ ਕੋਇਟਿਓਂ ਰਾਨੋ ਕੋਇਟੇ ਵਾਲੀ ਸਾਈਡ ਤੇ ਆਉਂਦੇ ਵੀ ਰਾਬਤਾ ਇੱਕ ਦਿਨ ਹੋਇਆ ਸੀ। ਮੈਂ ਅੱਛਾ, ਮੈਂ ਸਾਰੀ ਗੱਲ ਦੱਸੀ। ਮੈਂ ਹੁਣ ਜਿਹੜਾ ਨਾ ਜਿਹੜੇ ਏਜੰਟ ਹੈ ਨਾ ਉਹਨਾਂ ਨੂੰ ਫੋਨ ਕਰਕੇ ਇਹ ਹੀ ਕਹਿਣਾ ਕਿ ਲੈ ਜੀ ਸਾਡਾ ਬੰਦਾ ਦਿਓ, ਕਿਸੇ ਨੂੰ ਨਹੀਂ ਇੱਥੇ ਜ਼ਿਕਰ ਕਰਨਾ ਕਿ ਲੈ ਵੀ ਮੈਂ ਉੱਥੋਂ ਨੱਸ ਗਿਆ ਵਾਂ ਜਾਂ ਰਾਬਤਾ ਹੋਇਆ। ਉਹਨੂੰ ਕਹਿਣਾ ਸਾਡਾ ਰਾਬਤਾ ਹੀ ਨਹੀਂ ਹੋ ਰਿਹਾ ਉਹਨਾਂ ਨਾਲ। ਉੱਥੋਂ ਜੀ ਮੈਂ ਪਹੁੰਚਿਆ ਵਾਂ, ਫੋਨ ਕੀਤਾ ਤੇ ਮੈਂ ਪਹੁੰਚ ਗਿਆ। ਉੱਥੇ ਜਾ ਕੇ ਮੈਂ ਜਿਹੜਾ ਨਾ ਫਿਰ ਮੈਂ ਸਾਰਿਆਂ ਦੇ ਯਾਨੀ ਕਿ ਜਿਹੜੇ ਮੇਰੇ ਨਾਲ ਦੇ ਬੰਦੇ ਸੀ 5-6, ਮੈਂ ਸਾਰਿਆਂ ਦੇ ਨਾਲ ਮਿਸ ਕਾਲਾਂ ਦਵਾਈਆਂ, ਸਾਰਿਆਂ ਨੇ ਗੱਲ ਕਰਾਈ। ਜਿਹੜਾ ਮੁੰਡਾ ਤੁਹਾਨੂੰ ਦੱਸਿਆ ਸੀ ਨਾ ਲਾਹੌਰ ਦਾ, ਜਿੰਦਾ ਅੱਬੂ ਸਊਦੀ ਅਰਬ ਰਹਿ ਗਿਆ, ਜਿੰਨੇ ਕੁ ਲੱਖ ਰੁਪਈਆ ਵੀ ਚਲ ਗਿਆ ਸੀ, ਤੇ ਉਹਨੂੰ 6 ਮਹੀਨੇ ਹੋ ਗਏ ਸੀ। ਹੱਥ ਜੋੜੇ ਤੇ ਬੜਾ ਆਖਿਆ ਯਾਰ ਤੇਰਾ ਸ਼ੁਕਰ ਹੈ ਕਿ ਤੁਸੀਂ ਆਏ ਹੋ ਤੇ ਤੁਹਾਨੂੰ ਸਹਾਇਆ ਸਾਨੂੰ। ਮੈਂ ਉਹਦੇ ਅੱਬੇ ਨਾਲ ਮਿਸ ਕਾਲ ਦਿੱਤੀ, ਉਹਨੇ ਫੋਨ ਕੀਤਾ। ਸਾਰਿਆਂ ਦੇ ਘਰਾਂ ਨੂੰ ਪਤਾ ਲਿਆ ਵੀ ਸਾਡੇ ਮੁੰਡੇ ਬਾਹਰ ਗਏ ਵੇ ਲਾਪਤਾ, ਇੱਕ ਮਿਸ ਕਾਲ ਦਿੱਤੀਆਂ ਫੱਟ ਉਹਨਾਂ ਨੇ ਫੋਨ ਕਰਨਾ। ਉਹਦੇ ਅੱਬੇ ਨੇ ਫੋਨ ਕੀਤਾ, ਉਹਨੇ ਉਹਨਾਂ ਗੱਲ ਕੀਤੀ, ਰੋਏ ਨਾਲੇ ਆਪਣੇ ਅੱਬੇ ਨੂੰ ਦੱਸੇ ਲੈ ਵੀ ਐਵੇਂ ਨਹਾਸਾ ਆ ਬੰਦਾ। ऑडियो म्यूट बाई जाहिर ढिल्लू। ਉੱਥੋਂ ਨਹਾਸੇ ਆ ਕੈਦ ਵਿੱਚੋਂ। ਉਹਦਾ ਅੱਬਾ ਵੀ ਸਾਨੂੰ ਫੋਨ ਤੇ ਦੁਆਵਾਂ ਦੇ ਤੇ ਬੜਾ ਸ਼ੁਕਰ ਕਰੇ ਯਾਰ ਤੁਹਾਡਾ, ਬੜਾ ਸ਼ੁਕਰ ਹੈ ਤੁਸੀਂ ਮੇਰੇ ਪੁੱਤਰ ਨੂੰ ਯਾਨੀ ਕਿ ਉੱਥੋਂ ਕਢਾ ਲਿਆਂਦਾ। ਹੈ ਵੀ ਕੱਲਾ ਕੱਲਾ ਸੀ, ਅਸੀਂ ਤੇ ਆਸਮੀ ਲਾਤੀ ਕਿ ਅਸੀਂ ਘਰੋਂ ਵੀ ਭੁੱਖੇ ਹੋ ਗਏ ਹਾਂ। 50 ਲੱਖ ਰੁਪਈਆ ਭੇਜਤਾ, ਅਸੀਂ ਸਮਝੋ ਆਪਣਾ ਮਕਾਨ ਹਰ ਸ਼ੈ ਵੇਚ ਬੈਠੇ ਹਾਂ। ਤੇ ਐਵੇਂ ਕਰ ਕਰਾ ਕੇ ਨਾ ਬੜਾ ਖੁਸ਼ ਹੋਇਆ ਉਹ ਬੰਦਾ। ਫਿਰ ਮੇਰੇ ਨਾਲ ਜਿਹੜਾ ਮੁੰਡਾ ਸੀ ਨਾ ਯਾਸਰ ਉਹਦਾ ਨਾਂ ਸੀ, ਉਹਦਾ ਵੱਡਾ ਭਾਈ ਸੀ, ਉਹਦਾ ਨਾਂ ਵੀ ਜ਼ਾਹ ਸੀ, ਉਹ ਯੂਨਾਨ 'ਚ ਪਹਿਲੂ ਰਹਿ ਰਿਹਾ ਸੀ। ਉਹਨੂੰ ਫੋਨ ਕੀਤਾ, ਉਹਨੇ ਮੈਨੂੰ ਆਖਿਆ, ਉਹ ਯਾਸਰ ਜਿਹੜਾ ਸੀ ਨਾ ਉਮਰ 'ਚ ਥੋੜ੍ਹਾ ਜਿਹਾ ਮੇਰੇ ਨਾਲ ਹੌਲਾ ਸੀ, ਗੁਜਰਾਤ ਦਾ ਸੀ ਲੜਕਾ। ਤੇ ਮੈਨੂੰ ਉਹਦੇ ਭਰਾ ਜਿਹੜਾ ਸੀ ਨਾ ਜ਼ਾਹ ਯੂਨਾਨ 'ਚ, ਉਹਨੇ ਨਾ ਗੱਲ ਗੁੱਲ ਕੀਤੀ ਯਾਸਰ ਨਾਲ, ਫਿਰ ਮੇਰੇ ਨਾਲ ਕੀਤੀ। ਮੈਨੂੰ ਕਹਿੰਦਾ ਜ਼ਹਿਰ ਭਾਈ ਤੁਸੀਂ ਜਿਹੜਾ ਨਾ ਮੇਰੇ ਭਾਈ ਨੂੰ ਆਪਣੇ ਨਾਲ ਰੱਖੋ, ਤੁਸੀਂ ਇੱਥੋਂ ਨੱਸ ਆਏ, ਤੁਹਾਨੂੰ ਕੋਈ ਟੈਨਸ਼ਨ ਨਹੀਂ। ਇੱਥੋਂ ਸਮਝੋ ਤੁਹਾਨੂੰ ਜਿਹੜਾ ਨਾ ਬੰਦੇ ਨੇ ਚੁੱਕਣਾ ਵੇ ਸ਼ੇਪ 'ਚ। ਉਹਨੇ ਕਿਹਾ ਤੁਸੀਂ ਜਿਹੜਾ ਨਾ 6 ਘੰਟਿਆਂ ਜਿੱਥੇ ਮੇਰੇ ਕੋਲ ਯੂਨਾਨ ਦਾ ਸ਼ਹਿਰ ਉਹਨੇ ਦੱਸਿਆ ਥੀਨਾ, ਉਹਨੇ ਕਿਹਾ 6 ਘੰਟੇ ਤੁਸੀਂ ਮੇਰੇ ਕੋਲ ਆ ਜਾਓਗੇ ਤੇ ਮੇਰੇ ਭਰਾ ਦਾ ਨਾ ਜਿਵੇਂ ਪਿੱਛੋਂ ਇਹਨੂੰ ਕੱਢ ਕੇ ਲਿਆਉਣਾ ਨਾ, ਇਹਦਾ ਸਾਥ ਦੇਣਾ, ਇਹਦੇ ਨਾਲ ਰਹਿਣਾ। ਇਹਨੂੰ ਨਾ ਇੰਗਲਿਸ਼ ਆਉਂਦੀ, ਨਾ ਅੱਗੇ ਦਾ ਪਤਾ, ਨਾ ਪਿੱਛੇ ਦਾ। ਚਲੋ ਤੇਰੀ ਮਿਹਰਬਾਨੀ। ਮੈਂ ਵੀ ਆਖਿਆ ਠੀਕ ਹੈ, ਕੋਈ ਰੌਲਾ ਨਹੀਂ। ਤੇ ਉਹ ਜਿਹੜਾ ਮੇਰੇ ਨਾਲ ਦਾ ਸੀ ਨਾ ਸਬਦਰ, ਉਹ ਰੋਈ ਜੇ, ਆਖਿਆ ਮੈਂ ਨਹੀਂ, ਮੈਂ ਵਾਪਸ ਜਾਣਾ, ਮੈਂ ਨਹੀਂ ਮੈਂ ਕਿਹਾ ਤੇ ਜਾਣਾ ਤੇ ਉੱਥੋਂ ਡਿਪੋਰਟ ਹੋ ਜਾ, ਵਾਪਸ ਚੱਲ ਜਾ। ਆਖਿਆ ਨਹੀਂ ਨਹੀਂ, ਉਹ ਜਿਵੇਂ ਹਕੀਕਤ ਜੈਨਵਨ ਗੱਲ ਹੈ, ਮੇਰੇ ਨਾਲ ਉਮਰ 'ਚ ਭਾਵੇਂ 2-3 ਸਾਲ ਵੱਡਾ ਹੋਏ, ਤੁਹਾਨੂੰ ਪਾੜ ਅਗਲੇ 'ਚ ਵਹਾਵਾਂਗੇ ਉਹਨੂੰ ਲਿਆ ਕੇ, ਤਾਂ ਦੇਖਿਓ ਲੈ ਵੀ ਉਹਦੀ ਹਾਲਤ ਵੀ ਵੇਖਿਓ। ਉਹ ਜਿਵੇਂ ਕੋਈ 2 ਸਾਲਾਂ ਦਾ ਨਿਆਣਾ ਨਹੀਂ ਐਵੇਂ ਫੜ ਲੈਂਦਾ ਲੱਤ ਨੂੰ, ਰੋਈ ਜੇ, ਆਖੇ ਮੈਂ ਨਹੀਂ ਮੈਂ ਨਹੀਂ। ਮੈਂ ਯਾਰ ਜੇ ਜਾਣਾ ਤਾਂ ਸਾਡੇ ਨਾਲ ਆ ਜਾਓ। ਬੰਦਾ ਕਹਿਣ ਦਾ ਭਰਾ ਵੀ ਅੱਗੇ ਵੇ, ਨਾਲੇ ਕਹਿੰਦਾ ਸਮਝ ਲਓ ਕਿ ਹੁਣ ਤੁਸੀਂ ਏਜੰਟਾਂ ਦੇ ਥਰੂ ਵੀ ਨਹੀਂ ਜਾਣਾ, ਕਿ ਮੇਰਾ ਇੱਥੇ ਆਪਣਾ ਰਿਸ਼ਤੇਦਾਰ ਹੀ ਉਹ ਵੀ ਇੱਥੇ ਹੁੰਦਾ, ਤੇ ਨਾਲੇ ਉਹ ਭਾਈ ਹੁੰਦਾ। ਤੇ ਹੁਣ ਆਏ ਤੇ ਹੈ, ਚਲੋ ਜਿੰਨੀ ਪੀ ਕੱਟੀ ਕੱਟ ਲਈਏ ਤੇ ਚੱਲ ਜਾਂਦੇ। ਰੋਈ ਜੇ ਚੁੱਪ ਹੀ ਨਾ ਕਰੇ। ਮੈਂ ਤੈਨੂੰ ਉੱਥੇ ਜਾ ਡਿਪੋਰਟ ਹੋ ਜਾ, ਇੱਥੋਂ ਚੱਲ ਜਾ, ਪੁਲਿਸ ਦੇ ਹਵਾਲੇ ਹੋ ਜਾ, ਤੇ ਨਾ ਜਾ ਮੈਂ ਚੱਲ ਜਾਣਾ। ਨਹੀਂ ਨਹੀਂ, ਉਹ ਨਾ ਚੁੱਪ ਹੀ ਨਾ ਕਰੇ। ਮੈਨੂੰ ਵੀ ਤਰਸ ਆ ਗਿਆ। ਮਾਂ ਪਿਓ ਦਾ ਕੱਲਾ ਕੱਲਾ ਹੈ ਸੀ, ਕੱਲਾ ਭਰਾ ਸੀ, ਪਿਓ ਨੇ ਅੱਗੇ ਛੱਡਤਾ ਸੀ, ਮਾਂ ਤੇ ਉਹ ਦੋਵੇਂ ਸੀ।
ਮੈਂ ਨਾ ਉਹਨੂੰ ਮੈਨੂੰ ਉਹ ਯਾਸਰ ਜਿਹੜਾ ਮੁੰਡਾ ਉਹ ਵੀ ਅੱਛਾ ਸੀ, ਉਹ ਇਸ ਟਾਈਮ ਉਹ ਵੀ ਯੂਨਾਨ ਹੈ, ਜੋ ਵੀਡੀਓ ਸੁਣਦਾ ਤੇ ਉਹ ਵੀ ਦੱਸੇ ਇੱਥੇ ਮੈਸੇਜ ਕਰਕੇ ਲਿਆ ਵੀ ਵਾਕਈ ਐਵੇਂ ਗੱਲਾਂ ਨੇ। ਉਹਦਾ ਭਾਈ ਜ਼ਾਹ ਜਿਹੜਾ ਉਹ ਵੀ ਜੇ ਸੁਣ ਰਿਹਾ ਤੇ ਉਹ ਵੀ ਦੱਸੇ ਸਾਨੂੰ। ਮੈਂ ਨਾ ਉਹਨੂੰ ਆਖਿਆ ਯਾਸਰ ਨੂੰ ਵੀ ਤੇ ਉਹਦੇ ਭਰਾ ਨੂੰ, ਮੈਂ ਕਿਹਾ ਯਾਰ ਮੇਰੇ ਨਾਲ ਦਾ ਮੁੰਡਾ ਇਹਨੂੰ ਤੇ ਮੈਂ ਬੜਾ ਤਰਲਾ ਮਾਰਿਆ ਕਿ ਲੈ ਵੀ ਜੋ ਸੀ ਉਹ ਸਾਰਾ ਕੁਝ ਕਰ ਵੀ ਲਿਆ ਵੇ ਤੇ ਹੁਣ ਇੱਥੋਂ ਨੱਸ ਵੀ ਗਏ, ਆਜ਼ਾਦ ਹੋ ਗਏ ਆ। ਤੇ ਉਹ ਕਹਿਣ ਦੇ ਕਿ ਹੁਣ ਤੇ ਤੁਹਾਨੂੰ ਰੋਲਾ ਹੀ ਕੋਈ ਨਹੀਂ, ਤੇ ਆ ਤੁਸੀਂ ਸਮਝੋ ਸਿਰੇ ਦੇ ਉੱਤੇ ਖਲੋਤੇ ਹੋ, ਆ ਸਮਝੋ ਨਹਿਰ ਟੱਪੋ ਤੇ ਅਗਲੀ ਸਾਈਡ ਤੇ ਆ ਵੇ, ਤੇ ਉਹ ਵੀ ਕਿ ਮੈਂ ਇੱਧਰ ਬੰਦਾ ਭੇਜਦਾ ਸਾਰਾ ਕੁਝ ਤੁਹਾਨੂੰ ਕਰਕੇ ਲੈ ਜਾਂਦਾ ਵੇ। ਤੇ ਮੈਂ ਕਿਹਾ ਲੈ ਵੀ ਯਾਰ ਨਹੀਂ ਮੰਨਣ ਦਿਆ ਤੇ ਯਾਰ ਕੱਲਾ ਕੱਲਾ ਇਹਨੂੰ ਨਾ ਅੱਗੇ ਦਾ ਪਤਾ ਨਾ ਪਿੱਛੇ ਦਾ ਪਤਾ, ਨਹੀਂ ਤੇ ਮੇਰਾ ਤਾਂ ਨਹੀਂ ਸੀ ਦਿਲ ਹੈ ਕਿ ਚਲੋ ਜਿੰਨਾ ਕਰ ਲਿਆ ਹੁਣ ਆਏ ਆ ਤੇ ਹੁਣ ਚਲੋ ਕੋਈ ਰੋਲਾ ਨਹੀਂ, ਤੇ ਲੇਕਿਨ ਆ ਨਹੀਂ ਮੰਨਣ ਦਿਆ। ਬੜੇ ਉਹਨੇ ਯਾਸਰ ਨੇ ਤਰਲੇ ਲਏ ਉਹਦੇ ਭਰਾ ਨੇ, ਉਹ ਯਾਰ ਤੂੰ ਸਿਰਫ ਇੱਥੇ ਖਲੋਵਾ, ਕਾਰ ਵਾਲੇ ਨੂੰ ਫੋਨ ਕਰਾਂਗੇ ਐਸੇ ਜਗ੍ਹਾ ਤੇ ਆਏਗਾ, ਇੱਥੋਂ ਚੁੱਕੇਗਾ ਤੁਹਾਨੂੰ ਨਹਿਰ ਕੋਲ ਦੁਬਾਰਾ ਲਿਆਏਗਾ, ਉੱਥੋਂ ਤੁਹਾਨੂੰ ਟਪਾ ਲਿਆਏਗਾ, ਹੋਰ ਬੰਦਿਆਂ ਦਾ ਨਹੀਂ ਠੇਕਾ। ਉਹਨੇ ਕਿਹਾ ਮੇਰੇ ਭਰਾ ਨੂੰ ਤੇ ਤੁਹਾਨੂੰ ਦੋਵਾਂ ਨੂੰ, ਜੇ ਨਹੀਂ ਇਹ ਕਹਿੰਦਾ ਇਹਨੂੰ ਵਾਪਸ ਉਹ ਕਾਰ ਵਾਲਾ ਹੀ ਵਾਪਸ ਚੁੱਕੇਗਾ, ਇਹਨੂੰ ਉੱਥੇ ਛੱਡੇਗਾ ਡਿਪੋਰਟ ਸੈਂਟਰ ਤੇ ਤੁਸੀਂ ਦੋਵੇਂ ਆ ਜਾਓ। ਕਿ ਲੈ ਵੀ ਲੋਕੀ ਬੜੀ ਮੁਸ਼ਕਿਲਾਂ ਨਾਲ ਪਹੁੰਚਦੇ, ਤੁਸੀਂ ਚਲੋ ਪੀ ਵੀ ਕੱਟੀ, ਸਾਰਾ ਕੁਝ ਭੁੱਖਾਂ ਕੱਟੀਆਂ, ਸਾਰਾ ਕੁਝ ਵੇਖਿਆ ਵੇ ਤੇ ਤੁਸੀਂ ਆ ਜਾਓ। ਲੇਕਿਨ ਉਹ ਨਾ ਰੋਈ ਜੇ। ਮੈਂ ਫਿਰ ਆਖਿਆ ਮੈਂ ਨਹੀਂ ਯਾਰ, ਕੁਛ ਮੇਰਾ ਵੀ ਦਿਲ ਲੱਗ ਗਿਆ ਸੀ, ਜਿਹੜਾ ਅਸੀਂ 16-17 ਦਿਨ ਉੱਥੇ ਕੈਦ ਵਿੱਚ ਰਹੇ ਆ ਨਾ, ਸਮਝੋ ਐਵੇਂ ਸੀ ਜਿਵੇਂ ਕਿ ਕਬਰ ਦੇ ਵਿੱਚ ਵੜ ਗਏ ਆ ਤੇ ਕਬਰ ਦੇ ਵਿੱਚ ਫਰਿਸ਼ਤੇ ਆ ਰਹੇ, ਇਮਤਿਹਾਨ ਹੋ ਰਿਹਾ, ਸੇਮ ਆਹ ਸੀਨ ਸੀ। ਮੈਂ ਆਖਿਆ ਯਾਰ ਹੁਣ ਇਹਦਾ ਕਰਕੇ ਮਿਹਰਬਾਨੀ ਮੈਂ ਨਹੀਂ ਜਾ ਸਕਦਾ। ਬਾਕੀ ਆ ਮੈਂ ਇੰਨਾ ਕੀਤਾ ਵੇ ਕਿ ਲੈ ਚਲੋ ਮੋਬਾਈਲ ਮੇਰੇ ਕੋਲ ਹੈ ਸੀ, ਪੈਸੇ ਸਾਰੇ ਬੰਦਿਆਂ ਕੋਲ ਜਿਹੜੇ ਹੈ ਸੀ ਉਹ ਇਕੱਠੇ ਕਰਕੇ ਸਿਮਾਂ ਲਈਆਂ, ਖਾਣਾ ਪੀਣਾ ਵੀ ਸਾਰਿਆਂ ਨੇ ਖਾ ਲਿਆ ਤੇ ਚਲੋ ਜੀ ਉਹ ਕਰਦਿਆਂ ਕਰਾਉਂਦੇ ਉਦੋਂ ਹੀ ਉੱਥੇ ਅਸੀਂ ਰਹੇ ਆ। ਉਹ ਮੁੜ ਕੇ ਕਾਰ ਵਾਲਾ ਆਇਆ, ਉਹ ਨਾ ਉਹਦੇ ਭਰਾ ਨੂੰ ਲੈ ਗਿਆ, ਉਹ ਯਾਸਰ ਨੂੰ। ਮੈਨੂੰ ਜਾਣ ਲੱਗਿਆ ਹੀ ਉਹਨੇ ਬੜੇ ਤਰਲੇ ਮਾਰੇ, ਜ਼ਾਹਦ ਆ ਜਾ ਆ ਜਾ ਆ ਜਾ, ਜ਼ਾਹਦ ਭਾਈ ਆ ਜਾ, ਕੋਈ ਟੈਨਸ਼ਨ ਨਹੀਂ, ਹੁਣ ਤੇ ਅਸੀਂ ਤੋੜ ਖਲੇ ਪਹੁੰਚ ਗਏ ਆ, ਕੋਈ ਰੌਲਾ ਨਹੀਂ। ਇਹ ਨਾ ਬੜਾ ਕਰੇ। ਮੈਂ ਕਿਹਾ ਯਾਰ ਕਹੇ ਮੈਂ ਕਿਹਾ ਇੰਦੀ ਵਜ੍ਹਾ ਤੋਂ, ਨਹੀਂ ਤੇ ਮੈਂ ਕੋਈ ਰੌਲਾ ਨਹੀਂ ਸੀ, ਚਲੋ ਚਲੇ ਜਾਣਾ ਸੀ। ਉਹ ਕਰ ਕਰਾ ਕੇ ਨਾ ਉੱਥੋਂ ਜੀ ਅਸੀਂ ਉਹ ਲੈ ਗਿਆ ਉਹਨੂੰ ਉੱਥੋਂ। ਦੋਸਤੋ ਅਸੀਂ ਜਿਹੜਾ ਨਾ ਉਹ ਯਾਸਰ ਜਿਹੜਾ ਲੜਕਾ ਉਹ ਚਲ ਗਿਆ, ਮਗਰ ਰਹਿ ਗਏ ਅਸੀਂ 5 ਬੰਦੇ। ਸਾਡੇ ਵਿੱਚੋਂ ਜਿਹੜਾ ਨਾ ਜਿਹੜਾ ਲਾਹੌਰ ਵਾਲਾ ਮੁੰਡਾ ਸੀ, ਉਹਦੇ ਅੱਬੇ ਨੇ ਫੋਨ ਕੀਤਾ ਕਿਸੇ ਬੰਦੇ ਨੂੰ, ਲੈ ਵੀ ਕਿਹਾ ਹੁਣ ਦੁਬਾਰਾ ਕੋਈ ਏਜੰਟ ਨਾ ਫਿਰ ਫੜ ਲੈ। ਡਰ ਉੱਥੇ ਰਹਿੰਦਾ ਨਾ, ਲੈ ਵੀ ਉੱਥੇ ਬੜੇ ਪਾਕਿਸਤਾਨੀ ਬੰਦੇ ਉਹ ਬੰਦੇ ਨੂੰ ਗੇੜਾ ਦੇ ਰਹਿੰਦੇ, ਲੈ ਵੀ ਮੈਂ ਇੱਥੇ ਵਿਆਹ ਹੋਇਆ ਜਾਂ ਮੇਰਾ ਇੱਥੇ ਕੰਮ ਸੈੱਟ ਹੈ, ਤੁਸੀਂ ਐਵੇਂ ਤੁਹਾਡੇ ਨਾਲ ਹੋਇਆ ਆ ਜਾਓ, ਮੈਂ ਮੇਰੇ ਕੋਲ ਇੱਥੇ ਰਹਿਸ਼ ਹੈ। ਉਹ ਖੜ ਕੇ ਉਹ ਵੀ ਹੁੰਦੇ ਏਜੰਟ, ਉਹ ਫਿਰ ਉਹ ਅੱਗੇ ਵੇਚਦੇ ਨੇ ਤੇ ਬਲੈਕਮੇਲ ਕਰਕੇ ਫਿਰ ਪੈਸੇ ਕਢਾਉਂਦੇ ਰਹਿੰਦੇ, ਇਹ ਵੀ ਚੱਕਰ ਉੱਥੇ ਹੁੰਦਾ। ਉਹ ਯਾਸਰ ਦੇ ਭਰਾ ਨੇ ਸਾਰੀ ਗੱਲ ਸਾਨੂੰ ਦੱਸੀ ਸੀ, ਹੁਣ ਦੁਬਾਰਾ ਫਿਰ ਨਾ ਕਿਸੇ ਦੇ ਕੋਲ ਫਸ ਜਾ। ਅਸੀਂ ਉੱਥੋਂ ਕਰ ਕਰਾ ਕੇ ਜੀ ਅਸੀਂ ਜਿਹੜਾ ਨਾ ਉਹ ਜਿਹੜਾ ਲਾਹੌਰ ਵਾਲਾ ਲੜਕਾ ਸੀ, ਉਹਦਾ ਵੀ ਕੋਈ ਆਇਆ ਵੇ ਬੰਦਾ ਕਾਰ ਤੇ ਉਹ ਉਹਨੂੰ ਲੈ ਗਿਆ। ਮਗਰ ਅਸੀਂ 4 ਰਹਿ ਗਏ। ਸਾਡੇ 'ਚ ਜਿਹੜਾ ਇੱਕ ਬੰਦਾ ਹੋਰ ਉਹਦਾ ਵੀ ਘਰ ਰਾਬਤਾ ਕੀਤਾ, ਉਹਦਾ ਵੀ ਉਹਨੇ ਕਿਸੇ ਨਾਲ ਰਾਬਤਾ ਕੀਤਾ, ਉਹ ਵੀ ਆਇਆ, ਉਹ ਵੀ ਚਲ ਗਿਆ। ਮੈਂ ਸਫਦਰ ਇੱਕ ਮੁੰਡਾ ਸਾਜਦ ਜਿਹੜਾ ਉਹ ਰਹਿ ਗਿਆ। ਅਸੀਂ 3 ਬੰਦੇ ਰਹਿ ਗਏ ਆ। ਅਸੀਂ ਜੀ ਉਹਨੂੰ ਜਿਹੜਾ ਨਾ ਆਖਿਆ ਲੈ ਵੀ ਹੁਣ ਸਫਦਰ ਨੂੰ, ਮੈਂ ਲੈ ਵੀ ਹੁਣ ਦੱਸ ਕੀ ਕਰਨਾ, ਨਾ ਅੱਗੇ ਜੋਗੇ ਨਾ ਪਿੱਛੇ ਹੋ ਗਏ, ਉਹ ਵੀ ਸਾਰੇ ਨਿਕਲ ਗਏ, ਤੂੰ ਐਵੇਂ ਵੱਖਰਾ ਵਕਤ ਪਾਇਆ, ਲੈ ਵੀ ਤੈਨੂੰ ਕਹਿ ਤੂੰ ਜਾਣਾ ਚਲੋ ਆਪ ਚੱਲ ਜਾਂਦਾ। ਉੱਥੋਂ ਨਾ ਅਸੀਂ ਪੈਦਲ ਚੱਲਣਾ ਸ਼ੁਰੂ ਕੀਤਾ ਵੇ, ਚੱਲ ਪੈਦਲ ਚੱਲ ਅਸੀਂ ਨਾ ਆ ਗਏ ਹਾਂ ਇਸਤੰਬੁਲ ਦੇ ਵਿੱਚ। ਹੈ ਤੇ ਉੱਥੇ ਨਜ਼ਦੀਕ ਸੀ ਜਿਹੜੀ ਜਗ੍ਹਾ ਤੇ ਅਸੀਂ ਉਹ ਕੋਠੀ ਜੇ ਕੋਲ, ਜਿਵੇਂ ਸਾਡੇ ਮੋਟਰਵੇ ਨਾ ਐਵੇਂ ਇੱਥੇ 4-4 5-5 ਸੜਕਾਂ, ਉੱਥੋਂ ਦੀ ਨਾ ਅਸੀਂ ਘੁਰ ਕਰਾ ਕੇ ਜਾਰੀ ਦੇ ਨਾਲ ਟੁਰਦੇ ਅੱਗੇ ਪੁੱਲ ਦੇ ਉੱਤੋਂ ਆਏ ਆ। ਆਣ ਕੇ 3 ਹੀ ਅਸੀਂ ਬੰਦੇ ਤੇ ਇੱਕ ਜਿਹੜਾ ਨਾ ਆ ਤੁਰਕੀ ਦੀ ਆ ਮਸ਼ਹੂਰ ਮਸਜਿਦ ਹੈ ਇਸਤੰਬੁਲ ਦੇ ਵਿੱਚ, ਜਿੰਨਾ ਜ਼ਿਕਰ ਹੈ ਕਿਤਾਬਾਂ ਦੇ ਵਿੱਚ ਵੀ ਆਉਂਦਾ ਵੇ, ਉਹ ਮਸਜਿਦ ਦੇ ਵਿੱਚ ਅਸੀਂ ਆ ਗਏ। ਦੂਰੋਂ ਨਜ਼ਰ ਆ ਰਹੀ, ਅਸੀਂ ਚਲਦੇ ਜਿਹੜਾ ਨਾ ਉੱਥੇ ਆ ਗਏ। ਉੱਥੇ ਆਣ ਕੇ ਜਿਹੜਾ ਨਾ ਅਸਰ ਦੀ ਨਮਾਜ਼ ਜਿਹੜੀ ਨਾ ਉਹ ਪੜ੍ਹੀ ਅਸੀਂ। ਉਹ ਸਭ ਦਾ ਜਿਹੜਾ ਲੜਕਾ ਉਹ ਥੱਲੇ ਜਿਹੜਾ ਨਾ ਉਹ ਮਸਜਿਦ ਦੇ ਵਿੱਚ ਥੱਲੇ ਬੜਾ ਸੋਹਣਾ ਬਗੀਚਾ ਜਿਹਾ ਭਰਿਆ ਹੋਇਆ ਬਹਿਣ ਨੂੰ ਜਗ੍ਹਾ, ਉੱਥੇ ਬਹਿ ਗਿਆ। ਮੈਂ ਤੇ ਜਿਹੜਾ ਨਾਲ ਲੜਕਾ ਸੀ ਨਾ ਦੂਸਰਾ,
ਉਹ ਜਿੰਨੇ ਉਹ ਤੁਰਕੇ ਨੂੰ ਫੜਿਆ ਸੀ ਉਹ ਸਾਜਦ ਲੜਕਾ, ਅਸੀਂ ਉੱਤੇ ਚੱਲ ਗਏ। ਉੱਤੇ ਜਾ ਕੇ ਅਸੀਂ ਨਮਾਜ਼ ਪੜ੍ਹੀ ਹੈ। ਪੜ੍ਹ ਕੇ ਥੱਲੇ ਆਇਆ ਤਾਂ ਥੱਲੇ ਆਣ ਕੇ ਉਹ ਜਿਹੜਾ ਨਾ ਇੱਕ ਤੁਰਕਾ ਬਾਬਾ ਸੀ, ਉਹਨੇ ਜਿਹੜਾ ਨਾ ਸਾਨੂੰ ਉਹ ਸਾਡੇ ਜਾਣ ਤੋਂ ਪਹਿਲੋਂ ਨਾ ਉਹ ਨਮਾਜ਼ ਪੜ੍ਹ ਕੇ ਥੱਲੇ ਉਤਰ ਆਇਆ ਸੀ। ਉਹਨੂੰ ਨਾ ਸਫਦਰ ਨੂੰ ਪੁੱਛਦਾ, ਲੈ ਵੀ ਇੰਡੀਅਨ ਇਹ ਨਾ ਐਵੇਂ ਬੈਠਾ ਨੂੰ ਕੋਈ ਪਤਾ ਨਹੀਂ। ਉਹ ਪੁੱਛੇ ਇੰਡੀਅਨ ਨਹੀਂ, ਅਰਬੀ ਨਹੀਂ, ਯਾਨੀ ਕਿ ਹਾਂ ਕੇ ਨਾ ਕਿ ਐਵੇਂ ਬੈਠਾ ਬੋਲੀ ਜੇ। ਉਨੀ ਦੇਰ ਨੂੰ ਅਸੀਂ ਨਮਾਜ਼ ਪੜ੍ਹ ਕੇ ਥੱਲੇ ਆਏ। ਅਸੀਂ ਇਹਨੂੰ ਪੁੱਛਿਆ, ਉਹਨੇ ਪੁੱਛਿਆ ਅਸੀਂ ਇਸਲਾਮ ਦਾ ਲਈ, ਉਹਨੇ ਪੁੱਛਿਆ ਇੰਡੀਅਨ, ਅਸੀਂ ਕਿਹਾ ਨਹੀਂ, ਅਸੀਂ ਕਿਹਾ ਪਾਕਿਸਤਾਨੀ ਮੁਸਲਿਮ, ਹਾਂਜੀ ਮੁਸਲਿਮ ਪਾਕਿਸਤਾਨੀ। ਉਹਨੇ ਕਿਹਾ ਤੁਰਕੀ ਪਾਕਿਸਤਾਨੀ ਮੁਸਲਮਾਨ ਬ੍ਰਦਰ ਕਿ ਭਰਾ ਹੈ ਮੁਸਲਮਾਨ। ਮੈਨੂੰ ਕਹਿੰਦਾ ਚਾਰਾ, ਯਾਨੀ ਕਿ ਅਸੀਂ ਰੋਟੀ ਕਹਿੰਦੇ ਚਾਰਾ ਕਹਿੰਦਾ ਖਾਣਾ। ਉਹ ਸਾਨੂੰ ਲੈ ਗਿਆ ਮਸਜਿਦ ਦੇ ਮੇਨ ਗੇਟ ਦੀ ਬੈਕ ਸਾਈਡ ਤੇ ਗੇਟ ਸੀ, ਉੱਥੋਂ ਸਾਨੂੰ ਉਹਨੇ ਕੱਢਿਆ। ਜਿਵੇਂ ਸਾਡੇ ਇੱਧਰ ਟਾਊਨ ਹੁੰਦੇ ਐਵੇਂ ਟਾਊਨ ਜਿਹਾ ਇੱਕ ਉਹਦੇ ਵਿੱਚ ਲੈ ਗਿਆ। ਇੱਕ ਕਰਿਆਨੇ ਵਾਲੀ ਦੁਕਾਨ, ਉੱਥੇ ਜਾ ਕੇ ਸਾਨੂੰ ਉਹਨੇ ਨਾ ਬੋਤਲਾਂ ਲੈ ਕੇ ਦਿੱਤੀਆਂ ਤੇ ਉੱਥੋਂ ਬਰਗਰ ਤੇ ਐਵੇਂ ਕਰਕੇ ਨਾ ਸਮਾਨ ਲੈ ਕੇ ਦਿੱਤਾ ਤਿੰਨਾਂ ਨੂੰ। ਅਸੀਂ ਉਹ ਖਾਧਾ ਖੁਦਾ, ਖਾ ਪੀ ਕੇ ਨਾ ਅਸੀਂ ਉੱਥੋਂ ਜੀ ਉੱਥੇ ਖਾ ਕੇ ਸਾਨੂੰ ਪੁੱਛਦਾ, ਲੈ ਵੀ ਕਿੱਧਰ ਜਾਣਾ ਜੋ ਹੁਣ ਕੀ। ਮੈਂ ਉਹਨੂੰ ਦੱਸਿਆ ਲੈ ਵੀ ਸਾਰੀ ਗੱਲ ਕਿ ਇੰਗਲਿਸ਼ ਉਹਨੂੰ ਆਉਂਦੀ ਸੀ। ਮੈਂ ਦੱਸੀ ਸਾਰੀ ਗੱਲ ਕਿ ਅਸੀਂ ਨਾ ਐਵੇਂ ਪਾਕਿਸਤਾਨੀਆਂ ਤੇ ਏਜੰਟਾਂ ਨੇ 2 ਨੰਬਰ ਹੀ ਕੀਤੀ ਸਾਡੇ ਕੋਲੋਂ, ਕਿ ਪੈਸੇ ਪੂਸੇ ਹਰ ਸ਼ੈ ਖੋਹ ਲਈਏ ਤੇ ਸਾਨੂੰ ਕੈਦ ਵੀ ਰੱਖਿਆ ਤੇ ਸਾਰਾ ਕੁਝ ਉਹਨੂੰ ਜਿਵੇਂ ਸਟੋਰੀ ਸੀ ਉਹ ਸਾਰੀ ਉਹਨੂੰ ਅਸੀਂ ਸੁਣਾਈ। ਮੈਂ ਹੁਣ ਐਵੇਂ ਹੀ ਅਸੀਂ ਉੱਥੋਂ ਨੱਸੇ ਆ ਏਜੰਟ ਕੋਲੋਂ ਤੇ ਇੱਥੇ ਆ ਗਏ ਆ, ਇੱਥੇ ਨਮਾਜ਼ ਪੜ੍ਹੀ ਹੈ ਤੇ ਤੇਰੇ ਕੋਲ ਆ ਗਏ ਆ। ਮੈਂ ਕਿਹਾ ਅੱਛਾ। ਉਹ ਥੱਲੇ ਉਹ ਜਿਹੜਾ ਤੁਰਕਾ ਸੀ ਨਾ ਉਹ ਬੰਦਾ, ਉਹਦਾ ਥੱਲੇ ਯਾਨੀ ਕਿ ਨਾ ਤਹਿਖਾਨਾ ਜਿਹਾ ਸੀ ਤੇ ਥੱਲੇ ਸੀ ਹੌਜ਼ਰੀ, ਸ਼ਰਟਾਂ ਵਗੈਰਾ ਪੈਕਿੰਗ ਪ੍ਰੈਸ ਵਗੈਰਾ ਹੁੰਦੀਆਂ ਸੀ ਤੇ ਉੱਥੇ ਸ਼ਾਰਜਾ ਦੀਆਂ ਤੇ ਰੂਸ ਦੀਆਂ ਜਿਹੜਾ ਨਾ ਕੁੜੀਆਂ ਮੁੰਡੇ ਕੰਮ ਕਰਦੇ ਸੀ। ਉੱਤੇ ਉਹ ਤੁਰਕੇ ਦਾ ਘਰ ਸੀ, ਉਹ ਜਿਹੜੀ ਕਰਿਆਨੇ ਵਾਲੀ ਦੁਕਾਨ ਹੈ ਉਹ ਵੀ ਤੁਰਕੇ ਦੀ ਰਿਹਾਇਸ਼ ਸੀ, ਉਹਨੇ ਕਿਰਾਏ ਤੇ ਦਿੱਤੀਆਂ ਸੀ। ਸਾਨੂੰ ਕਹਿੰਦਾ ਇੱਥੇ ਕੰਮ ਕਰੋਗੇ? ਮੈਂ ਕਿਹਾ ਹਾਂ। ਮੈਂ ਸਿਰਫ ਰੋਟੀ ਮਿਲੇ ਇੱਥੇ ਰਹਾਂਗੇ, ਕੋਈ ਰੋਲਾ ਨਹੀਂ। ਕਹਿੰਦਾ ਅੱਛਾ। ਉਹ ਥੱਲੇ ਗਿਆ, ਥੱਲੇ ਜਾ ਕੇ ਉਹਨੂੰ ਜਿਹੜਾ ਠੇਕੇਦਾਰ ਸੀ ਨਾ ਉਹਨੂੰ ਕਹਿੰਦਾ ਐਵੇਂ ਬੰਦੇ ਉਹਨੇ ਕਹਿ ਲਿਆ। ਜਦੋਂ ਗਏ ਆ ਤੇ ਉਹਨੇ ਕਿਹਾ ਪਾਸਪੋਰਟ ਲਿਆ। ਅਸੀਂ ਕਿਹਾ ਨਹੀਂ ਹੈ। ਉਹਨੇ ਫਿਰ ਸਾਨੂੰ ਵਾਪਸ ਉੱਥੋਂ ਕੱਢਤਾ, ਕਹਿੰਦਾ ਤੁਸੀਂ ਨੱਸ ਜਾਓ। ਅਸੀਂ ਫਿਰ ਬਾਹਰ ਆ ਗਏ। ਮੈਂ ਉਹ ਜਿਹੜਾ ਉਹ ਸੀ ਨਾ ਤੁਰਕਾ, ਉਹਨੂੰ ਆਖਿਆ ਮੈਂ ਲੈ ਜੀ ਐਵੇਂ ਧੱਕੇ ਖਾਂਦੇ। ਅੱਗੇ ਸਾਨੂੰ 3-4 ਮਹੀਨੇ ਹੋ ਗਏ ਘਰੋਂ ਪਾਕਿਸਤਾਨੋਂ ਨਿਕਲਿਆ, ਧੱਕੇ ਖਾਂਦੇ, ਬੜੀਆਂ ਭੁੱਖਾਂ ਕੱਟੀਆਂ, ਬਹੁਤ ਮੁਸੀਬਤਾਂ ਕੱਟੀਆਂ, ਧੱਕੇ ਖਾਂਦੇ ਇੰਨੀ ਦੇਰ ਹੋ ਗਈ ਹੈ। ਕੋਈ ਨਹੀਂ, ਅਸੀਂ ਇੱਥੇ ਸੜਕ ਤੇ ਸੋ ਜਾਵਾਂਗੇ। ਉਹ ਕਰ ਕਰਾਕ ਨਾਲ ਤੁਰਕਾ ਜਾਂਦਾ ਥੱਲੇ, ਉਹ ਠੇਕੇਦਾਰ ਨਾਲ ਜਾਗਣਾ ਕੋਈ 10-15 ਮਿੰਟ ਗੱਲ ਕਰਦਾ, ਅਸੀਂ ਬਾਹਰ ਹੀ ਖੜੇ ਰਹਿੰਦੇ ਹਾਂ। ਉਹਦੇ ਨਾਲ ਗੱਲ ਕਰਦਾ, ਉਹਨੂੰ ਕਹਿੰਦਾ ਯਾਰ ਕੋਈ ਟੈਨਸ਼ਨ ਨਹੀਂ ਹੈ ਤੈਨੂੰ, ਇਹਨਾਂ ਨੂੰ ਤੂੰ ਨਾ ਰੱਖ ਇੱਥੇ, ਮੇਰੀ ਜ਼ਿੰਮੇਵਾਰੀ। ਉਹ ਭਾਈ ਜੀ ਉਹ ਨਾ ਸਾਨੂੰ ਥੱਲੇ ਲੈ ਆਉਂਦਾ। ਥੱਲੇ ਲਿਆ ਕੋਈ ਜਿਹੜਾ ਠੇਕੇਦਾਰ ਹੁੰਦਾ ਉਹ ਵੀ ਮੁਸਲਮਾਨ ਹੁੰਦਾ ਤੁਰਕਾ, ਤੇ ਉਹਦੀ ਬੁੱਢੀ ਤੇ ਉਹਦੀਆਂ 2 ਬੱਚੀਆਂ ਵੀ ਉੱਥੇ ਕੰਮ ਕਰਦੀਆਂ। ਬਾਕੀ ਸ਼ਾਰਜਾ ਦੀਆਂ ਤੇ ਰੂਸ ਦੀਆਂ ਕੁੜੀਆਂ ਮੁੰਡੇ ਉੱਥੇ ਹੁੰਦੇ। ਸਾਨੂੰ ਨਾ ਉਹ ਜਾਣਿਆ ਠੇਕੇਦਾਰ ਦੀ ਬੁੱਢੀ ਪੁੱਛਦੀ ਕਿ ਕੌਣ ਮੁਸਲਿਮ? ਮੈਂ ਹੈ ਆਹੋ। ਕੀ ਨਾਮ? ਮੈਂ ਹੈ ਮੁਹੰਮਦ ਜ਼ਾਹਿਦ। ਜਦੋਂ ਮੈਂ ਮੁਹੰਮਦ ਕਿਹਾ ਬਹੁਤ ਮੰਨਦੇ, ਯਾਨੀ ਕਿ ਉਹ ਮੁਹੰਮਦ ਜਿਹੜਾ ਨਾ ਬਹੁਤ ਅਦਬ ਕਰਦੇ ਵੇ। ਕਹਿੰਦੀ ਮੈਂ ਜਦੋਂ ਕਿਹਾ ਨਾ ਮੁਹੰਮਦ ਜ਼ਾਹਿਦ ਚੁੰਮ ਕੇ ਨਾ ਕਹਿੰਦੀ ਆਈ ਲਵ ਮੁਹੰਮਦ। ਤੇ ਨਾ ਸਾਨੂੰ ਉਹਨੇ ਨਾ ਸਾਨੂੰ 3 ਬੰਦਿਆਂ ਨੂੰ ਸ਼ਰਟਾਂ, ਟਰੋਜ਼ਰ, ਸੋਫਟੀ ਜੁੱਤੀਆਂ, ਰੇਜ਼ਰ ਦਿੱਤਾ, ਸ਼ੈਂਪੂ ਦਿੱਤਾ, ਤੋਲੀਏ ਦਿੱਤੇ। ਮੈਂ ਕਿਹਾ ਉੱਥੇ ਨਾ ਕੱਪੜੇ ਕੁਪੜੇ ਆਪਣੇ ਚੇਂਜ ਕਰ ਲਓ ਤੇ ਆ ਸ਼ੇਵ ਕਰ ਲਓ ਤੇ ਨਹਾ ਨੂੰ ਲਓ। ਅਸੀਂ ਵੜੇ ਆ ਵਾਸ਼ਰੂਮਾਂ 'ਚ, ਨਹਾਤੇ ਨੂਤੇ ਆ, ਸ਼ੇਵ ਕੀਤੀ ਹੈ। ਉਹਨਾਂ ਨੇ ਸਾਨੂੰ ਨਾ ਖਾਣਾ ਖੁਣਾ ਲਿਆ ਕੇ ਦਿੱਤਾ, ਉਬਲੇ ਚਾਵਲ ਪਕਾਏ, ਕਾਵਾ ਸੀ ਨਾਲ, ਮੱਖਣ, ਐਵੇਂ ਕਰਕੇ ਨਾ ਚੀਜ਼ਾਂ ਕਾਫੀ ਲਿਆ ਕੇ ਦਿੱਤੀਆਂ। ਖਾਧੀਆਂ ਖੁੱਦੀਆਂ ਚੰਗੀਆਂ, ਕੋਈ ਗੁਜ਼ਾਰਾ ਹੋਇਆ। ਅਤੇ ਰਾਤ ਪੈ ਗਈ ਤੇ ਉੱਥੇ ਉਹਨਾਂ ਨੇ ਕੰਮ ਸ਼ਮ ਬੰਦ ਕੀਤਾ, ਉਹਨਾਂ ਦੇ ਨਾਲ ਹੀ ਅਸੀਂ ਵੀ ਸੌਂ ਗਏ ਹਾਂ। ਅਗਲਾ ਦਿਨ ਲੰਘਿਆ, ਸੁਬਾਹ ਸੁੱਤੇ ਉੱਠੇ ਆ, ਉਹਨਾਂ ਨੇ ਸਾਨੂੰ ਉਠਾ ਕੇ ਤੇ ਉਹ ਜਿਹੜੇ ਠੇਕੇਦਾਰ ਸੀ ਉਹ ਰਾਤ ਨੂੰ ਘਰ ਚਲ ਜਾਂਦੇ ਸੀ ਆਪਣੇ। ਬਾਕੀ ਸ਼ਾਰਜਾ ਦੇ ਜਿਹੜੇ ਕੁੜੀਆਂ ਮੁੰਡੇ ਉਹ ਵੀ ਉੱਥੇ ਸੌਂਦੇ ਸੀ ਤੇ ਅਸੀਂ ਵੀ ਉੱਥੇ ਹੀ।
ਅਗਲੇ ਦਿਨ ਸਾਨੂੰ ਉਹਨਾਂ ਨੇ ਨਾ ਸਵੇਰ ਠਾਇਆ, ਠਾ ਕੇ ਉੱਠੋ ਜੀ ਹੱਥ ਮੂੰਹ ਧੋਤਾ ਉਹਨਾਂ ਸਾਰਿਆਂ ਨੇ ਨਾਸ਼ਤਾ ਬਣਾਇਆ ਹੈ। ਉਹ ਸ਼ਾਰਜਾ ਦੇ ਤੇ ਰੂਸ ਦੇ ਜਿਹੜੇ ਕੁੜੀਆਂ ਮੁੰਡੇ ਉਹਨਾਂ ਨੇ ਉਬਲੇ ਚਾਵਲ ਨਾਲ ਮੱਖਣ ਤੇ ਨਾਲ ਕਾਵਾ ਉਹ ਉਹਨਾਂ ਨੇ ਵੀ ਪੀਤਾ, ਅਸੀਂ ਵੀ ਜਿਵੇਂ ਉਹਨਾਂ ਨੇ ਖਾਧਾ ਪੀਤਾ ਉਵੇਂ ਅਸੀਂ ਵੀ ਖਾ ਪੀ ਲਿਆ। ਉਹਨਾਂ ਦੇ ਨਾਲ ਹੀ ਮੁੜ ਕੇ ਬੈਠੇ ਰਹੇ, ਉਹ ਬਹਿ ਗਏ ਉਹ ਟੇਬਲਾਂ ਤੋਂ, ਜਿਵੇਂ ਉਹ ਸ਼ਰਟਾਂ ਨੂੰ ਕੋਈ ਪੁੱਠੀਆਂ ਸਿੱਧੀਆਂ ਤਹਿਵਾਂ ਲਾਤੀਆਂ, ਛਾਪਰ ਜੇ ਪਾਤਾ, ਕੋਈ ਕਿਵੇਂ ਜਿਵੇਂ ਉਹ ਕਰਦੇ ਰਹੇ ਅਸੀਂ ਨਾਲ ਕਰਦੇ ਰਹੇ। ਐਵੇਂ ਕਰਦਿਆਂ ਨਾ ਕੋਈ ਉੱਥੇ 2 4 5 ਦਿਨ ਲੰਘ ਗਏ ਤੇ ਘਰਦਿਆਂ ਨਾਲ ਵੀ ਮੇਰਾ ਰਾਬਤਾ ਹੁੰਦਾ ਰਿਹਾ। ਠੀਕ ਹੈ, ਸਊਦੀ ਅਰਬ ਮੇਰਾ ਕਜ਼ਨ ਹੈ, ਫੁੱਫੋ ਦਾ ਬੇਟਾ, ਉਹਦੇ ਨਾਲ ਵੀ ਰਾਬਤਾ ਕਰਨਾ, ਉਹਨੂੰ ਵੀ ਦੱਸਣਾ ਐਵੇਂ ਆਹ ਗੱਲਬਾਤ ਹੈ। ਉਹਨੇ ਫੋਨ 'ਚ ਉਹਨੂੰ ਮੈਨੂੰ ਕਰ ਦੇਣਾ ਕਰਨਾ ਤੇ ਉਹ ਗੱਲਬਾਤ ਹੁੰਦੀ ਤਾਂ ਨਹੀਂ ਕਰਨੀ ਮੇਰੀ। ਤੇ ਘਰ ਵੀ ਮੈਂ ਗੱਲ ਕਰਦਿਆਂ ਨਾ, ਲੇਕਿਨ ਘਰਦਿਆਂ ਨੇ ਸਾਰਿਆਂ ਨੂੰ ਇਹ ਹੀ ਦੱਸਿਆ ਲਿਆ ਵੀ ਸਾਡਾ ਉਹਨਾਂ ਨਾਲ ਰਾਬਤਾ ਹੀ ਨਹੀਂ ਹੈ, ਕਿਉਂਕਿ ਜੈਂਡ ਨੇ ਇੰਨਾ ਸਾਡੇ ਨਾਲ ਕੀਤਾ, ਅਸੀਂ ਤੇ ਕਵਰ ਦੇ ਮੂੰਹ 'ਚ ਨਿਕਲ ਕੇ ਮਸਾਂ ਮਰਦੇ ਬਚ ਕੇ ਆਏ ਆ। ਤੇ ਉੱਥੇ ਨਾ ਉਹ ਜਿਹੜਾ ਸੀ ਨਾ ਸਾਜਲ ਲੜਕਾ, ਉਹਦਾ ਭਰਾ ਇਟਲੀ ਸੀ ਤੇ ਉਹ ਜਦੋਂ ਉੱਥੇ ਕੋਈ 5-7 ਦਿਨ ਹਫਤਾ ਲੰਘੇ ਨਾ, ਤੇ ਜਿਵੇਂ ਕਹਿੰਦੇ ਨਾ ਉਹ ਨੇਕੀ ਕਰਕੇ ਬੰਦੇ ਭੁੱਲ ਜਾਂਦੇ ਵੇ। ਉਹ ਸਾਨੂੰ ਨਾ ਉਹਦੇ ਭਰਾ ਦਾ ਵੀ, ਉਹ ਮੇਰੇ ਹੀ ਮੋਬਾਈਲ ਤੇ ਫੋਨ ਹੋਣਾ ਕਰਨਾ, ਉਹਨੇ ਗੱਲ ਹੋਣੀ ਤੇ ਉਹਦੇ ਭਰਾ ਨੇ ਉਹਨੂੰ ਕਹਿਣਾ ਲੈ ਵੀ ਤੂੰ ਨਾ ਹੁਣ ਇੱਥੋਂ ਨਾਸਤੇ ਗਿਆ ਮੈਂ ਤੇ ਇੱਥੇ ਪਹੁੰਚਿਆ ਮੈਂ ਤੁਰਕੀ 'ਚ ਮੈਂ ਤੂੰ ਤੇ ਕੋਈ ਰੌਲਾ ਨਹੀਂ, ਤੂੰ ਨਾ ਐਵੇਂ ਕਰ ਤੇ ਇੱਥੋਂ ਹੁਣ ਵਾਪਸੀ ਪਾਕਿਸਤਾਨ ਨਾ ਜਾਈਂ ਤੇ ਇੱਥੋਂ ਅੱਗੇ ਆ ਜਾ, ਇੱਥੋਂ ਤੈਨੂੰ ਮੈਂ ਇਟਲੀ ਬੁਲਾ ਲਾਂਗਾ। ਉਹਦੀ 2 ਦਿਨ ਸਲਾਹ ਹੋਣੀ ਮੈਂ ਅੱਗੇ ਜਾਣਾ ਇਟਲੀ ਹੋਣੀ, 2 ਦਿਨ ਫਿਰ ਜਦੋਂ ਪਿਛਲਾ ਵਾਕਿਆ ਚੇਤੇ ਹੋਣਾ ਨਾ ਕਿ ਸਾਡੇ ਨਾਲ ਆਹ ਕੁਛ ਬੀਤੀ ਹੈ, ਫਿਰ ਕਹਿਣਾ ਨਹੀਂ ਮੈਂ ਪਾਕਿਸਤਾਨ, ਕਦੀ ਹਾਂ ਕਦੀ ਨਾ, ਕਦੀ ਹਾਂ ਕਦੀ ਨਾ ਕਰਦਾ, ਟਾਈਮ ਲੰਘੀ ਜੇ ਕਦੀ ਸਾਨੂੰ ਕਹਿਣਾ ਤਿਆਰ ਹੋ, ਮੈਂ ਕਿਹਾ ਨਹੀਂ ਯਾਰ ਮੈਂ ਨਹੀਂ, ਅਸੀਂ ਭਾਈ ਵਾਪਸ ਹੀ ਜਾਣਾ, ਲਾਲਚ ਫਿਰ ਕਰਾਂਗੇ, ਕੋਈ ਫਾਇਦਾ ਨਹੀਂ। ਉਹਨਾਂ ਉੱਥੇ ਕਰਦਿਆਂ ਨਾ ਉਹਨੇ ਆਖਿਆ ਜੀ ਨਹੀਂ ਤੁਸੀਂ ਮੇਰੇ ਨਾਲ ਜਾਣਾ, ਨਹੀਂ ਤੇ ਮੈਂ ਇੱਥੋਂ ਪੁਲਿਸ ਸੱਦ ਕੇ ਐਵੇਂ ਕਰ। ਮੈਂ ਤੂੰ ਜਿੱਧਰ ਜਾਣਾ ਜਾ, ਤੂੰ ਜੇ ਜਾਣਾ ਜਾ, ਸਾਨੂੰ ਨਾਲ ਕਾ ਤੂੰ ਐ ਬਲੈਕਮੇਲ ਕਰਨ ਨੇ। ਉਹਨਾਂ ਕਰ ਕਰਾ ਕੇ ਨਾ ਮੈਨੂੰ ਕਹਿੰਦਾ ਫੋਨ ਦੇ, ਮੈਂ ਆਪਣੇ ਭਰਾ ਨੂੰ ਮਿਸ ਕਾਲ ਦੇਣੀ। ਮੈਂ ਅੱਛਾ, ਮੈਂ ਉਹਨੂੰ ਫੋਨ ਫੜਾਇਆ ਤੇ ਮੈਂ ਨਾ ਵਾਸ਼ਰੂਮ 'ਚ ਪਿਸ਼ਾਬ ਕਰਨ ਚੱਲ ਗਿਆ। ਸਬਦਨ ਨੂੰ ਮੈਂ ਆਖਿਆ ਇਹਦਾ ਧਿਆਨ ਰੱਖੀ। ਉਹ ਮੈਂ ਨਾ ਜਦੋਂ ਵਾਸ਼ਰੂਮ 'ਚ ਗਿਆ ਨਾ ਤਾਂ ਉਹ ਕਿਤੇ ਮਗਰੋਂ ਨਾ ਫੋਨ ਪਹਿਲੋਂ ਮਿਲਾਇਆ, ਜਦੋਂ ਉਹਨੂੰ ਪਤਾ ਲੱਗਿਆ ਵਾਸ਼ਰੂਮ 'ਚ ਵੜਿਆ, ਉਹ ਨਾ ਉੱਥੋਂ ਤੋਂ ਤਹਿਖਾਨੇ ਤੋਂ ਸੀੜੀਆਂ ਨੂੰ ਚੜਿਆ ਤੇ ਫੋਨ ਕਰਨ ਨੂੰ ਲੈ ਬਾਹਰ ਨੂੰ ਨਿਕਲ ਗਿਆ। ਮੈਂ ਜਦੋਂ ਵਾਸ਼ਰੂਮ 'ਚ ਨਿਕਲਿਆ ਮੈਂ ਆਖਿਆ ਹਾਂ ਕਿੱਥੇ, ਕਹਿੰਦਾ ਬਾਹਰ। ਮੈਂ ਲੈ ਤੈਨੂੰ ਮੈਂ ਕਿਹਾ ਸੀ ਜੇ ਬਾਹਰ ਜਾਣ ਲੱਗਿਆ ਤਾਂ ਫਿਰ ਮੋਬਾਈਲ ਦੇ ਦੇ, ਕਹਿੰਦਾ ਇੱਥੇ ਕੋਈ ਸੁਣਦਾ ਨਾ ਬਾਹਰ। ਮੈਂ ਬਾਹਰ ਨੱਸ ਕੇ ਗਿਆ, ਬਾਹਰ ਇੱਥੇ ਕੋਈ ਨਹੀਂ। ਅਸੀਂ ਉਹ ਜਿਹੜੇ ਸੀ ਨਾ ਉਹ ਸ਼ਾਰਜਾ ਦੇ ਕੁੜੀਆਂ ਮੁੰਡੇ ਜਾਂ ਤੁਰਕੇ ਦੇ, ਬੁੱਢੀ ਸੀ ਤੁਰਕਾ ਸੀ ਜਾਂ ਉਹਦੀਆਂ 2 ਕੁੜੀਆਂ ਸੀ, ਉਹਨਾਂ ਦੇ ਨਾਲ ਨਾ ਉੱਥੋਂ ਜਗ੍ਹਾ ਤੋਂ ਬੈਕ ਸਾਈਡ 'ਤੇ ਨਾ ਇੱਕ ਮਾਰਕੀਟ ਹੈ, ਉੱਥੇ ਰਾਤ ਨੂੰ ਜਾਣਾ ਕਰਨਾ ਉਹਨਾਂ ਦੇ ਨਾਲ। ਅਸੀਂ ਉੱਥੋਂ ਆਈਸਕ੍ਰੀਮ ਖਾਣੀ, ਜਿਵੇਂ ਉਹਨਾਂ ਦੇ ਨਾਲ ਸੈਰ ਸੂਰ ਕਰਨੀ, ਕੋਈ 10 ਮਿੰਟ 20 ਮਿੰਟ ਚੱਲ ਜਾਣਾ ਕਰ। ਮੈਂ ਸ਼ਾਇਦ ਇਸ ਸਾਈਡ ਤੋਂ ਨਿਕਲਿਆ ਹੋਇਆ ਜਿੱਧਰ ਅਸੀਂ ਰਾਤ ਨੂੰ ਆਈ ਦਾ, ਉੱਧਰ ਮੈਂ ਨੱਸਦਾ ਆਇਆ, ਸਾਰਾ ਫਿਰਿਆ ਬਾਹਰ, ਫਿਰਦਾ ਨਾ ਕਿਤੇ ਵੀ ਨਾ ਲੱਭਾ। ਅਸੀਂ ਵੀ ਡਰ ਗਏ ਕਿ ਲੈ ਵੀ ਉਹ ਨੱਸ ਗਿਆ, ਹੋ ਸਕਦਾ ਪੁਲਿਸ ਨੂੰ ਲੈ ਵੀ ਇੱਕ ਡਰ ਸਾਡੇ ਉਹ ਜਿਹੜਾ ਇੰਨੇ ਦਿਨ ਕੈਦ ਦੇ ਆ, ਡਰ ਤੇ ਬੰਦਿਆਂ ਦੇ ਜ਼ਿਹਨ 'ਚ ਬਹਿ ਜਾਂਦਾ। ਅਸੀਂ ਕਰ ਕਰਾ ਕੇ ਜੀ ਉੱਥੋਂ ਜਿਹੜਾ ਨਾ ਅਸੀਂ ਉਹਨੂੰ ਜਿਹੜਾ ਨਾ ਤੁਰਕਾ ਜਿਹੜਾ ਉਹ ਸੀ ਨਾ ਉੱਥੇ ਦਾ ਠੇਕੇਦਾਰ ਬੰਦਾ, ਉਹਨੂੰ ਮੈਂ ਆਖਿਆ ਯਾਰ ਸਾਨੂੰ ਨਾ ਇੱਥੋਂ ਕੋਈ ਦੇ ਕਿਰਾਇਆ ਕਰਵਾਇਆ, ਅਸੀਂ ਜਾਣਾ ਮੈਂ ਵਾਪਸੀ। ਉਹ ਸਾਡੇ ਨਾਲ ਦਾ ਬੰਦਾ ਨਾ ਸੀਗਾ। ਮੈਂ ਉੱਥੋਂ ਜਿਹੜਾ ਨਾ ਰੂਸ ਦਾ ਇੱਕ ਮੁੰਡਾ ਸੀ, ਮੁੰਡਾ ਕੀ ਸੀ ਬਾਬਾ ਸੀ, ਕੋਈ 35 ਸਾਲ ਦਾ ਸੀ। ਉਹ ਬੁੱਢੀ ਬੰਦਾ ਉੱਥੇ ਕੰਮ ਕਰਦਾ ਸੀ, ਬਹੁਤ ਅੱਛੇ ਸੀ, ਸਾਨੂੰ ਸਿਗਰਟਾਂ ਵੀ ਦਿੰਦੇ ਸੀ ਪੀਣ ਨੂੰ, ਯਾਨੀ ਕਿ ਸਹੀ ਤਾਵਨ ਕਰਦੇ ਸੀ। ਇਹ ਨਹੀਂ ਸੀ ਕਿ ਸਾਡੇ ਤੋਂ ਛੇੜ ਛੁੜ ਨਹੀਂ ਸੀ ਕਰਦੇ ਸਾਨੂੰ ਨਾ। ਮੈਂ ਉਹਦਾ ਮੋਬਾਇਲ ਲਿਆ, ਮੈਂ ਇੱਕ ਨਾਲ ਕਾਲ ਕਰਾਣੀ। ਮੈਂ ਨਾ ਉਹਦੇ ਕੋਲ ਮੋਬਾਇਲ ਫੜਿਆ ਤੇ ਆਪਣਾ ਜਿਹੜਾ ਨਾ ਫੁੱਫੀ ਦਾ ਬੇਟਾ ਸੀ ਨਾ ਸਊਦੀ ਅਰਬ, ਮੈਂ ਉਹਨੂੰ ਮਿਸ ਕਾਲ ਦਿੱਤੀ। ਉਹਦਾ ਫੋਨ ਆਇਆ ਤੇ ਮੈਂ ਉਹਨੂੰ ਦੱਸਿਆ ਕਿ ਮੇਰਾ ਦਾ ਨੰਬਰ ਜਿਹੜਾ ਨਾ ਉਹ ਮੋਬਾਇਲ ਵੀ ਤੇ ਸਿਮ ਵੀ ਉਹ ਮੁੰਡਾ ਜਿਹੜਾ ਨਾ ਨਾਲ ਦਾ ਉਹ ਲੈ ਕੇ ਨੱਸ ਗਿਆ, ਪਤਾ ਨਹੀਂ ਕਿੱਥੇ। ਤੇ ਅਸੀਂ ਹੁਣ ਇੱਥੋਂ ਡਿਪੋਰਟ ਹੋਣ ਚੱਲੇ ਹਾਂ ਤੇ ਬਾਕੀ ਜੇ ਹੋਇਆ ਤੇ ਫਿਰ ਮੈਂ ਰਾਬਤਾ ਕਰਾਂਗਾ, ਕੋਈ ਨੰਬਰ ਮਿਲਿਆ ਜਾਂ ਕੁਛ। ਉਹਨੇ ਕਿਹਾ ਠੀਕ ਹੈ, ਮੈਂ ਘਰ ਵੀ ਦੱਸਤਾ। ਉਹ ਤੁਰਕੇ ਨੇ ਵੀ ਜਿਹੜਾ ਉਹ ਠੇਕੇਦਾਰ, ਉਹ ਵੀ ਜਿਹੜੇ ਰੂਸ ਦੇ ਵੀ ਕੁੜੀਆਂ ਮੁੰਡੇ ਸ਼ਾਰਜਾ ਦੇ, ਉਹ ਸਾਰਿਆਂ ਨਾਲ ਨਾ ਹਾਸਾ ਮਜ਼ਾਕ ਜਦੋਂ ਉੱਥੇ ਰਹਿਣ ਲੱਗ ਪਏ, ਹੱਸਦੇ ਖੇਡਦੇ ਰਹਿਣਾ, ਕੰਮ ਕਰਦੇ ਰਹਿਣਾ। ਉਹ ਸਾਰਿਆਂ ਨਾਲ ਵਾਹਵਾ ਦਿਲ ਲੱਗਾ ਤੇ ਸਾਰਿਆਂ ਨੇ ਕਹਿ ਲਿਆ ਵੀ ਨਾ ਜਾਓ।
ਅਸੀਂ ਆਖਿਆ ਨਹੀਂ, ਉਹ ਡਰ ਗਏ ਅਸੀਂ ਵੀ ਕਿ ਲੈ ਵੀ ਉਹ ਜਿਹੜਾ ਚਲ ਗਿਆ ਵਾ ਸਾਜਿਦ, ਉਹ ਪਤਾ ਨਹੀਂ ਕੀ ਚਵਲ ਮਾਰੇ, ਕੀ ਕਰੇ ਜਾਂ ਨਾ ਕਰੇ, ਤੇ ਐਵੇਂ ਲਾਲਚ ਕਰਾਂਗੇ ਫਿਰ ਅੱਗੇ ਤੋਂ ਫਸਾਂਗੇ, ਅੱਗੇ ਮਸਾਂ ਮਸਾਂ ਜਾਨ ਛੁੱਟੀ ਹੈ। ਅਸੀਂ ਕੀਤਾ ਕੀ ਜੀ ਉੱਥੋਂ, ਅਸੀਂ ਉਹਨੇ ਬਥੇਰਾ ਕਿਹਾ, ਅਸੀਂ ਕਿਹਾ ਨਹੀਂ ਯਾਰ ਅਸੀਂ ਨਹੀਂ ਰਹਿਣਾ, ਅਸੀਂ ਹੁਣ ਜਾਣਾ। ਉਸ ਦਿਨ ਸਾਨੂੰ ਉੱਥੇ ਨਾ ਉਹਨਾਂ ਕੋਲ ਰਹਿੰਦੇ ਆ ਜਿਹੜਾ ਨਾ ਕੋਈ 7-8 ਦਿਨ ਹੋ ਗਏ ਸੀ। ਉਹਨੇ ਨਾ ਮੈਂ ਕਿਹਾ ਟੈਕਸੀ ਵਾਲਿਆਂ ਤੋਂ ਫੋਨ ਕਰ, ਉਹਨੇ ਫੋਨ ਕੀਤਾ, ਟੈਕਸੀ ਆ ਗਈ, ਉਹਨੇ ਨਾ ਸਾਨੂੰ ਦਿੱਤੇ 60 ਲੀਰੇ, 60 ਲੀਰੇ ਦਿੱਤੇ। ਤੇ ਜਾਣ ਲੱਗਿਆ ਸਾਨੂੰ ਸਾਰੇ ਤੁਰ ਕੇ ਵੀ ਉਹ ਜਿੰਨੇ ਵੀ ਸੀ ਨਾ ਉੱਥੇ ਕੰਮ ਕਰਨ ਵਾਲੇ ਸਾਰੇ ਮਿਲੇ ਮੁਲੇ, ਤੇ ਸਾਰੇ ਜਿਵੇਂ ਉਦਾਸ ਨਹੀਂ ਬੰਦਾ ਇੱਕ ਹੁੰਦਾ ਕਿ ਇੱਕ ਉਹਨਾਂ ਦਾ ਦਿਲ ਲੱਗਾ ਸੀ ਸਾਡੇ ਨਾਲ, ਮਜ਼ਾਕ ਮਜ਼ੂਕ ਵੀ ਕਰਦਿਆਂ ਰਹਿਣਾ, ਤੋ ਸਾਰਿਆਂ ਬੜੇ ਉਦਾਸ ਹੈ, ਸਾਨੂੰ ਆਖਣ ਨਾ ਜਾਓ, ਸੀਗਾ ਨਹੀਂ ਯਾਰ ਅਸੀਂ ਜਾਣਾ ਹੀ ਜਾਣਾ। ਤੇ ਉਹ ਨਾ ਅਸੀਂ ਉਹ ਬਹਿ ਗਏ ਕਾਰ 'ਚ, ਅੱਲਾ ਕਰੇ ਜਿਹੜੀ ਕਾਰ 'ਚ ਬੈਠੇ ਆ, ਉਹ ਜਿਹੜਾ ਬੰਦਾ ਸੀ ਹੈ ਤੇ ਤੁਰਕਾ ਸੀ, ਬਾਬਾ ਜਾਂ ਬੂਰੇ ਜੀ ਦਾੜੀ ਵਾਲਾ, ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ। ਉਹਨੂੰ ਮੈਂ ਆਖਿਆ ਪੁਲਿਸ ਸਟੇਸ਼ਨ ਜਾਣਾ, ਉਹ ਸਾਨੂੰ ਲੈ ਆਇਆ ਏਅਰਪੋਰਟ 'ਤੇ, ਏਅਰਪੋਰਟ 'ਤੇ ਲੈ ਆਇਆ ਸਾਨੂੰ। ਏਅਰਪੋਰਟ 'ਤੇ ਲਿਆ ਕੇ ਸਾਨੂੰ ਜਿਹੜਾ ਨਾ ਉਹਨੇ ਉਹ ਜਿਹੜੇ ਨਾ ਏਅਰਪੋਰਟ ਤੁਰਕਸ਼ ਏਅਰਲਾਈਨ ਜਿਹੜਾ ਨਾ ਉੱਥੇ ਦਾ ਇਸਤੰਬੁਲ ਦਾ ਏਅਰਪੋਰਟ ਜਿਹੜਾ ਬਹੁਤ ਹੀ ਖੂਬਸੂਰਤ ਹੈ, ਸਮਝੋ ਯੂਰਪ ਦਾ ਗੜ ਹੈ। ਇੰਨਾ ਕੁ ਵੱਡਾ ਏਅਰਪੋਰਟ ਹੈ ਕਿ ਜਿੱਥੇ ਤੱਕ ਬੰਦੇ ਦੀ ਨਜ਼ਰ ਹੈ ਉਸ ਤੋਂ ਹੀ ਦੁਗਣਾ। ਹਰ ਉੱਥੇ 5 ਮਿੰਟ ਬਾਅਦ ਜਹਾਜ਼ ਜਿਹੜਾ ਉੱਡਦਾ, ਹਰ 5 ਮਿੰਟ ਬਾਅਦ। ਜਿਹੜੇ ਯੂਰਪ ਮੁਲਕ ਜਾਣਾ ਉਹ ਸਮਝੋ ਇਸਤੰਬੁਲੋਂ ਜਹਾਜ਼ ਜਿਹੜਾ ਉੱਥੇ ਸਟੇ ਕਰਕੇ ਉੱਥੇ ਤੁਹਾਨੂੰ ਜਹਾਜ਼ ਹੋਰ ਉੜੇਗਾ ਤੇ ਉਹ ਤੁਹਾਨੂੰ ਖੜੇਗਾ। ਤੁਸੀਂ ਆਉਣਾ ਵੀ ਕਿਤੋਂ ਤੇ ਉਹ ਵੀ ਇਸਤੰਬੁਲ, ਯਾਨੀ ਕਿ ਤੁਹਾਡਾ ਸਟੇ ਹੋਏਗਾ ਤੇ ਫਿਰ ਤੁਸੀਂ ਆਉਣਾ ਹੈ ਉੱਥੇ ਲੈਣ ਦਾ। ਉਹ ਮੈਂ ਉਹਨੂੰ ਆਖਿਆ ਨਹੀਂ ਓਏ ਸਾਨੂੰ ਪੁਲਿਸ ਕੋਲ ਖੜ, ਸਾਡੇ ਕੋਲ ਕਿਹੜਾ ਪਾਸਪੋਰਟ ਜਾਂ ਕਿਹੜੀ ਟਿਕਟਾਂ ਜਿਹੜੀਆਂ ਤੂੰ ਸਾਨੂੰ ਏਅਰਪੋਰਟ 'ਤੇ ਲੈਣ ਦਾ, ਉਹਨੂੰ ਸਮਝ ਨਾ ਆਏ। ਉਹ ਪੁਲਿਸ ਵਾਲੇ ਜਿਹੜੇ ਹੁਣ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਪਾਕਿਸਤਾਨੀ, ਯਾਨੀ ਕਿ ਸਾਡੇ ਕੋਲ ਕੋਈ ਪਾਸਪੋਰਟ ਨਹੀਂ, ਅਰੈਸਟ ਕਰੋ ਅਸੀਂ ਵਾਪਸ ਜਾਣਾ। ਉਹ ਸਾਨੂੰ ਨਾ ਹੱਸਣ, ਜੈਨੂਨ ਗੱਲ ਹੈ, ਉਹ ਹੱਸਣ ਆਖਣ ਤੁਰਕੀ ਪਾਕਿਸਤਾਨੀ ਬ੍ਰਦਰ ਭਰਾ ਭਰਾ ਕੋਈ ਮਸਲਾ ਨਹੀਂ, ਫਿਰੋ ਹੱਸਣ ਆਖਣ ਕੁਛ ਖਾਣਾ ਹੈ। ਉਹਨਾਂ ਨੂੰ ਆਖਰ ਪਤਾ ਹੋਏਗਾ ਕਿ ਬੜੀ ਦੁਨੀਆ ਮੈਂ ਤੁਰਕੀ 'ਚ ਆਉਂਦੀ ਜਾਂਦੀ। ਕਹਿੰਦੇ ਕੁਛ ਖਾਣਾ ਪੀਣਾ ਦੱਸੋ, ਜੇ ਤੁਹਾਨੂੰ ਕੋਈ ਟੈਨਸ਼ਨ ਹੈ, ਕੋਈ ਪਰੇਸ਼ਾਨੀ ਹੈ, ਕੋਈ ਬੰਦਾ ਤੰਗ ਕਰਦਾ ਤਾਂ ਦੱਸੋ, ਤੇ ਫਿਰ ਉਹ ਅਸੀਂ ਨਹੀਂ ਫੜਨਾ। ਅਸੀਂ ਆਖਿਆ ਨਹੀਂ ਯਾਰ, ਉੱਥੇ ਨਾ ਕੋਈ ਐਵੇਂ, ਅਸੀਂ ਦੋਵਾਂ ਚਾਵਾਂ 5 ਪੁਲਿਸ ਵਾਲਿਆਂ ਨੂੰ ਕਿਹਾ, ਉਹ ਸਾਰਿਆਂ ਨੇ ਇਹੀ ਗੱਲ ਸੁਣਾਈ। ਸਾਰਿਆਂ ਨੇ ਸਾਨੂੰ ਕਿਹਾ ਤੁਰਕੀ ਪਾਕਿਸਤਾਨੀ ਮੁਸਲਮਾਨ ਬ੍ਰਦਰ ਕੇ ਭਰਾ ਹੈ, ਐਵੇਂ ਕਹਿੰਦੇ ਸੀ, ਨੋ ਪ੍ਰੋਬਲਮ, ਫੜਨ ਹੀ ਨਾ ਸਾਨੂੰ। ਅਸੀਂ ਆਖਿਆ ਲੈ ਚੰਗਾ ਵਾਕਿਆ ਹੋ ਗਿਆ। ਕੋਈ ਐਸੀ ਜਗ੍ਹਾ ਸੀ ਕਿ ਅਸੀਂ ਡਰੀਦਾ ਸੀ ਕਿ ਲੈ ਵੀ ਉਹ ਪੁਲਿਸ ਨਾ ਫੜ ਲੈ, ਤੇ ਇੱਥੇ ਆਹ ਗੱਲ ਹੈ ਕਿ ਪੁਲਿਸ ਨੂੰ ਅਸੀਂ ਕਹਿੰਦੇ ਫੜੋ ਤੇ ਉਹ ਸਾਨੂੰ ਫੜਨ ਨਹੀਂ ਦੇ। ਦੋਸਤੋ ਕਰਨਾ ਹੋਇਆ ਜੀ, ਉਹਨਾਂ ਨੇ ਸਾਨੂੰ ਨਾ ਕੋਈ ਨਾ ਫੜਿਆ, ਸਾਨੂੰ ਕੋਈ ਨਾ ਫੜਿਆ। ਟਾਈਮ ਕਾਫੀ ਲੰਘ ਗਿਆ। ਉਹ ਜਿਹੜਾ ਸੀ ਨਾ ਪੁਲਿਸ ਵਾਲਾ ਇੱਕ, ਮੈਂ ਉਹਨੂੰ ਆਖਿਆ ਯਾਰ ਇਹਨੂੰ ਕਹਿ ਕੋਈ ਪੁਲਿਸ ਸਟੇਸ਼ਨ ਦਾ ਸਾਨੂੰ ਛੱਡੇ। ਉਹਨੇ ਨਾ ਉਹ ਜਿਹੜਾ ਕਾਰ ਦਾ ਡਰਾਈਵਰ ਸੀ ਨਾ ਤੁਰਕਾ, ਉਹਨੇ ਆਖਿਆ ਲੈ ਵੀ ਕਿ ਨਾ ਉਹ ਪੁਲਿਸ ਸਟੇਸ਼ਨ ਜਾਂ ਕੋਈ, ਉਹ ਨਾ ਕਰ ਕਰਾ ਕੇ ਘੁੰਮ ਘੁਮਾ ਕੇ ਗੁੱਸਾ ਉਹਨੂੰ ਚੜਿਆ। ਉਹ ਜਿਹੜਾ ਡਰਾਈਵਰ ਸੀ ਲੈ ਵੀ ਨਾ ਮੈਨੂੰ ਇਹਨਾਂ ਦੀ ਸਮਝ ਲੱਗਣ ਦੀ, ਨਾ ਮੇਰੀ ਇਹਨਾਂ ਨੂੰ ਲੱਗਣ ਦੀ, ਪਤਾ ਨਹੀਂ ਕਿੱਥੇ ਜਾਣਾ। ਉਹ ਕਾਰਾਂ ਦੇ ਉੱਤੇ ਜਿਹੜਾ ਸ਼ੀਸ਼ਾ ਹੁੰਦਾ ਨਾ ਨਾਲ, ਉਹਦੇ ਨਾਲ ਮੀਟਰ ਬਣਿਆ ਹੁੰਦਾ, ਉਹਦੇ ਤੇ ਜਿੰਨੇ ਕਿਲੋਮੀਟਰ ਚੱਲੀ ਜਾਣੀ ਉਹਨੇ ਪੈਸੇ ਆਟੋਮੈਟਿਕ ਬਣ ਜਾਂਦੇ। ਉੱਥੇ ਕੁਛ ਨਹੀਂ ਦੱਸਣਾ ਪੈਂਦਾ ਲੈ ਵੀ ਹਾਂ ਪੈਸੇ ਮੁੱਕੋ, ਇੱਥੇ ਜਾਣਾ ਕਿੰਨੇ ਪੈਸੇ ਲਓਗੇ, ਇਹ ਸਿਸਟਮ ਨਹੀਂ ਉੱਥੇ ਹੈਗਾ। ਉਹ ਦੋਸਤੋ ਉੱਥੋਂ ਕਰ ਕਰਾ ਕੇ ਜਿਹੜਾ ਨਾ ਅਸੀਂ ਉਹਨੂੰ ਕਿਹਾ ਤੇ ਉਹਨੇ ਸਾਨੂੰ ਜਿਹੜਾ ਨਾ ਕਾਰ 'ਚ ਬਿਠਾਇਆ ਦੁਬਾਰਾ। ਉਹਨੇ ਸਾਨੂੰ ਜਿਹੜਾ ਨਾ ਏਅਰਪੋਰਟ ਦੇ ਨਜ਼ਦੀਕ ਏਅਰ ਫੋਰਸ ਜਿਹੜੀ ਪੁਲਿਸ ਹੈ ਨਾ, ਇਹਨਾਂ ਦਾ ਮੇਨ ਉੱਥੇ ਜਿਹੜਾ ਨਾ ਦਫ਼ਤਰ ਸੀ, ਉੱਥੇ ਲਿਆ ਕੇ ਨਾ ਤੇ ਸਾਨੂੰ ਬਾਹਰ ਹੀ, ਜਿਵੇਂ ਸਮਝੋ ਕਿ ਇੱਥੋਂ ਹੁਣ ਮੇਰੇ ਤੋਂ ਨਾ ਕੋਈ 20 ਫੁੱਟ ਪਿੱਛੇ ਹੋਵੇ ਨਾ, ਇੰਨਾ ਦੂਰ ਲਾ ਕੇ ਨਾ ਤੇ ਉਹਨੇ ਹੱਥ ਬੰਨੇ ਕਿ ਨਾ ਮਾਫੀ ਦਿਓ, ਇੰਨੇ ਪੈਸੇ ਬਣੇ ਮੈਨੂੰ ਦਿਓ ਮੈਂ ਜਾਵਾਂ। ਉਹਦੇ ਪਤਾ ਨਹੀਂ ਕੋਈ 16 ਕਿ 17 ਲੀਰੇ ਬਣੇ
ਔਰ ਮੈਂ ਉਹਨੂੰ ਕੱਢ ਕੇ ਦਿੱਤੇ 20 ਲੀਰੇ, ਉਹਨੇ ਉਹਦੇ ਚ 3 ਲੀਰੇ ਮੈਨੂੰ ਵਾਪਸ ਦਿੱਤੇ ਤੇ ਉਹ ਲਾ ਕੇ ਚਲ ਗਿਆ। ਉਹ ਮੈਂ ਬੈਗ ਮੋਢੇ ਤੇ ਪਾਇਆ, ਮੈਂ ਤੇ ਸਭ 2 ਜਾਣੇ ਰਹਿ ਗਏ ਸੀ। ਅਸੀਂ ਉੱਥੋਂ ਜਿਹੜਾ ਨਾ ਉਹਨਾਂ ਦੇ ਕੋਲ ਪਹੁੰਚ ਗਏ। ਉਹ ਬਾਹਰ ਉੱਥੇ ਜਿਹੜੇ ਜਿਵੇਂ ਗਨ ਲੈ ਬੰਦੇ ਖਲੋਤੇ ਹੁੰਦੇ ਖਲੋਤੇ, ਮੈਂ ਉਹਨੂੰ ਦੱਸਿਆ ਮੈਂ ਪਾਕਿਸਤਾਨੀ, ਪਾਸਪੋਰਟ ਨਹੀਂ, ਅਰੈਸਟ ਕਰੋ, ਅਸੀਂ ਵਾਪਸ ਜਾਣਾ। ਉਹ ਵੀ ਹੱਸਣ ਲੱਗ ਪਿਆ ਸਾਡੇ ਵੱਲ ਵੇਖ ਕੇ, ਜੈਨੂਅਨ ਗੱਲ ਤੁਹਾਨੂੰ ਦੱਸਣ ਨੇ। ਉਹ ਵੀ ਨਾ ਹੱਸਣ ਲੱਗ ਪਿਆ ਤੇ ਸਾਨੂੰ ਕਹਿੰਦਾ ਤੁਰਕੀ ਪਾਕਿਸਤਾਨੀ ਬ੍ਰਦਰ ਭਰਾ ਨੋ ਪ੍ਰੋਬਲਮ, ਫਿਰੋ ਜਾਓ, ਅਸੀਂ ਨਹੀਂ ਫੜਨਾ। ਹੱਸੀ ਜੇ ਉਹ ਮੁੰਡਾ ਜੇ ਸੀ ਯੰਗ ਮੇਰੇ ਤਰ੍ਹਾਂ ਹੋਏਗਾ ਜਾਂ ਮੇਰੇ ਨਾਲ ਕੋਈ 2 ਸਾਲ ਵੱਡਾ ਹੋਏਗਾ, ਕਹਿੰਦਾ ਜਾਓ ਨਸੋ, ਅਸੀਂ ਨਹੀਂ ਫੜਨਾ। ਅਸੀਂ ਬੜੇ ਪਰੇਸ਼ਾਨ ਲੈ ਵੀ ਇੱਥੇ ਕੋਈ ਫੜਨ ਹੀ ਨਹੀਂ ਦਿਆ ਸਾਨੂੰ। ਕਰਦਿਆਂ ਕਰਾਉਂਦੇ ਦੋਸਤੋ ਅਸੀਂ ਨਾ ਉੱਥੇ ਬਾਹਰ ਨਾ, ਜਿਵੇਂ ਆ ਮੇਰੇ ਪਿੱਛੇ ਸੜਕ ਲੰਘਣ ਦੀ ਹੈ ਨਾ, ਐਵੇਂ ਸੜਕ ਸੀ, ਸੜਕ ਦੇ ਨਾਲ ਗੇਟ ਸੀ, ਮੈਂ ਸੜਕ ਦੇ ਨਾਲ ਹੀ ਨਾ ਬੈਗ ਰੱਖਿਆ ਤੇ ਮੈਂ ਢੋਲਾ ਹੀ ਲੰਮਿਆ ਪੈ ਗਿਆ। ਮੈਂ ਕਿਹਾ ਮੈਂ ਵੀ ਨਹੀਂ ਜਾਣਾ, ਇੱਥੇ ਹੀ ਅਸੀਂ ਸੋਣਾ, ਇੱਥੇ ਹੀ ਰਹਾਂ, ਫੜੋ ਸਾਨੂੰ। ਉਹ ਹੱਸੇ ਨਾਲੇ ਤੇ ਨਾਲੇ ਨਾ ਫੜੇ ਨਾ ਸਾਨੂੰ। ਫਿਰ ਅੰਦਰ ਗਿਆ, ਅੰਦਰ ਜਾ ਕੇ ਉਹਨੇ ਆਪਣਾ ਜਿਹੜਾ ਸੀ ਨਾ ਵੱਡਾ ਅਫਸਰ ਕੋਈ, ਉਹਨੇ ਕਿਹਾ ਕਿ ਐਵੇਂ ਬਾਹਰ ਬੰਦੇ ਆਏ ਤੇ ਉਹ 2 ਮੁੰਡੇ ਵੇ ਪਾਕਿਸਤਾਨੀ ਦੱਸਦੇ ਵੇ, ਤੇ ਉਹਨੇ ਕਿਹਾ ਲੈ ਆ। ਉਹ ਸਾਨੂੰ ਅੰਦਰ ਲੈ ਗਏ। ਅੰਦਰ ਜਾ ਕੇ ਨਾ ਉਹਨਾਂ ਨੇ ਸਾਨੂੰ ਬਿਠਾ ਲਿਆ, ਲੈ ਵੀ ਆਇਓ ਬਹਿ ਜਾਓ। ਬਹਿ ਗਏ ਅਸੀਂ, ਬਹਿ ਗਏ ਤੇ ਉਹ ਜੀ ਸਾਨੂੰ ਕੀ ਕੀਤਾ ਉਹਨਾਂ ਨੇ, ਉਹ ਜਿਹੜਾ ਉਹਨਾਂ ਦਾ ਅਫਸਰ ਸੀ ਨਾ, ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ। ਉਹ ਕੁਛ ਬੋਲਿਆ ਸੀ, ਕੁਛ ਬੋਲ ਗਿਆ, ਉਹਨੂੰ ਨਾ ਸਮਝ ਆਇਆ ਨਾ ਗੱਲ ਨੰਬਰ। ਉਹਨੇ ਕੀ ਕੀਤਾ, ਉਹਨੇ ਕਿਹਾ ਅੱਛਾ ਪਾਕਿਸਤਾਨੀ, ਕਿ ਤੁਸੀਂ ਪਾਕਿਸਤਾਨੀ? ਮੈਂ ਆਹੋ। ਉਹਨੇ ਨਾ ਉੱਥੇ ਜਿਹੜੀ ਤੁਰਕੀ ਦੇ ਵਿੱਚ ਪਾਕਿਸਤਾਨ ਐਮਬੈਸੀ ਹੈ ਨਾ, ਉਹਦੇ ਵਿੱਚ ਫੋਨ ਕੀਤਾ। ਉਹਦੇ ਵਿੱਚ ਫੋਨ ਕਰਕੇ ਉਹਨੇ ਜਿਹੜਾ ਪਾਕਿਸਤਾਨੀ ਬੰਦਾ ਸੀ ਨਾ ਉੱਥੇ ਐਮਬੈਸੀ 'ਚ, ਉਹਦੇ 'ਚ ਕਾਲ ਉਹਨੂੰ ਮਿਲਾ ਕੇ ਇੱਕ ਰਿਸੀਵਰ ਆਪ ਫੜਿਆ PTCL ਦਾ, ਇੱਕ ਮੈਨੂੰ ਦਿੱਤਾ। ਹੁਣ ਉਹਨੇ ਪਹਿਲੋਂ ਆਪ ਬੋਲਿਆ, ਉਹਨੂੰ ਕੁਛ ਆਖਿਆ ਪਾਕਿਸਤਾਨੀ ਨੂੰ, ਉਹਨੇ ਅੱਗੋਂ ਮੇਰੇ ਨਾਲ ਗੱਲ ਕੀਤੀ। ਮੈਂ ਫਿਰ ਉਹਨੂੰ ਆਪਣੀ ਜ਼ਬਾਨ 'ਚ ਅਸਲਾਮ ਵਾਲੇਕਮ, ਵਾਲੇਕਮ ਸਲਾਮ ਦੱਸਿਆ ਜੀ ਮੇਰਾ ਨਾਮ ਹੈ, ਮੈਂ ਤੇ ਤੁਰਕੀ ਪਾਕਿਸਤਾਨ ਐਮਬੈਸੀ ਵਿੱਚ ਹੁੰਦਾ ਵਾਂ। ਤੇ ਉਹ ਫਿਰ ਮੈਂ ਉਹਨੂੰ ਸਾਰੀ ਸਟੋਰੀ ਦੱਸੀ। ਮੈਂ ਐਵੇਂ ਫੈਸਲਾਬਾਦੋਂ ਆਇਆ ਸੀ ਪਾਕਿਸਤਾਨ ਤੋਂ, ਇੰਨੇ ਬੰਦੇ ਸੀ, ਇੰਨੇ ਰਾਹ ਵਿੱਚ ਹੀ ਫੜੇ ਗਏ, ਸਾਰੀ ਸਟੋਰੀ ਉਹਨੂੰ ਦੱਸੀ। ਤੇ ਮੈਂ ਲੈ ਵੀ ਐਵੇਂ ਏਜੰਟਾਂ ਨੇ ਸਾਡੇ ਨਾਲ ਕੀਤਾ, ਉੱਥੇ ਕੈਦ ਕਰ ਲਿਆ, ਬੰਦਿਆਂ ਕੋਲ ਪੈਸੇ ਕਢਾਉਂਦੇ ਰਹੇ, ਸਾਡੇ ਨਾਲ ਦੇ ਬਥੇਰੇ। ਉੱਥੋਂ ਅਸੀਂ ਉੱਥੋਂ ਨੱਸ ਕੇ ਆਏ ਹਾਂ। ਤੇ ਉਹਨੇ ਫਿਰ ਅੱਗੋਂ ਜਿਹੜਾ ਤੁਰਕਾ ਅਫਸਰ ਸੀ ਨਾ 에ਅਰਫੋਰਸ ਦਾ, ਉਹਨੂੰ ਸਾਰੀ ਸਟੋਰੀ ਉਹ ਤੁਰਕੀ ਜ਼ਬਾਨ 'ਚ ਦੱਸੀ। ਤੇ ਮੈਨੂੰ ਉਹ ਪਾਕਿਸਤਾਨੀ ਜਿਹੜਾ ਸੀ ਨਾ ਐਮਬੈਸੀ ਵਾਲਾ ਬੰਦਾ, ਉਹਨੇ ਆਖਿਆ ਤੁਸੀਂ ਬੇਫਿਕਰ ਹੋ ਜਾਓ, ਇੱਕ ਆਮ ਪੁਲਿਸ ਹੁੰਦੀ ਆ 에ਅਰਫੋਰਸ ਦੇ ਕੋਲ, ਤੁਸੀਂ ਆ ਗਏ ਹੋ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ, ਤੁਸੀਂ ਬੇਫਿਕਰ ਹੋ ਜਾਓ, ਹੁਣ ਨਹੀਂ ਤੁਹਾਨੂੰ ਕੋਈ ਮਸਲਾ ਬਣਦਾ। ਮੈਂ ਕਿਹਾ ਅੱਛਾ। ਉਹਨਾਂ ਨੇ ਸਾਨੂੰ ਕੀ ਕੀਤਾ ਜੀ, ਉੱਥੇ ਹੁਣ ਉੱਥੇ ਦੀਆਂ ਜੇਲ੍ਹਾਂ ਪਤਾ ਕਿਵੇਂ ਦੀਆਂ, ਉਵੇਂ ਦੀ ਇੱਥੇ ਕਿਸੇ ਵਜ਼ੀਰ ਦੀ ਕੋਠੀ ਵੀ ਨਹੀਂ ਹੋਣੀ ਜਿਵੇਂ ਦੀਆਂ ਉੱਥੇ ਜੇਲ੍ਹਾਂ, ਸ਼ੀਸ਼ੇ ਦੇ ਦਰਵਾਜ਼ੇ ਲੱਗੇ ਵੇ, ਕੋਈ ਸਲਾਖਾ ਨਹੀਂ, ਕੋਈ ਹੱਥ ਕੜੇ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੈਗਾ। ਐਵੇਂ ਨਾ ਛੋਟੀਆਂ ਛੋਟੀਆਂ ਸੇਫ ਅਲਮਾਰੀਆਂ ਬਣੀਆਂ, ਉਹਨਾਂ ਦੇ ਨੰਬਰ ਲਿਖੇ, ਇੰਨੇ ਨੰਬਰ ਉਹਦੇ 'ਚ, ਸਾਡਾ ਉਹਨਾਂ ਨੇ ਬੈਗ ਰੱਖ ਦਿੱਤਾ। ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਿਆ, ਅਗਲੀ ਸਾਈਡ 'ਤੇ ਨਾ ਸੋਫੇ ਪਏ ਵੇ, ਬੈੱਡ ਪਿਆ ਵੇ। ਉਹ ਕੀ ਹੈ ਜੀ, ਇਹ ਜਿਹੜਾ ਮੁਸਲਮਾਨ ਦਾ ਕਮਰਾ ਹੈ। ਉੱਥੇ ਜਾ ਕੇ ਸਾਨੂੰ ਬਿਠਾ ਕੇ ਸਾਨੂੰ ਕਹਿੰਦੇ ਚਾਰਾ ਕੁਛ ਖਾਣਾ ਪੀਣਾ। ਮੈਂ ਹੈ ਆਹੋ। ਉਹਨੇ ਸਾਨੂੰ ਨਾ ਪੈਕਿੰਗ ਦੇ ਵਿੱਚ ਜਿਹੜਾ ਨਾ ਗੋਸ਼ਤ ਤੇ ਬਤਾਉਂ ਦਾ ਸਾਲਨ, ਨਾਲ ਦੁੱਧ ਦਾ ਡੱਬਾ, ਐਵੇਂ ਕਰਕੇ ਕੋਈ ਫਰੂਟ, ਐਵੇਂ ਸਮਾਨ ਵਾਵਾ, ਪੈਪਸੀ ਦੀ ਬੋਤਲ ਉਹਨਾਂ ਆਪਣਾ ਲਿਆ ਦਿੱਤਾ। ਅਸੀਂ ਦੋਵਾਂ ਨੇ ਰੱਜ ਕੇ ਖਾਧਾ ਚੰਗਾ। ਭੁੱਖ ਮੈਨੂੰ ਵੀ ਲੱਗਣ ਲੱਗ ਪਈ ਆ। ਜਦੋਂ ਸਟੋਰੀ ਸੁਣਾਈ ਦੀ ਹੈ, ਜਿੰਨੀ ਵਾਰ ਜਿਹਨੂੰ ਵੀ ਸੁਣਾਈ ਹੈ, ਯਕੀਨ ਕਰੋ ਪਿਛਲੀਆਂ ਯਾਦਾਂ ਹੁੰਦੀਆਂ, ਫਿਰ 2-2 ਦਿਨ ਉਹੋ ਹੀ ਜ਼ੇਨ ਘੁੰਮਦਾ ਰਹਿੰਦਾ। ਅਸੀਂ ਉਹ ਖਾਧਾ ਪੀਤਾ, ਖਾ ਪੀ ਕੇ ਅਸੀਂ ਜਿਹੜਾ ਜੀ, ਉਹ ਮੈਂ ਜਿਹੜਾ ਨਾ ਪੁਲਿਸ ਵਾਲਾ, ਉਹ ਜਿਹੜਾ ਕੋਈ ਬੰਦਾ ਸੀ ਉੱਥੇ, ਉਹਨਾਂ ਦੇ ਉੱਥੇ ਯੰਗ ਮੇਰੇ ਤਰ੍ਹਾਂ ਮੁੰਡੇ ਹੋਣੇ ਜਿਹੜੇ ਪੁਲਿਸ ਦੇ ਮੁਲਾਜ਼ਮ, ਕੁੜੀਆਂ ਵੀ ਸੀ ਮੁੰਡੇ ਵੀ ਸੀ। ਉਹ ਨਾ ਸਮਝੋ ਕਿ ਮੈਂ ਨਾ ਉਹਨੂੰ ਆਵਾਜ਼ ਮਾਰੀ ਤੇ ਉਹ ਜਿਵੇਂ ਸਮਝੇ ਇੱਕ ਹੋਟਲ 'ਚ ਨਹੀਂ ਚਾਹੀਦਾ ਵੇਟਰ, ਐਵੇਂ ਉਹ ਆਏ। ਮੈਂ ਉਹਨੂੰ ਆਖਿਆ ਸਿੰਗਾਰਾ ਪ੍ਰੋਬਲਮ ਕਿ ਸਿਗਰਟ, ਉਹਨੇ ਨਾ ਸਿਗਰਟਾਂ ਦੀ ਮੈਨੂੰ ਡੱਬੀ ਲਿਆ ਦਿੱਤੀ। ਉਹ ਉੱਥੇ ਬੈਠੇ ਰਹੇ, ਉਹਨਾਂ ਨੇ ਮੇਰੇ ਕੋਲ ਨਾ ਪੁੱਛਿਆ ਮੇਰਾ ਨਾਂ,
ਸ਼ਨਾਖਤੀ ਕਾਰਡ ਨੰਬਰ ਪੁੱਛਿਆ, ਸਾਰਾ ਕੁਝ ਪੁੱਛਿਆ। ਉਹ ਮੈਂ ਸਾਰਾ ਕੁਝ ਆਪਣਾ ਡਿਟੇਲ ਦੱਸੀ। ਫਿਰ ਉਹਨਾਂ ਨੇ ਉਹ ਦੂਸਰੇ ਮੁੰਡੇ ਦਾ ਪੁੱਛਿਆ, ਉਹਦੀ ਵੀ ਮੈਂ ਡਿਟੇਲ ਦੱਸੀ, ਉਹ ਸਬਦਰ ਦੇ ਜਿਹੜਾ ਮੇਰੇ ਨਾਲ ਪਿੰਡੋਂ ਗਿਆ ਸੀ। ਤੇ ਉਹ ਕਰ ਕਰਾ ਕੇ ਦੋਸਤੋ ਉੱਥੋਂ ਜਿਹੜਾ ਨਾ ਅਸੀਂ ਆਪਣੀ ਡਿਟੇਲ ਦੱਸਤੀ। ਉਹਨਾਂ ਵੈਸੇ ਪਿੱਛੇ ਵੈਰੀਫਾਈ ਕੀਤਾ ਜਾਂ ਜੋ ਵੀ ਕੀਤਾ ਕਰ ਕਰਾ ਕੇ ਨਾ ਅਗਲਾ ਦਿਨ ਹੋਇਆ। ਅਗਲੇ ਦਿਨ ਉਹਨਾਂ ਨੇ ਸਾਨੂੰ ਜਿਹੜਾ ਨਾ ਗੱਡੀ 'ਚ ਪਾਇਆ, ਪੁਲਿਸ ਵਾਲੀ ਗੱਡੀ 'ਚ ਹੂਟਰ ਲੱਗਾ ਉੱਤੇ। ਉਹ ਪੁਲਿਸ ਵਾਲਾ, ਇੱਕ ਉਹਨਾਂ ਦਾ ਅਫਸਰ ਤੇ ਇੱਕ ਮੈਮ ਨਾਲ ਤੇ ਇੱਕ ਹੋਰ ਪੁਲਿਸ ਵਾਲਾ ਮੁਲਾਜ਼ਮ, ਉਹ ਤਿੰਨਾਂ ਨੇ ਮੈਨੂੰ ਤੇ ਉਹ ਸਬਦਰ ਨੂੰ ਵਿੱਚ ਪਾਇਆ ਗੱਡੀ ਦੇ ਨਾਲ, ਲੈ ਗਏ ਹਸਪਤਾਲ। ਇਸਤੰਬੁਲ ਜਿਹੜਾ ਹਸਪਤਾਲ ਹੈ ਨਾ, ਕੋਈ ਨਾਂ ਦਾ ਸਾਨੂੰ ਨਹੀਂ ਪਤਾ, ਕਾਫੀ ਵੱਡਾ ਹਸਪਤਾਲ ਸੀ, ਉੱਥੇ ਲੈ ਗਏ। ਉੱਥੇ ਜਾ ਕੇ ਸਾਨੂੰ ਉਹਨਾਂ ਨੇ ਜਿਹੜਾ ਨਾ ਲੈ ਕੇ ਟੈਸਟ ਕਰਾਇਆ। ਇਹਨਾਂ ਨੂੰ ਕੋਈ ਬਿਮਾਰੀ ਤਾਂ ਨਹੀਂ, ਇਹਨਾਂ ਨੂੰ ਮਾਰ ਤਾਂ ਨਹੀਂ ਪਈ ਜ਼ਿਆਦਾ ਹੀ, ਜੋ ਵੀ ਉਹਨਾਂ ਦੇ ਆਪਣੇ ਟੈਸਟ ਹੁੰਦੇ ਨੇ। ਸਾਨੂੰ ਜੀ ਉਹਨਾਂ ਨੇ ਟੈਸਟ ਕਰਾਇਆ। ਟੈਸਟ ਕਰਾ ਕੇ ਸਾਡੇ ਅੰਦਰੋਂ ਇੱਕ ਐਡੀ ਐਡੀ ਸ਼ੀਸ਼ੀ ਉਹਨਾਂ ਨੇ ਖੂਨ ਦੀ ਕੱਢ ਲਈ। ਅੰਬੇਸਾਂ ਉੱਥੇ ਬੈਠੀਆਂ, ਉਹ ਇੱਥੇ ਲਾਣ ਸਿਰਿੰਜ ਜੀ, ਉਹਦੇ 'ਚ ਹਵਾ ਹੁੰਦੀ ਹੈ, ਮਗਰ ਐਡੀ ਸ਼ੀਸ਼ੀ ਲੱਗੀ ਹੁੰਦੀ, ਉਹ ਆਪ ਹੀ ਉਹ ਬਟਨ ਨੱਪਣ ਤੇ ਉਹ ਹਵਾ ਨਾਲ ਪ੍ਰੈਸ਼ਰ ਨਾਲ ਉਹ ਸ਼ੀਸ਼ੀ ਭਰ ਗਿਆ ਖੂਨ ਦੀ। ਉਹ ਖੂਨ ਕੱਢਿਆ ਉਹਨਾਂ ਨੇ, ਕੱਢ ਕੇ ਸਾਨੂੰ ਇੱਕ ਸੇਬ ਦਿੱਤਾ, ਉਹ ਅਸੀਂ ਖਾਧਾ ਤੇ ਸਾਨੂੰ ਨਾ ਲੈ ਗਏ। ਫਿਰ ਉਹ ਜਿਹੜੀ ਉਹਨਾਂ ਦੀ ਕੋਈ ਨਰਸ ਸੀ, ਉਹ ਲੈ ਗਈ ਸਾਨੂੰ। ਉਹ ਕਮਰੇ 'ਚ ਜਾ ਕੇ ਉਹਨਾਂ ਨੇ ਭਾਈ ਸਾਡੇ ਕੱਪੜੇ ਲਵਾ ਕੇ ਪਿੱਛੋਂ ਕੰਡ ਚੈੱਕ ਕਰਨ, ਅੱਗੂ ਕਰਨ, ਸਾਰਾ ਜਿਸਮ, ਲੱਤਾਂ ਬਾਹਾਂ ਚੈੱਕ ਕਰਨ। ਇਹਨਾਂ ਨੂੰ ਕੋਈ ਤਾਂ ਮਾਰ ਤਾਂ ਨਹੀਂ ਪਈ। ਉਹ ਚੈੱਕ ਚੁੱਕ ਕਰਦੇ ਰਹੇ, ਇਹਨਾਂ ਨੂੰ ਮਾਰ ਮੂਰ ਤਾਂ ਨਹੀਂ ਪਈ। ਅਸੀਂ ਚੈੱਕ ਚੁੱਕ ਉਹਨਾਂ ਨੇ ਕੀਤਾ ਕਰਕੇ ਤੇ ਉਹਨਾਂ ਨੇ ਸਾਨੂੰ ਜਿਹੜਾ ਆਖਿਆ ਓਕੇ। ਉਹਨਾਂ ਨੇ ਸਾਨੂੰ ਜਿਹੜਾ ਨਾ ਬਣਾ ਕੇ ਦਿੱਤੀ, ਯਾਨੀ ਕਿ ਮੈਂ ਕਈ ਬੰਦਿਆਂ ਨੇ ਕਿਹਾ ਸੀ ਇਹ ਝੂਠੀ ਸਟੋਰੀ ਹੈ, ਤੇ ਮੈਂ ਨਾ ਪੂਰੇ ਪ੍ਰੂਫ ਲੈ ਕੇ ਆਇਆ ਨਾਲ ਆਪਣੇ, ਜਿਹੜਾ ਕੋਈ ਸਾਡੇ ਨਾਲ ਉੱਥੇ ਵਾਕਿਆ ਹੋਇਆ ਵੇ। ਇੱਥੇ ਕਿਹੜਾ ਪਿੰਡ ਦਾ ਆਉਂਦੇ, ਉਹ ਸਿਰਫ ਇੰਗਲਿਸ਼ ਲਿਖੀ ਤੁਰਕੀ ਜ਼ੁਬਾਨ। ਇਹ ਦੇਖੋ ਜੀ, ਇਹ ਕਾਗਜ਼ ਦੇਖ ਰਹੇ ਹੋ, ਮੈਂ ਜ਼ੂਮ ਕਰਕੇ ਦਿਖਾਣਾ ਤੁਹਾਨੂੰ, ਆ ਰਿਹਾ ਨਜ਼ਰ? ਇਹ ਮੇਰਾ ਨਾਮ ਲਿਖਿਆ ਮੁਹੰਮਦ ਜ਼ਾਹਦ। ਆ ਤੁਰਕੀ ਲੈਂਗੁਏਜ ਬਣੀ ਹੈ। ਇਹ ਥੱਲੇ ਉਹਨਾਂ ਦੀ ਮੋਹਰ ਹੈ ਹਸਪਤਾਲ ਦੇ ਲੱਗੀ, ਇਹ ਦੇਖ ਸਕਦੇ ਹੋ। ਆ ਡਾਕਟਰ ਕੀ ਲਿਖਿਆ ਉਹਨਾਂ ਨੇ, ਪਤਾ ਨਹੀਂ ਅਜ਼ਰਾ ਕੇ ਕੀ ਕੁਛ ਉਹਨਾਂ ਨੇ ਲਿਖਿਆ, ਮੋਹਰ ਲੱਗੀ ਉਸ ਡਾਕਟਰ ਦੀ ਜਿਹਨੇ ਟੈਸਟਡ ਕੀਤਾ ਸਾਨੂੰ ਜੀ। ਆ ਠੀਕ, ਇਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ, ਠੀਕ ਹੈ। ਆ ਇੱਕ ਪ੍ਰੂਫ ਆ ਗਿਆ ਤੁਹਾਡੇ ਕੋਲ, ਅਜੇ ਬਾਕੀ ਪ੍ਰੂਫ ਤੁਹਾਨੂੰ ਦਾਂਗਾ। ਉਹ ਕਰ ਕਰਾ ਕੇ ਜੀ ਉਹਨਾਂ ਨੇ ਸਾਨੂੰ ਕਿਹਾ ਓਕੇ ਹੋ ਜਾਓ ਤੁਸੀਂ, ਠੀਕ ਹੋ ਗਿਆ। ਅਸੀਂ ਆਖਿਆ ਠੀਕ ਹੈ। ਅਸੀਂ ਉੱਥੋਂ ਜਿਹੜਾ ਨਾ ਬੈਠੇ ਹਾਂ ਦੁਬਾਰਾ ਵੈਗਨ 'ਚ, ਤੇ ਉੱਥੇ ਹੀ ਆ ਗਏ 에ਅਰਫੋਰਸ ਦੇ ਦਫ਼ਤਰ ਵਾਪਸ। ਉਹਨਾਂ ਨੇ ਲੈਣ ਦਾ ਸਾਨੂੰ ਰਾਹ 'ਚ ਉਹਨਾਂ ਨੇ ਸਾਨੂੰ ਬੜੀਆਂ ਛਾਵਾਂ ਲੈ ਖਵਾਈਆਂ। ਉਹ ਜਿਹੜੇ ਪੁਲਿਸ ਅਫਸਰ ਸੀ, ਬੰਦਾ ਐਵੇਂ ਆਖੇ, ਸਾਰੇ ਰਾਹ ਉਹਨਾਂ ਨਾ ਸਾਡੇ ਨਾਲ ਹੱਸਦੇ ਖੇਡਦੇ ਆਏ। ਐਵੇਂ ਨਹੀਂ ਹੁੰਦਾ ਜਿਵੇਂ ਮੁਲਜ਼ਮ, ਉਹ ਕੋਈ ਸਿਸਟਮ ਨਹੀਂ, ਐਵੇਂ ਜਿਵੇਂ ਸਮਝੋ ਉਹਨਾਂ ਦੇ ਮਹਿਮਾਨ ਹੈ। ਤੇ ਉਹ ਵਾਪਸੀ ਉੱਥੇ ਆ ਗਏ। ਉੱਥੇ ਆਣ ਕੇ ਸਾਨੂੰ ਉਹਨਾਂ ਨੇ ਨਾ ਉਤਲਾ ਇੱਕ ਕਮਰਾ ਸੀ, ਉੱਥੇ ਰਹਿ ਗਏ। ਉੱਥੇ ਜਾ ਕੇ ਸਾਨੂੰ ਨਾ ਉਹਨਾਂ ਨੇ ਖਿਲਾਰ ਕੇ, ਸਾਡੇ ਨਾ ਅੱਗੇ ਬੰਦਾ ਸੀ ਕੈਮਰੇ ਵਾਲਾ, ਉਹਨੇ ਸਾਨੂੰ ਸਕੈਨ ਕੀਤਾ। ਸਾਡੇ ਇੱਥੋਂ ਜਗ੍ਹਾ ਸਕੈਨ ਕੀਤੀ, ਐ ਸਾਈਡ ਯਾਨੀ ਕਿ ਇੱਕ ਸਾਈਡ ਨੂੰ ਹੋ ਕੇ, ਫਿਰ ਇੱਕ ਸਾਈਡ ਨੂੰ ਹੋ ਕੇ, ਫਿਰ ਫਰੰਟ, ਫਿਰ ਬੈਕ ਸਾਈਡ, ਫਿਰ 10 ਉਂਗਲਾਂ ਦੇ ਉਹਨਾਂ ਨੇ ਫਿੰਗਰਪ੍ਰਿੰਟ ਲੈ ਲਓ ਕੇ ਨਾ, ਅਤੇ ਸਾਨੂੰ ਲੈ ਗਏ ਡਿਪੋਰਟ ਸੈਂਟਰ ਤੁਰਕੀ ਦੇ ਵਿੱਚ। ਜਿਹੜਾ ਡਿਪੋਰਟ ਸੈਂਟਰ ਹੈ ਨਾ, ਉੱਥੇ ਲੈ ਗਏ। ਉੱਥੇ ਜਦੋਂ ਅਸੀਂ ਗਏ ਹਾਂ ਤੇ ਉੱਥੇ ਜਾ ਕੇ ਸਾਨੂੰ ਉਹਨਾਂ ਨੇ ਦਿੱਤਾ, ਤੇ ਉਹਨਾਂ ਨੇ ਨਾ ਉਹ ਸਲਿੱਪ ਸਾਡੀ ਬਣਾਈ ਸੀ, ਉਹੀ ਮੈਂ ਤੁਹਾਨੂੰ ਦਿਖਾਉਣਾ ਵਾ। ਸਲਿੱਪ ਬਣਾਈ ਉਹਨਾਂ ਨੇ ਸਾਡੀ, ਤੇ ਉੱਥੇ ਸਾਨੂੰ ਲੈ ਗਏ। ਉਹ ਸਾਨੂੰ ਨਾ ਆਖਣ, ਉਹ ਜਿਹੜੇ ਸੀ ਨਾ ਡਿਪੋਰਟ ਸੈਂਟਰ ਵਾਲੇ, ਉਹਨਾਂ ਨੂੰ ਕਹਿੰਦੇ 에ਅਰਫੋਰਸ ਵਾਲਿਆਂ ਨੂੰ, ਇਹਨਾਂ ਨੂੰ ਇੰਨਾ ਜੁਰਮਾਨਾ। ਉਹ ਉਹਨਾਂ ਨੇ ਸਾਨੂੰ ਆਖਿਆ ਪੈਸੇ। ਅਸੀਂ ਆਖਿਆ ਸਾਡੇ ਕੋਲ ਤਾਂ ਕੋਈ ਨਹੀਂ ਹੈਗੇ। ਉਹ ਜਿਹੜਾ ਸੀ ਨਾ ਡਿਪੋਰਟ ਸੈਂਟਰ ਵਾਲੇ, ਉਹਨਾਂ ਨੇ ਫਿਰ ਨਾ ਸਾਨੂੰ ਰੱਖਿਆ, ਕਹਿੰਦਾ ਜੀ ਨਹੀਂ ਰੱਖਣਾ ਸੀ। ਉਹਨਾਂ ਨੇ ਸਾਨੂੰ ਤੁਰਕੀ ਦਾ ਕੀਤਾ ਜੀ
ਤਕਰੀਬਨ ਕੋਈ 650 ਲੀਰਾ ਜੁਰਮਾਨਾ ਕੀਤਾ ਇੱਕ ਬੰਦੇ ਨੂੰ। ਲੈ ਗਏ ਉੱਥੇ, ਉਹ ਨਾ ਸਾਨੂੰ ਵਾਪਸ ਲੈਣ ਦਾ ਉਹਨਾਂ ਨੇ। ਐਵੇਂ ਬੰਦਾ ਏਅਰ ਫੋਰਸ ਪੁਲਿਸ ਵਾਲੇ ਨਾ ਜਿਹੜੇ ਸੀ ਨਾ ਡਿਪੋਰਟ ਸੈਂਟਰ ਵਾਲੇ ਅਫਸਰ, ਉਹਨਾਂ ਨੂੰ ਬੜੀਆਂ ਗਾਲਾਂ ਕੱਢੀਆਂ ਉਹਨਾਂ ਨੇ। ਆਪਣੇ ਪਿੱਛੇ ਉਹ ਜਿਹੜੇ ਏਅਰ ਫੋਰਸ ਵਾਲੇ ਨੇ ਆਪਣੇ ਪਿੱਛੇ ਹੀ ਫੋਨ ਕੀਤਾ ਜੀ ਐਵੇਂ ਬੰਦੇ ਨਹੀਂ ਰੱਖਣ ਦੇ, ਤੂੰ ਪੈਸੇ ਮੰਗਦੇ ਜੀ ਉਹਨਾਂ ਪਰ। ਉਹਨੇ ਜੋ ਵੀ ਕਿਹਾ ਫਿਰ ਵਾਪਸ ਉਹਨਾਂ ਲੈਣ ਦਾ। ਫਿਰ ਅਸੀਂ ਰਾਤ ਉੱਥੇ ਰਹੇ ਹਾਂ, ਲਿਆ ਕੇ ਉਹਨਾਂ ਨੇ ਫਿਰ ਸਾਨੂੰ ਖਾਣਾ ਸ਼ਾਨਾ ਖਵਾਇਆ, 3 ਟਾਈਮ ਖਾਣਾ ਦਿੰਦੇ ਸੀ, ਜੋ ਅਸੀਂ ਕਹੀਦਾ ਸੀ ਨਾ ਉਹੀ ਸਾਨੂੰ ਦਿੰਦੇ ਸੀ। ਕਰ ਕਰਾ ਕੇ ਜੀ ਉੱਥੋਂ ਜਿਹੜਾ ਨਾ ਉਹਨਾਂ ਨੇ ਸਾਨੂੰ ਵਾਪਸ ਜਦੋਂ ਲਿਆਂਦਾ ਤੇ ਅਗਲੇ ਦਿਨ ਜਿਹੜਾ ਨਾ ਉਹਨਾਂ ਨੇ ਆਪਣੇ ਪੱਲਿਓਂ, ਉਹਨਾਂ ਦੇ ਅਫਸਰ ਨੇ ਜਿਹੜੇ ਪੈਸੇ ਇਕੱਠੇ ਕੀਤੇ, ਸਮਝੋ ਕਿ ਕੋਈ 1300 ਲੀਰਾ ਬਣਦਾ ਪਾਕਿਸਤਾਨੀ, ਕੋਈ ਲੱਖ ਦੇ ਨੇੜੇ ਪੈਸਾ ਬਣ ਜਾਂਦਾ, ਲੱਖ ਜਾਂ ਜਿੰਨਾ ਯਾਰ ਮੈਨੂੰ ਕਨਫਰਮ ਨਹੀਂ, ਕਰੰਸੀ ਹੈ ਜਿੰਨਾ ਹੀ ਬਣਦਾ ਨਾ, ਕਾਫੀ ਉਵੇਂ ਪੈਸੇ ਬਣਦੇ ਵੇ। ਤੇ ਉਹ ਉਹਨਾਂ ਨੇ ਆਪਣੇ ਪੱਲਿਓਂ ਦਿੱਤੇ ਵੇ ਤੇ ਫਿਰ ਉਹਨਾਂ ਨੇ ਸਾਨੂੰ ਡਿਪੋਰਟ ਸੈਂਟਰ ਦੇ ਵਿੱਚ ਇੰਟਰ ਕੀਤਾ। ਆ ਮੈਂ ਤੁਹਾਨੂੰ ਵਿਖਾਉਣਾ ਵਾ, ਆ ਨਜ਼ਰ ਆ ਰਿਹਾ ਤੁਹਾਨੂੰ, ਤੁਰਕੀ ਲੈਂਗੁਏਜ ਵਿੱਚ ਲਿਖਿਆ ਹੋਵੇ। ਇਹ ਥੱਲੇ ਮੋਹਰ ਲੱਗੀ ਹੈ, ਇਹ ਤਰੀਖ ਲਿਖੀ ਹੈ 28/8/2012। ਆ ਸਾਰਾ ਕੁਛ ਆ ਸਾਈਨ ਹੋਏ ਵੇ, ਉਹ ਜਿਹੜੀ ਉਹਨਾਂ ਦੀ ਅਫਸਰ ਸੀ ਨਾ ਅਕਿਊਜ਼ਮਾ ਕਿ ਕੀ ਉਹਦਾ ਨਾਂ ਲਿਖਿਆ ਹੋਵੇ, ਆ ਸਾਰਾ ਕੁਛ ਨਜ਼ਰ ਆ ਰਿਹਾ। ਠੀਕ ਹੈ, ਇਹ ਵੀ 1 2 ਦੋਸਤੋ, ਅਸੀਂ ਉੱਥੇ ਯਾਨੀ ਕਿ ਡਿਪੋਰਟ ਸੈਂਟਰ 'ਚ ਉਹ ਸਾਨੂੰ ਛੱਡ ਗਏ। 3 ਦਿਨ ਅਸੀਂ ਏਅਰਫੋਰਸ ਦੇ ਰਹੇ ਹਾਂ ਉੱਥੇ ਮੇਨ ਦਫ਼ਤਰ ਦੇ ਵਿੱਚ। 3 ਦਿਨਾਂ ਬਾਅਦ ਡਿਪੋਰਟ ਸੈਂਟਰ ਛੱਡ ਗਏ। ਉੱਥੇ ਜਦੋਂ ਗਏ ਹਾਂ, ਜਿਹੜੇ ਸਾਡੇ ਨਾਲ ਜਦੋਂ ਅਸੀਂ ਬੰਦਾ ਮਾਰ ਕੇ ਨੱਸੇ ਨਾ 12-13, ਜਿਹੜੇ ਕੋਈ 2-3 ਇੱਧਰ ਨੂੰ ਕੋਈ ਇੱਧਰ ਨੂੰ ਵਿਖਰੇ ਸੀ ਨਾ, ਉਹਨਾਂ ਦੇ ਵਿੱਚੋਂ ਕੋਈ 5-6 ਬੰਦੇ ਤੇ ਸਾਨੂੰ ਉੱਥੇ ਹੀ ਮਿਲ ਗਏ ਡਿਪੋਰਟ ਸੈਂਟਰ 'ਚ, ਉਹ ਵੀ ਪਹਿਲੂ ਦੇ ਉੱਥੇ ਮੌਜੂਦ। ਉਹਨਾਂ ਪੁੱਛਿਆ ਕਿੱਦਾਂ, ਉਹਨਾਂ ਗੱਲ ਆ ਵੀ ਅਸੀਂ ਜਦੋਂ ਬਾਹਰ ਉਹ ਬੰਦੇ ਨੂੰ ਮਾਰ ਕੇ ਤੁਸੀਂ ਨੱਸੇ ਹੋ ਤੇ ਅਸੀਂ ਤੇ ਐ ਸੜ ਕੇ ਪੈ ਗਏ, ਇੱਧਰ ਨੂੰ ਹੋ ਗਏ ਉੱਥੇ ਜੰਗਲ 'ਚ। ਅਸੀਂ ਆਖਿਆ ਅਸੀਂ ਤੇ ਇੱਧਰ ਨੂੰ ਚੱਲ ਗਏ ਹਾਂ, ਕੋਈ ਨੱਸੋ ਨੱਸੇ ਫਿਰ ਨਹੀਂ ਪਤਾ ਲੱਗਾ। ਤੇ ਉਹ ਉੱਥੇ ਆ ਗਏ ਅਸੀਂ, ਉਹ ਉਹਨਾਂ ਨੇ ਬੈਗ ਰੱਖਿਆ ਸਾਡਾ ਉੱਥੇ, ਤੇ ਇੱਕ ਥੱਲੇ ਸੀ ਪਹਿਲੀ ਫਸਟ ਫਲੋਰ, ਇੱਕ ਸੈਕਿੰਡ ਸੀ, ਇੱਕ ਥਰਡ ਸੀ, 3 ਫਲੋਰ ਬਣੇ ਸੀ ਹੁੰਦੇ। ਤੇ ਉੱਥੇ ਕਮਰੇ ਕੋਈ ਢੇਰ ਸਾਰੇ ਕਮਰੇ ਸੀ, ਯਾਨੀ ਕਿ ਹਰ ਮੁਲਕ ਦਾ ਕਮਰਾ ਸੀ, ਹਰ ਮੁਲਕ ਦਾ ਬੰਦਾ ਬੁੱਢੀ ਉੱਥੇ ਸੀ, ਯਾਨੀ ਕਿ ਜਿਹੜੇ ਐਵੇਂ 2 ਨੰਬਰ ਤਰੀਕੇ ਹੁੰਦੇ ਡਿਪੋਰਟ ਹੋਣਾ। ਉੱਥੇ ਜਾ ਕੇ ਫਿਰ ਉਹ ਪੁੱਛਦੇ ਬੰਦੇ ਨੂੰ ਤੁਸੀਂ ਡਿਪੋਰਟ ਹੋਣਾ ਜਾਂ ਸਟੇ ਲੈਣਾ। ਜਿਹੜਾ ਬੰਦਾ ਆਖੇ ਨਾ ਅਸੀਂ ਸਟੇ ਲੈਣਾ ਹੋਵੇ, ਉਹਨੂੰ ਕਾਰਡ ਜਿਹਾ ਦਿੰਦੇ ਸੀ ਤੇ ਉਹਨੂੰ ਛੱਡ ਦਿੰਦੇ ਸੀ, ਆਜ਼ਾਦ ਕਰ ਦਿੰਦੇ ਸੀ। ਉਹ ਕਾਰਡ ਲੈ ਕੇ ਨਾ ਆਜ਼ਾਦ ਹੋ ਕੇ ਆ ਜਾਂਦਾ ਸੀ ਵਾਪਸ। ਉਹ ਆ ਜਾਂਦਾ ਸੀ ਸਾਨੂੰ ਵੀ ਉਹਨਾਂ ਨੇ ਪੁੱਛਿਆ, ਅਸੀਂ ਆਖਿਆ ਨਹੀਂ ਅਸੀਂ ਵਾਪਸ ਹੀ ਜਾਣਾ। ਉਹ ਕੀ ਕਰਦੇ ਵੇ, ਜਿਹੜੇ ਬੰਦੇ ਨੇ ਜਾਣਾ ਹੋਏ ਨਾ ਐਮਰਜੈਂਸੀ, ਉਹ ਆਪਣੀ ਟਿਕਟ ਆਪ ਕਰਾਉਂਦਾ ਜਹਾਜ਼ ਦੀ, ਤਦ ਹੁੰਦਾ। ਤੇ ਜਾਂ ਜਿਹੜੇ ਬੰਦੇ ਨੇ ਨਹੀਂ ਜਾਣਾ, ਉਹਨਾਂ ਦੀ ਮਰਜ਼ੀ ਨਾਲ ਹੋਣਾ, ਉਹ ਸਮਝੋ ਕਿ ਉੱਥੇ ਡਿਪੋਰਟ ਸੈਂਟਰ 'ਚ ਰੋਟੀ ਕੋਈ ਨਹੀਂ ਮਿਲਦੀ, ਭੁੱਖ ਵਾਲਾ ਹੀ ਸਿਸਟਮ ਹੈ, ਮਾੜੀ ਜਿਹੀ ਮਿਲਦੀ ਤਰਸ ਕੇ। ਜਿਹੜੇ ਬੰਦੇ ਨੇ ਆਉਣਾ ਆਪਣੀ ਟਿਕਟ ਕਰਾਏ, ਨਹੀਂ ਤੇ ਫਿਰ ਉਹਨਾਂ ਨੇ ਸਮਝੋ ਕਿ ਜਿਹੜੇ ਬੰਦੇ ਪੁਰਾਣੇ ਨੇ ਹਰ ਵਾਰ 'ਚ ਕੋਈ ਨਾ ਇਸ ਹਫ਼ਤੇ ਕੱਢਦੇ 10 ਬੰਦੇ, ਕੋਈ 5 ਅਗਲੇ ਐਵੇਂ ਕਰ ਕੋਈ ਜਿਹੜੇ ਪਿਛਲੇ ਕੱਢੀ ਜਾਣ। ਤੇ ਅਸੀਂ ਜਦੋਂ ਗਏ ਪਾਕਿਸਤਾਨੀ 60-70 ਬੰਦੇ ਸੀ, ਪਾਕਿਸਤਾਨੀ, ਇੰਡੀਆ ਤੇ ਬੰਗਲਾਦੇਸ਼ ਆ ਤਿੰਨੇ ਇੱਕੋ ਕਮਰੇ ਵਿੱਚ ਹੀ ਸੀ, ਪਾਕਿਸਤਾਨੀ ਕਮਰੇ 'ਚ, ਨਾਲ ਅਫਗਾਨਿਸਤਾਨ ਦਾ ਕਮਰਾ, ਇੱਧਰ ਰੂਸ ਦਾ, ਸੂਰੀਆ ਦਾ, ਸਾਹਮਣੇ ਸਾਡੇ ਸੀ ਸਾਊਥ ਅਫਰੀਕਾ ਦਾ, ਲੀਬੀਆ ਸੀ, ਹਰ ਮੁਲਕ ਦਾ ਕਮਰਾ ਤੇ ਹਰ ਮੁਲਕ ਦੇ ਬੰਦੇ ਸੀ। ਉੱਥੇ ਅਸੀਂ ਰਹੇ ਹਾਂ, ਜਦੋਂ ਬੜੇ ਆ ਖੌਫ ਤੇ ਆਏ ਕਰੀ ਵੇਖ ਕੇ ਅਸੀਂ ਕਿਹੜੀ ਜਗ੍ਹਾ ਤੇ ਆ ਗਏ, ਇੱਥੇ ਇੰਨੀ ਦੁਨੀਆ ਖਲਕਤ। ਦੋਸਤੋ ਕਰਨਾ ਹੋਇਆ ਕਿ ਉੱਥੇ ਅਸੀਂ ਜਿਹੜਾ ਨਾ ਰਹੇ ਹਾਂ ਕੋਈ 10-12 ਦਿਨ ਰਹੇ ਹਾਂ। ਤੇ ਉਹਨਾਂ ਸੁਬਾਹ ਟਾਈਮ ਜਿਹੜਾ ਨਾ ਐਡੀ ਕੁ ਇੱਕ ਡਬਲ ਰੋਟੀ ਹੁੰਦੀ ਹੈ, ਇੱਕ ਗੋਲ ਦੀ ਛੋਟੀ ਜਿਹੀ ਉਹ ਦੇਣੀ, ਨਾਲ ਨਾ ਪੈਕਿੰਗ ਦੇ ਵਿੱਚ ਐਡੀ ਕੁ ਨਾ ਪਲਾਸਕਟ ਦੀ ਡੱਬੀ ਉਹਦੇ 'ਚ ਨਾ ਹੋਣਾ
ਇੱਕ 'ਚ ਮੱਖਣ ਹੋਣਾ ਤੇ 2 ਸ਼ਹਿਰ ਦੀਆਂ ਵੱਡੀਆਂ ਐਡੀਆਂ ਹੋਣੀਆਂ, ਉਹ ਤੇ 2 ਇੱਕ ਮਿਕ ਉਹਨਾਂ ਨੇ ਨਾ ਦੇ ਦੇਣੀਆਂ ਸਾਨੂੰ ਸਵੇਰ ਟਾਈਮ, ਐਡੀਆਂ ਐਡੀਆਂ ਹੋਣੀਆਂ ਇੱਕ ਮਿਕ, ਸਮਝੋ 2 ਚੱਕੀਆਂ ਵੱਜਦੀਆਂ। ਉਹ ਅਸੀਂ ਜੀ ਉੱਥੋਂ ਜਿਹੜਾ ਉਹ ਖਾਣੀਆਂ, ਉਹ ਨਾਲ ਮਾੜਾ ਜਿਹਾ ਗੁਜ਼ਾਰਾ ਹੋਣਾ, ਦੁਪਹਿਰ ਹੋਣੀ, ਦੁਪਹਿਰ ਨੂੰ ਉਹਨਾਂ ਨੇ ਜਿਹੜਾ ਨਾ ਫਿਰ 2 ਇੱਕ ਮਿਕ ਦੇ ਨਾਲ ਜਿਹੜਾ ਨਾ ਇੰਨੀ ਕੁ ਕੋਲੀ 'ਚ ਕੋਈ ਮਾੜਾ ਜਿਹਾ ਸਾਲਾਂ ਨੂੰ ਫਿੱਕਾ ਜਿਹਾ ਦੇ ਦੇਣਾ, ਉਹ ਖਾਣਾ। ਯਾਨੀ ਕਿ ਰਜਣਾ ਕੋਈ ਨਾ, ਰਾਤ ਨੂੰ ਜਾ ਕੇ ਉਹਨਾਂ ਨੇ ਸਮਝੋ ਹਰ ਬੰਦੇ ਨੂੰ ਇੱਕ ਇੱਕ ਪੀਸ ਨਾਲ ਦੁੱਧ ਦਾ ਡੱਬਾ, ਜੂਸ ਨਾਲ ਦਹੀਂ ਦਾ, ਉਹ ਸਾਰਾ ਪੈਕਿੰਗ 'ਚ ਜਿਹੜਾ ਸਮਾਨ ਮਿਲਦਾ ਨਾ, ਉਹ ਸਾਰਾ ਪੈਕਿੰਗ ਵਾਲਾ ਸਮਾਨ ਦੇਣਾ ਹੋਇਆ ਕਿ ਰਾਤ ਨੂੰ ਚੰਗਾ ਸੀ ਰੱਜ ਜਾਣਾ ਕਰ। ਉੱਥੇ ਕੋਈ 5-6 ਦਿਨ ਲੰਘੇ ਹੋਣੇ ਵੇ, ਤੇ ਜਿਹੜਾ ਬੰਦਾ ਸੀ ਨਾ ਸਾਜਦ, ਜਿਹੜਾ ਮੇਰਾ ਮੋਬਾਈਲ ਲੈ ਕੇ ਨੱਸਿਆ, ਉਹ ਵੀ ਉੱਥੇ ਪਹੁੰਚਿਆ। ਜਦੋਂ ਪਹੁੰਚਿਆ ਬਹੁਤ ਉਹਨੂੰ ਮੈਂ ਗਾਲ ਕੱਢੀ, ਉਹਨੂੰ ਮੈਂ ਕਿਹਾ ਚਵਲੇ ਜੀ ਤੇਰੀ ਵਜ੍ਹਾ ਤੋਂ ਅਸੀਂ ਉੱਥੋਂ ਐਮਰਜੈਂਸੀ ਵਿੱਚ ਨੱਸੇ ਹਾਂ, ਕਿ ਤੂੰ ਜਾਣਾ ਸੀ ਮੇਰਾ ਮੋਬਾਈਲ ਦੇ ਜਾਂਦਾ, ਜਾਂ ਤੂੰ ਜਿੱਧਰ ਨੂੰ ਜਾਣਾ ਸੀ ਮਰਜ਼ੀ ਦਫਾ ਹੁੰਦਾ, ਤੂੰ ਨਾਲ ਦੂਸਰਿਆਂ ਨੂੰ ਵੀ ਤੰਗ ਕੀਤਾ। ਉਹ ਨਾ ਕਰ ਕਰਾ ਕੇ ਮੈਂ ਉਹਨੂੰ ਕਾਫੀ ਕੀਤੀ ਹੁੰਦੀ, ਮੈਂ ਉਹਨੂੰ ਆਖਿਆ ਚੱਲ ਆ ਹੁਣ ਇੱਥੇ। ਉਹ ਜਿਹੜੇ ਉੱਥੇ ਡਿਪੋਰਟ ਸੈਂਟਰ 'ਚ ਸੀ ਨਾ ਅਫਸਰ, ਉਹਨਾਂ ਕੋਲ ਗਿਆ, ਮੈਂ ਆਖਿਆ ਜਿਹੜਾ ਤੇਰੇ ਉਹ ਖਾਨੇ ਦੇ ਵਿੱਚ ਪਿਆ ਨਾ, ਉਹ ਨੰਬਰ ਦਿੱਤਾ ਹੁੰਦਾ ਨਾ, ਇਹ ਖਾਨਾ ਇਸ ਬੰਦੇ ਦਾ ਇਹਦਾ, ਮੈਂ ਮੋਬਾਈਲ ਕੱਢ ਕੇ ਦੇ ਮੈਨੂੰ। ਮੈਂ ਮੋਬਾਈਲ ਉਹਦੇ ਕੋਲ ਉੱਥੋਂ ਕਢਵਾਇਆ, ਮੈਂ ਆਪਣੇ ਉਹ ਬੈਗ 'ਚ ਰੱਖਿਆ, ਆਪਣੇ ਖਾਨੇ 'ਚ ਰੱਖ ਕੇ, ਉਹ ਜਿਹੜਾ ਜਿੰਨੇ ਨੰਬਰ ਦਾ ਸੀ ਆ ਗਿਆ। 10-12 ਦਿਨ ਦੇ ਦੋਸਤੋ ਮੈਂ ਕਹਾਣੀ ਮੁਖਤਸਰ ਕਰਦਾ ਵਾਂ, ਲੰਬੀ ਬਹੁਤ ਹੋ ਜਾਣੀ, ਅੱਗੇ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ। ਉੱਥੇ 10-12 ਦਿਨ ਤੋਂ ਬਾਅਦ ਜਿਹੜਾ ਨਾ ਕੋਈ ਆਸ ਨਾ ਲੱਗੇ, ਹਜੇ ਐਸੇ ਵੀ ਵਿੱਚ ਬੰਦੇ ਜਿਨ੍ਹਾਂ ਨੂੰ 3-3 4-4 ਮਹੀਨੇ ਹੋ ਗਏ ਹਜੇ ਉੱਥੇ ਹੀ ਸੀ। ਤੇ ਉੱਥੇ ਜਿਹੜਾ ਖੱਟ ਮਹੱਲ ਇੰਨਾ ਮੋਟਾ ਸਮੁੰਦਰ ਦਾ ਕਿਨਾਰਾ ਸੀ ਜਿੱਥੇ ਉਹ ਬਣਿਆ ਵੇ, ਉਹਦੇ ਸਾਹਮਣੇ ਇੱਕ ਸਾਈਆਂ ਦਾ ਚਰਚ ਵੀ ਸੀ, ਬਹੁਤ ਵੱਡਾ ਪੁਰਾਣਾ। ਉੱਥੇ ਪੁਰਾਣੇ ਸਾਰੇ ਬੜੇ ਇਹਨਾਂ ਨਜ਼ਰ ਆਉਂਦੇ ਸੀ, ਜਿਹੜੇ ਪੁਰਾਣੇ ਵਕਤਾਂ 'ਚ ਨਹੀਂ, ਜਿਵੇਂ ਉਹ ਜ਼ੁਲਮ ਕਰਦੇ ਬੰਦੇ ਐਵੇਂ ਲਟਕੇ ਹੋਏ ਤੁਰਾਂ ਪਰਾਂ, ਉਹ ਮੂਰਤਾਂ ਬਣਾਈਆਂ, ਉਹ ਸਾਰਾ ਕੁਝ ਨਜ਼ਰ ਆਉਂਦਾ ਸੀ। ਖੈਰ ਕਰਨਾ ਕੀ ਹੋਇਆ ਕਿ ਅਸੀਂ ਜਿਹੜਾ ਨਾ ਉੱਥੋਂ ਹਿਸਾਬ ਲੈ ਕੇ ਇੱਥੇ ਤੇ ਹਜੇ ਬੜੇ ਦਿਨ ਲੱਗ ਜਾਣੇ, ਇਹਦੇ ਨਾਲ ਤਾਂ ਉੱਥੇ ਫੈਕਟਰੀ ਉਹ ਜਿਹੜੀ ਹੈ ਸੀ ਹੋਸਦੀ, ਉੱਥੇ ਚਲੋ ਰੋਟੀ ਚੰਗੀ ਲੱਭਦੇ ਸੀ, ਤੇ ਇੱਥੇ ਤੇ ਆ ਬੰਦੇ ਸਾਜਦ ਦੀ ਵਜ੍ਹਾ ਤੋਂ ਨੱਸ ਕੇ ਆਏ ਆ। ਤੇ ਮੈਂ ਕਰਨਾ ਹੋਇਆ ਜੀ ਉੱਥੋਂ ਜਿਹੜਾ ਨਾ ਆਪਣਾ ਜਿਹੜਾ ਨਾ ਕਜ਼ਨ ਮੇਰਾ ਸੀ ਸਊਦੀ ਅਰਬ, ਮੈਂ ਨਾ ਉਹਦੇ ਨਾਲ ਰਾਬਤਾ ਕੀਤਾ। ਉਹਦੇ ਅੰਦਰ ਮੋਬਾਈਲ ਨਹੀਂ ਖੜਨ ਦਿੰਦੇ, ਉਹ ਜਿਹੜਾ ਡਿਪੋਰਟ ਸੈਂਟਰ ਹੈ ਨਾ ਉੱਥੇ ਮੋਬਾਈਲ ਨਹੀਂ ਖੜਨ ਦਿੰਦੇ। ਉੱਥੇ ਜਿਹੜਾ ਨਾ ਰੋਜ਼ ਅਸਰ ਤੋਂ ਬਾਅਦ ਇੱਕ ਬੰਦਾ ਹੁੰਦਾ ਵੇ ਸਟਾਲ ਲੈ ਕੇ ਨਾ, ਉਹਦੇ 'ਚ ਬੋਤਲਾਂ, ਸਿਗਰਟਾਂ, ਚਿਪਸ, ਬਿਸਕੁਟ ਵਗੈਰਾ, ਜਾਂ ਉਹਦੇ ਕੋਲ ਨਾ ਆ ਕਾਰਡ ਲਿੰਕ ਹੁੰਦੇ ਵੇ, ਕਾਰਡ ਹੁੰਦੇ ਵੇ ਫੋਨ ਕਰਨ ਵਾਲੇ, ਉਹ ਨਾ 5 ਲੀਰਿਆਂ ਦਾ ਕਾਰਡ ਦਿੰਦਾ, ਉਹਦੇ 'ਚ ਨਾ 40 ਮਿੰਟ ਪਾਕਿਸਤਾਨ ਦੇ ਹੁੰਦੇ ਵੇ, ਹਰ ਮੁਲਕ ਦੇ ਲਹਿਰਾ ਮਿੰਟ ਹੁੰਦੇ ਵੇ। ਮੈਂ ਨਾ ਇੱਕ ਕਾਰਡ ਖਰੀਦ ਕੇ ਨਾ ਅੰਦਰ ਉਹਦਾ ਬੂਥ ਬਣਿਆ, ਮੈਂ ਉੱਥੇ ਕਾਰਡ ਪਾ ਕੇ ਫੋਨ ਕਰ ਲਓ, ਜਿੰਨੇ ਮਿੰਟ ਕਰ ਲਓ, ਫਿਰ ਕਾਰਡ ਕਰ ਲਓ, ਫਿਰ ਇਸਤੇਮਾਲ ਕਰ ਲਓ। ਮੈਂ ਉੱਥੋਂ ਨਾ ਆਪਣੇ ਭਾਈ ਨੂੰ ਵੀ ਫੋਨ ਕੀਤਾ, ਉਹ ਕਜ਼ਨ ਨੂੰ ਵੀ ਫੋਨ ਕੀਤਾ, ਕਰ ਕਰਾ ਕੇ ਜੀ ਅਸੀਂ ਜਿਹੜਾ ਨਾ ਐਮਰਜੈਂਸੀ ਉੱਥੋਂ ਟਿਕਟਾਂ ਕਰਵਾਈਆਂ ਆਪਣੀਆਂ। 12ਵਾਂ ਦਿਨ ਹੋਣਾ ਉਦੋਂ ਜਿੱਦਣ ਅਸੀਂ ਉੱਥੇ ਡਿਪੋਰਟ ਸੈਂਟਰ ਦੇ ਵਿੱਚ ਹਾਂ। 12ਵੇਂ ਦਿਨ ਬਾਅਦ ਮੈਂ ਉੱਥੋਂ ਐਮਰਜੈਂਸੀ ਟਿਕਟ ਕਰਵਾਈ, ਉਹਨਾਂ ਨੇ ਮੇਰਾ ਤਸਵੀਰ ਖਿੱਚੀ, ਐਮਰਜੈਂਸੀ ਪਾਸਪੋਰਟ ਬਣਵਾਇਆ, ਤੇ ਸਾਨੂੰ ਨਾ ਤਿਆਰ ਕਹਿ ਲਿਆ ਵੀ ਤਿਆਰੀ ਹੋ ਜਾਓ, ਅੱਜ ਤੁਹਾਨੂੰ ਭੇਜ ਦਿੰਦੇ ਹਾਂ ਜਿਨ੍ਹਾਂ ਨੇ ਐਮਰਜੈਂਸੀ ਪਾਸਪੋਰਟ ਬਣਵਾਇਆ। ਹੋਰ ਵੀ ਕਾਫੀ ਮੁੰਡੇ ਸੀ, ਉਹ ਵੀ ਤੁਹਾਨੂੰ ਮੈਂ ਦਿਖਾਣਾ ਆਪਣਾ ਐਮਰਜੈਂਸੀ ਪਾਸਪੋਰਟ ਵੀ ਆ ਦੇਖ ਸਕਦੇ। ਐਮਰਜੈਂਸੀ ਪਾਸਪੋਰਟ ਇਹਦੀ ਫੋਟੋ ਕਾਪੀ ਆ ਰਿਹਾ ਨਜ਼ਰ ਤੁਹਾਨੂੰ, ਆ ਦੇਖੋ। ਇਹ ਦੋਸਤੋ ਅਸੀਂ ਪਾਸਪੋਰਟ ਯਾਨੀ ਕਿ ਉੱਥੋਂ ਇਹ ਉਹਨਾਂ ਨੇ ਬੱਸ ਦਾ ਨੰਬਰ ਲਿਖਿਆ, ਟਾਈਮ ਲਿਖਿਆ, ਆ ਜਿਹੜਾ ਜੀ ਜੋ ਇਹ ਤੁਰਕਿਸ਼ ਫਲੈਟ TK 710 ਫਲੈਟ ਵੇ, ਜਿੰਦਾ ਸਾਨੂੰ ਤੁਰਕਿਸ਼ ਏਅਰਲਾਈਨ ਦਾ ਉਹਨਾਂ ਨੇ ਐਮਰਜੈਂਸੀ ਪਾਸਪੋਰਟ ਬਣਾ ਕੇ ਟਿਕਟ ਦਿੱਤੀ। ਅਸੀਂ ਉੱਥੋਂ ਜਿਹੜਾ ਨਾ ਬੈਠੇ ਆਂ ਤੇ ਜਹਾਜ਼ ਰਾਤ ਤੁਰਕੀ ਦਾ 8:30 ਵਜੇ ਉੱਥੋਂ ਚੱਲਿਆ, ਪਾਕਿਸਤਾਨ ਨਾਲੋਂ 3 ਘੰਟੇ ਟਾਈਮ ਪਿੱਛੇ ਵੇ। ਪਾਕਿਸਤਾਨ ਉਦੋਂ ਰਾਤ ਸਮਝੋ ਇੱਥੇ ਜੇ 8:15 ਤੇ ਉੱਥੇ 11:15 ਹੋ ਗਿਆ ਉਹਨੇ ਪਾਕਿਸਤਾਨ 'ਚ। ਇੱਥੇ
ਚੱਲਿਆ ਜਦੋਂ ਤੇ ਮੈਂ ਘਰ ਫੋਨ ਕਰਤਾ, ਲੈ ਵੀ ਉੱਥੋਂ ਆ ਰਿਹਾ ਭਾਈ ਆਪਣੇ ਦੱਸਤਾ, ਲੈ ਵੀ ਇਹਨਾਂ ਹੁਣ ਤੁਸੀਂ ਗੁਜਰਾਂ ਵਾਲੇ ਆ ਜਾਣਾ ਤੇ ਅਸੀਂ ਆ ਰਹੇ ਹਾਂ। ਮੈਂ ਉੱਥੋਂ ਦੋਸਤੋ ਬੈਠਾ, ਨਾਲ ਮੇਰਾ ਦੂਸਰਾ ਲੜਕਾ ਵੀ ਹੈ, ਹੋਰ ਹੀ ਅਸੀਂ ਕੋਈ ਨਾ 10-12 ਬੰਦੇ ਹੋਣੇ ਆ। ਅਸੀਂ ਬੈਠੇ ਆ ਜਹਾਜ਼ ਦੇ ਵਿੱਚ ਬੈਗ ਤੇ ਉਹਨਾਂ ਦੀ ਜਿਹੜਾ ਨਾ ਤੁਰਕੀਆਂ ਦੀਆਂ ਉੱਥੋਂ ਜਿਹੜੀਆਂ ਅਫਸਰ ਸੀ, ਬੁੱਢੀਆਂ ਸੀ, ਦੋ ਕੁ ਬੰਦੇ ਸੀ, ਉਹਨਾਂ ਨੇ ਸਾਨੂੰ ਵੈਗਨਾਂ 'ਚ ਬਿਠਾ ਕੇ ਤੇ ਸਾਨੂੰ ਏਅਰਪੋਰਟ ਤੇ ਛੱਡ ਕੇ ਜਹਾਜ਼ ਦੇ ਵਿੱਚ ਬਿਠਾ ਕੇ ਫਿਰ ਵਾਪਸ ਗਏ। ਉਹਨਾਂ ਕਿਹਾ ਜੀ ਕੋਈ ਟੈਨਸ਼ਨ ਨਹੀਂ, ਜਾਓ ਹੁਣ, ਤੁਹਾਨੂੰ ਕੋਈ ਮਸਲਾ ਨਹੀਂ, ਕੋਈ ਪਰੇਸ਼ਾਨੀ ਨਹੀਂ ਤੁਹਾਨੂੰ। ਸਗੋਂ ਉਹਨਾਂ ਨੇ ਜਦੋਂ ਅਸੀਂ ਬਹਿ ਗਏ ਨਾ, ਸਾਨੂੰ ਉਹਨਾਂ ਨੇ $25 ਦਿੱਤੇ ਗਏ। ਜਿਹੜੀ ਕੁੜੀ ਸੀ ਨਾ, ਉਹਨਾਂ ਨੇ ਕਿ ਲੈ ਵੀ ਕਿਰਾਇਆ ਲਾ ਕੇ ਅੱਗੋਂ ਆਪਣੇ ਘਰਾਂ 'ਚ ਚੱਲ ਜਾਓ। ਜਹਾਜ਼ ਉੱਡਿਆ ਵੇ, ਸੁਬਾਹ ਜਿਹੜਾ ਨਜ਼ਾਨਾ ਹੋਣੀਆਂ ਸੀ, ਜਦੋਂ ਜਹਾਜ਼ ਇਸਲਾਮਾਬਾਦ ਆ ਗਿਆ। ਇਸਲਾਮਾਬਾਦ ਜਹਾਜ਼ ਪਹੁੰਚਿਆ ਤੇ ਅਸੀਂ ਜਿਹੜਾ ਨਾ ਇੱਥੇ ਉਤਰਦਿਆਂ ਸਾਰ ਜਿਹੜੀ ਆਵਾਮ ਸੀ ਦੂਸਰੀ, ਉਹਨਾਂ ਨੇ ਪਾਸਪੋਰਟ ਦਿੱਤੇ, ਜਿਹੜੇ ਵੈਸੇ ਯਾਨੀ ਕੋਈ ਪਿੱਛੋਂ ਯੂਰਪੋਂ ਆ ਰਹੇ ਸੀ ਜਾਂ ਹੋਰ ਮੁਲਕਾਂ ਤੋਂ। ਤੇ ਸਾਡੇ ਕੋਲ ਐਮਰਜੈਂਸੀ ਪਾਸਪੋਰਟ ਸੀ, ਉਹ ਸਾਡੇ ਕੋਲ ਨਾ ਉਹਨਾਂ ਨੇ ਲਈ ਗਏ ਤੇ ਸਾਨੂੰ ਇੱਕ ਸਾਈਡ ਤੇ ਬਿਠਾਈ ਗਏ ਦੋਸਤੋ ਸਾਈਡ ਤੇ ਅਸੀਂ ਜੀ ਉੱਥੋਂ ਨਿਕਲੇ ਆ। ਜਿੰਨੇ ਵੀ ਬੰਦੇ ਸੀ, ਕੋਈ 10-11 ਸੀ। ਕੁਛ ਐਸੇ ਬੰਦੇ ਸੀ ਜਿਹੜੇ ਯੂਨਾਨ 10-11 ਸਾਲ ਰਹਿ ਕੇ ਆਏ ਸੀ ਤੇ ਉਹ ਨਾ ਮੁੜ ਕੇ ਉਹਨਾਂ ਦੇ ਬਣੇ ਨਹੀਂ, ਉਧਰ ਦੇ ਕਾਰਡ ਨਹੀਂ ਬਣੇ, ਕਾਗਜ਼ ਨਹੀਂ ਬਣੇ, ਤੇ ਉਹ ਵੀ ਫਿਰ ਉੱਥੋਂ ਵਾਪਸੀ ਡੈਂਕੀ ਲਾ ਕੇ ਤੁਰਕੀ ਹੈ, ਉੱਥੋਂ ਡਿਪੋਰਟ ਹੋ ਕੇ ਸਾਡੇ ਨਾਲ ਆ ਗਏ ਇੱਥੇ। ਉਹ ਵੀ ਸਾਡੇ ਨਾਲ ਹੀ। ਉਹਨਾਂ ਨੇ ਕੀ ਕੀਤਾ, ਬਿਠਾ ਕੋਈ ਸ਼ੈ ਖਾਣ ਪੀਣ ਨਾ ਦੇਣ, ਪਾਣੀ ਮੰਗੀਏ ਉਹ ਨਾ ਦੇਣ, ਤੇ ਉਹਨਾਂ ਨੇ ਸਾਨੂੰ ਜਿਹੜਾ ਨਾ ਦਿਨੇ 11 ਵਜੇ ਕੈਦੀਆਂ ਵਾਲੀ ਗੱਡੀ ਦੇ ਵਿੱਚ ਪਾਇਆ ਪੁਲਿਸ ਵਾਲਿਆਂ ਨੇ ਇਸਲਾਮਾਬਾਦ, ਤੇ ਗੁਜਰਾਂ ਵਾਲੇ ਲੈ ਕੇ ਆਉਣਾ ਸੀ। ਉਹ ਗੱਡੀ ਦੇ ਵਿੱਚ ਅਸੀਂ ਕੋਈ ਵਾਹ ਬੰਦੇ ਹੋਰ ਵੀ ਬਾਅਦ 'ਚ ਜਹਾਜ਼ ਆਏ ਨਾ, ਉਹਨਾਂ ਦੇ ਵਿੱਚ ਜਿਹੜੇ ਉਤਰੇ, ਜਿਹੜੇ ਡਾਇਰੈਕਟ ਉੱਥੋਂ ਯੂਨਾਨ ਤੋਂ ਹੀ ਬੰਦੇ ਆਏ ਜਾਂ ਇਟਲੀ ਤੋਂ ਵੀ ਐਵੇਂ ਆਏ ਡਿਪੋਰਟ ਹੋ ਕੇ, ਐਵੇਂ ਬੜੇ ਹੋਰ ਮੁਲਕਾਂ 'ਚ ਵੀ, ਉਹ ਸਾਰੇ ਬੰਦੇ ਉਹਨਾਂ ਨੇ ਪਾਏ। ਜਿਹੜੇ ਐਮਰਜੈਂਸੀ ਪਾਸਪੋਰਟ ਆ ਉਹਨਾਂ ਨੇ ਰੱਖ ਲਏ ਸੀ ਉੱਥੇ ਪੁਲਿਸ ਵਾਲਿਆਂ ਨੇ, ਇਮੀਗ੍ਰੇਸ਼ਨ ਵਾਲਿਆਂ ਨੇ। ਸਾਨੂੰ ਉਹਨਾਂ ਨੇ ਕਿਹਾ ਜੀ ਵੜੋ ਗੱਡੀਆਂ 'ਚ। ਉਹ ਵੜ ਗਈਆਂ, ਜਿਹੜੀਆਂ ਬੰਦ ਗੱਡੀਆਂ ਹੁੰਦੀਆਂ ਕੈਦੀਆਂ ਵਾਲੀਆਂ, ਉੱਤੋਂ ਮਾੜੀ ਜਾਲੀ ਹੁੰਦੀ, ਗੱਡੀਆਂ ਨੇ ਤੋੜ ਲਈਆਂ। ਸਾਨੂੰ ਕੋਈ ਸ਼ੈ ਖਾਣ ਨੂੰ ਨਾ ਦਿੱਤੀ, ਕੱਖ ਵੀ ਨਾ। ਉਹ ਕਰਾ ਕੇ ਸਾਨੂੰ ਜੀ ਉਹਨਾਂ ਨੇ ਇੱਧਰ ਰਾਸਤੇ ਦੇ ਅੱਧ ਵਿੱਚ ਲਿਆ ਕੇ ਨਾ, ਇਸਲਾਮਾਬਾਦੋਂ ਲਿਆ ਰਹੇ ਤੇ ਅੱਧ ਵਿੱਚ ਲਿਆ ਕੇ ਧੁੱਪੇ ਗੱਡੀ ਖਿਲਾਰਤੀ, ਤੇ ਵਿੱਚ ਆਵਾਮ ਜਿਹੜੀ ਉਹ ਤਰਲੇ ਲਾਵੇ ਤੇ ਭੰਨੇ ਤੇ ਗਾਲਾਂ ਕੱਢੇ, ਲੈ ਵੀ ਦਰਵਾਜ਼ਾ ਖੋਲ ਦੋ ਜਾਂ ਗੱਡੀ ਟੋਰੋ, ਤੁਸੀਂ ਧੁੱਪੇ ਖਿਲਾਰਤੀ। ਉਹਨਾਂ ਨੇ ਨਾ ਕੋਈ ਨਾ ਮੰਨੀ ਸਾਡੀ ਗੱਲ। ਕਰਾ ਕੇ ਅਸੀਂ ਜਿਹੜਾ ਨਾ ਸਬਰ ਕੀਤਾ ਹੋਇਆ, ਉਹਨਾਂ ਨੇ ਕੋਈ 10-15 ਮਿੰਟ ਉੱਥੇ ਧੁੱਪੇ ਖਿਲਾਰੀ ਰੱਖੀ ਗੱਡੀ ਕਰਕੇ। ਫਿਰ ਉਹਨਾਂ ਨੇ ਟੋਰੀ ਕਰਦਿਆਂ ਸਾਨੂੰ ਨਾ ਕੋਈ 2-3 ਵਜੇ ਲਿਆ ਕੇ ਪਹੁੰਚਾਇਆ ਗੁਜਰਾਂ ਵਾਲੇ ਚੰਦ ਦੇ ਕਿਲੇ, ਜਿਹੜਾ ਡਿਪੋਰਟ ਸੈਂਟਰ ਹੈ ਉਸ ਜਗ੍ਹਾ ਤੇ। ਉੱਥੇ ਪਹੁੰਚੇ ਆ, ਉੱਥੇ ਪਹੁੰਚ ਕੇ ਅਸੀਂ ਪਹੁੰਚ ਗਏ ਤੇ ਭਾਈ ਹੁਣੇ ਵੀ ਸਾਡੇ ਆ ਗਏ ਥੋੜੀ ਦੇਰ ਬਾਅਦ, ਤਕਰੀਬਨ ਅਸਰ ਤੋਂ ਟਾਈਮ ਹੋ ਗਿਆ ਉਹ ਆਏ। ਉੱਥੇ ਸਾਰਿਆਂ ਦੇ ਘਰੋਂ ਘਰੀ ਵਾਲੇ ਆਉਂਦੇ ਸੀ, ਆਣ ਕੇ ਫਿਰ ਪੁੱਛਦੇ ਸੀ, ਹਾਂ ਵੀ ਕਿਹੜੇ ਏਜੰਟ ਨੇ ਤੈਨੂੰ ਖੜਿਆ, ਕਿੱਥੋਂ ਦਾ ਰਹਿਣ ਵਾਲਾ, ਏਜੰਟ ਦਾ ਨਾਂ ਕੀ, ਕਿੰਨੇ ਪੈਸੇ ਮੁੱਕੇ ਸੀ, ਕਿੰਨੇ ਪੈਸੇ ਉਹਨੂੰ ਦਿੱਤੇ ਹੋਏ, ਉਹ ਸਾਰੀ ਡਿਟੇਲ ਨਾ ਬੰਦੇ ਕੋਲ ਪੁੱਛਦੇ। ਸਾਡੇ ਕੋਲ ਹੀ ਪੁੱਛੀ, ਦੱਸੀ, ਸਾਰਾ ਕੁਝ ਦੱਸ ਕੇ ਉਹਨਾਂ ਨੇ ਉਹ ਲਿਖ ਲੋ ਕਰ ਰਜਿਸਟਰ 'ਚ, ਬਹਿ ਜਾਓ ਸਾਈਡ ਤੇ, ਬਹਿ ਜਾਓ ਸਾਈਡ ਤੇ, ਸਾਰਿਆਂ ਨੂੰ ਬਿਠਾਈ। ਸਾਰਿਆਂ ਕੋਲ ਜਦੋਂ ਲਿਖ ਲਿਆ, ਫਿਰ ਜਿੰਦਾ ਵੀ ਘਰ ਦਾ ਆਏ ਉਹ ਯਾਨੀ ਕਿ ਜਿੱਥੇ ਦਾ ਲੱਗਦਾ ਲਾਈ ਜਾਂਦਾ। ਕਿਸੇ ਦੇ ਘਰਦਿਆਂ ਕੋਲੋਂ 25,000 ਰੁਪਇਆ ਲਿਆ, ਫਿਰ ਉਹਨਾਂ ਦਾ ਮੁੰਡਾ ਉਹਨਾਂ ਨੂੰ ਦਿੱਤਾ ਛੱਡਿਆ, ਜਿਹੜੇ ਗੁਜਰਾਂ ਵਾਲੇ ਚੰਦ ਦੇ ਕਿਲੇ ਵਾਲੇ। ਕਿਸੇ ਕੋਲੋਂ 50 ਲਿਆ, ਕਿਸੇ ਕੋਲ 10 ਲਿਆ, ਕਿਸੇ ਕੋਲ 20 ਲਿਆ, ਕਿਸੇ ਕੋਲ 5 ਲਿਆ, ਜਿੱਥੇ ਹੁੰਦਾ ਦਾ ਲੱਗਦਾ ਲਾਈ ਜਾਂਦੇ। ਭਾਈ ਸਾਡਾ ਗਿਆ ਵੇ, ਉਹਨੇ ਜਾ ਕੇ ਯਾਨੀ ਕਿ ਨਾ ਮੇਰਾ ਤਾਂ ਦੂਸਰੇ ਬੰਦੇ ਦਾ 11 ਕਿ 12,000 ਰੁਪਇਆ ਸਾਡਾ ਦਿੱਤਾ, ਤੇ ਸਾਨੂੰ ਉਹਨਾਂ ਨੇ ਨਾ ਛੱਡਿਆ ਕਿ ਪਹਿਲੋਂ ਬੰਨਿਆ ਕਿ ਉੱਥੇ ਬਿਠਾ ਕੇ ਰੱਖਿਆ ਸੀ।
ਅਸੀਂ ਉੱਥੋਂ ਮੈਂ ਆਪਣਾ ਬੈਗ ਚੁੱਕਿਆ ਤੇ ਅਸੀਂ ਨਿਕਲੇ ਆ ਉਰਾ ਆ ਗਿਆ ਗੁਜਰਾਂ ਵਾਲੇ ਸ਼ਹਿਰ 'ਚ ਵੜ ਗਏ ਆ। ਉੱਥੋਂ ਆਣ ਕੇ ਇੱਕ ਹੋਟਲ ਤੋਂ ਰੋਟੀ ਖਾਧੀ ਹੈ। ਭੁੱਖ ਵੀ ਸੀ ਤੇ ਕੁਛ ਪਾਕਿਸਤਾਨੀ ਰੋਟੀ ਨਹੀਂ ਮਿਲੀ ਇੰਨੇ ਦੇਰ ਬਾਅਦ, ਕੋਈ 3-4 ਮਹੀਨੇ ਬਾਅਦ ਪਾਕਿਸਤਾਨੀ ਰੋਟੀ ਖਾਧੀ ਹੈ। ਖਾ ਕੇ ਅਸੀਂ ਜੀ ਉੱਥੇ ਹੀ ਰਾਤ ਕਮਰਾ ਲਿਆ ਕਿਰਾਏ ਤੇ ਉੱਥੇ ਹੀ ਰਹਿ ਪਏ। ਦਿਨ ਚੜ੍ਹਿਆ ਤੇ ਉੱਥੋਂ ਅਸੀਂ ਬੈਠੇ ਆ ਗੱਡੀ ਤੇ ਇੱਥੇ ਆ ਗਏ ਫੈਸਲਾਬਾਦ। ਇੱਥੇ ਜਦੋਂ ਆਏ ਆ ਤੇ ਮੁੜ ਕੇ ਆਪਣੇ ਮਿਲੇ ਘਰਾਂ ਨੂੰ, ਜਿਹੜੇ ਦੋਸਤ ਸਾਡੇ ਸੀ ਆ ਰਊਫ ਤੇ ਦੂਸਰਾ ਕਾਸਮ, ਇਹ ਵੀ ਇੱਥੇ ਹੀ ਸੀ ਆ ਤੇ ਸਾਡੇ ਨਾਲ ਪਹਿਲੋਂ ਦੇ ਪਹੁੰਚ ਆਏ ਸੀ ਨਾ ਬਾਈ ਰੋਡ ਆਏ ਤੇ ਇਹ ਵੀ ਇੱਥੇ ਸੀ, ਸਾਨੂੰ ਮਿਲੇ। ਫਿਰ ਸਟੋਰੀਆਂ ਇੱਕ ਦੂਸਰਿਆਂ ਨੂੰ ਸੁਣਾਈਆਂ। ਕਿੰਨੇ ਦਿਨ ਤੇ ਆਪਣੀ ਹੋਸ਼ ਨਾ, ਯਾਨੀ ਕਿ ਭੁੱਖਾਂ ਦੇ ਮਾਰੇ ਤੇ ਮਰੇ ਪਏ, ਕੋਈ ਹਾਲ ਨਾ। ਕਰਨਾ ਕੀ ਹੋਇਆ ਜੀ, ਅਸੀਂ ਉੱਥੋਂ ਜਿਹੜਾ ਜੀ ਘਰਾਂ 'ਚ ਆਪਣੇ ਪਹੁੰਚ ਆਏ ਆ ਤੇ ਦੋਸਤੋ ਵੀਡੀਓ ਹੀ ਲੰਬੀ ਹੋ ਗਈ ਆ। ਨਾਲ ਰਊਫ ਉਹਨੇ ਕੰਮ ਜਾਣਾ, ਠੀਕ ਹੈ, ਤੇ ਉਹਨੂੰ ਹੀ ਦੇਰ ਹੋ ਰਹੀ ਹੈ। ਤੇ ਮੈਂ ਜਿਹੜੀ ਬਾਕੀ ਦੀ ਵੀਡੀਓ ਹੈ ਨਾ, ਯਾਨੀ ਕਿ ਅੱਗੋਂ ਮੈਂ ਪਹੁੰਚ ਕੇ ਏਜੰਟਾਂ ਨਾਲ ਕੀ ਕੀਤਾ ਜਾਂ ਸਾਰੀ ਸਟੋਰੀ ਜੋ ਆਪਣੇ ਪ੍ਰੂਫ ਵਗੈਰਾ ਜਾਂ ਜੋ ਕੀਤਾ ਮੈਂ, ਜਾਂ ਜਿਹੜੇ ਭਾਈਆਂ ਨਾਲ ਐਵੇਂ ਹੋਇਆ ਉਹ ਵੀ ਅਗਰ ਕਿਸੇ ਏਜੰਟ ਕੋਲੋਂ ਬਦਲਾ ਲੈਣਾ ਚਾਹੁੰਦੇ ਤੇ ਉਹ ਮੈਂ ਤੁਹਾਨੂੰ ਜਿਹੜਾ ਨਾ ਦੱਸਾਂਗਾ ਇਨਸ਼ਾਅੱਲਾ ਬਾਅਦ 'ਚ ਜਲਦੀ ਹੂੰ। ਤੇ ਦੋਸਤੋ ਇੰਨੇ ਵਾਸਤੇ ਸ਼ੁਕਰੀਆ। ਅੱਲਾ ਹਾਫਿਜ਼। ਅੱਲਾ ਤੁਹਾਡਾ ਸਾਰਿਆਂ ਦਾ ਹਾਮੀ ਨਾਸਰ ਔਰ ਸਾਰਿਆਂ ਨੂੰ ਖੁਸ਼ ਰੱਖੇ। ਆਮੀਨ। ਖੁਦਾ ਹਾਫਿਜ਼।